अंत की वार लहगी न आडे। रहो रहो रे बहुरिया घूंघट जिन काटे। अंत की वार लहगी न आडे। लहेंगी तो है आडे। आडे अंदर तेरे विरुद्ध जाऊगे घूंघट। असल घूंघट की है? घूंघट असी वो जो पर्दा करदियां ने औरतां नूं कहने। पर्दा काहतों करना? झूठ तो, शरीर तो पर्दा करना ना। शरीर की है? शरीर झूठ है। माया तो पर्दा नहीं कर सकते असी, माया धारियां तो पर्दा नहीं कर सकते। असल दे विच घूम दा अर्थ हुंदा बोलना, घट तो हुंदा हिरदे च। घट मतलब है हिरदा, घूम दा मतलब है बोलना। गुजार दा ना भौरा घूम घूम कटे। गुजार है, भौरा है मन। जो भौरा है तो घट विच बोलता है। जिहड़ी घट दी आवाज़ है सच दी आवाज़ होंदी। अंतरा जिहड़ा मनमत है वो सच दी आवाज़ होंदी। मनमत नूं मनमत कह देना, सच नूं सच कह देना, झूठ नूं झूठ कह देना, ये हैगा घूंघट नहीं कढना। कहते ने बड़ा बेशर्म आदमी है। ਜਿਹੜੀਆਂ ਨਵੀਆਂ ਵਿਆਹੀਆਂ ਔਰਤਾਂ ਹੁੰਦੀਆਂ ਨੇ ਆਪਣੇ ਸਹੁਰੇ ਤੋਂ ਜਾਂ ਬੜੇ ਸਿਆਣੇ ਦੇ ਅੱਗੇ ਬੋਲਦੀਆਂ ਨਹੀਂ। ਜੇ ਉਹ ਗਲਤ ਗੱਲ ਕਹਿੰਦੇ ਨੇ ਤਾਂ ਵੀ ਨਹੀਂ ਬੋਲਦੀ। ਜਿੱਥੋਂ ਘੂੰਘਟ ਕੱਢਦੀਆਂ ਨੇ ਉਹਦੇ ਸਾਹਮਣੇ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਹੈ ਵੀ ਤੁਸੀਂ ਨਹੀਂ ਬੋਲਣਾ, ਚਾਹੇ ਉਹ ਗਲਤ ਵੀ ਕਹਿਣ। ਉਹ ਗੱਲ ਕਹਿ ਰਿਹਾ ਕੋਈ ਦੱਸੋ। ਜਿਹੜੇ ਲੋਕਾਂ ਨੇ ਮਹਾਂਪੁਰਸ਼ਾਂ ਨੇ ਸੰਤਾਂ ਨੇ ਪਖੰਡਵਾਦ ਦੇ ਖਿਲਾਫ ਨਹੀਂ ਨਾ ਬੋਲਿਆ, ਉਹਨਾਂ ਨੇ ਘੂੰਘਟ ਕੱਢ ਲਿਆ। ਘੂੰਘਟ ਕੱਢ ਲਿਆ। ਜਿਹੜੀ ਅੱਖ ਸੀ ਨਾ, ਅੱਖ ਤੀਜੀ ਅੱਖ ਉਹਨਾਂ ਦੀ ਖੁੱਲੀ ਹੋਈ ਨਹੀਂ, ਖੁੱਲਣੀ ਕੀ ਸੀ? ਜੇ ਖੁੱਲੀ ਸੀ ਤਾਂ ਉਹਨਾਂ ਨੇ ਦੱਸਿਆ ਨਹੀਂ ਸੱਚ। ਇਹੀ ਗੱਲ ਕਹਿ ਰਿਹਾ। बोला की कह रहे जे आखा इसरार ताई तो मारन बोले यार ताई। इतने गुप्ती बात सिखाती है। जब पता लग गया भी दुनिया का उल्ट है कि मैं उल्ट कहे तो मेरे खिलाफ हो जाएंगे, घूंघट कट लिया करके। बस सच फिर प्रगटे नहीं होया बोले। ਜਿਹੜੇ लोग विद्वान ने ना ਸਾਹਿਤਕਾਰ, ਇਹਨਾਂ ਨੂੰ ਕੀ पता भी सच की होंदा है। ਇਹਦਾ पागल ने सदाई ने। ਸਾਹਿਤਕਾਰ ਤਾਂ ਮਾਇਆਧਾਰੀ ਹੁੰਦੇ ਨੇ। ਉਹਦਾ ਬੁੱਲੇ ਦੇ ਗੁਣ ਗਾਈ ਜਾਂਦੇ ਨੇ, ਮਸਕੀਨ ਵੀ ਬੁੱਲੇ ਦੇ ਗੁਣ ਗਾਈ ਗਿਆ ਦੂਆ, ਕਿਉਂਕਿ ਉਹ ਉੱਥੇ ਨਹੀਂ, ਉਹ ਸਟੇਜ ਤੇ ਨਹੀਂ ਨਾ ਪਹੁੰਚੇ। ਸੱਚ ਵਾਲੀ ਸਟੇਜ ਦਾ ਉਹਨਾਂ ਨੂੰ ਗਿਆਨ ਨਹੀਂ ਹੋਇਆ। ਮਸਕੀਨ ਤਾਂ ਬਾਅਦ ਚ ਮੰਨ ਗਈ ਵੀ ਉਹਨੂੰ ਨਾਮ ਦਾ ਰਸ ਨਹੀਂ। ਉਹ ਨਾਮ ਦਾ ਰਸ ਤੈਨੂੰ ਸੱਚ ਦਾ ਰਸ ਆਉਣਾ, ਸੱਚੇ ਨਾਮ ਹੁੰਦਾ ਨਾ, ਹੋਰ ਪਤਾ ਨਹੀਂ ਕੀ। ਤੈਨੂੰ ਸੱਚ ਦਾ ਗਿਆਨ ਨਹੀਂ ਹੋਇਆ, ਨਾਮ ਦਾ ਰਸ ਦਾ ਮਤਲਬ ਇਹ ਹੈ ਸੱਚ ਹੀ ਦਾ ਨਾਮ ਹੈ। सतनाम कहता सत ही नाम है। सच का ज्ञान ही नहीं होया तो रस सच का कितों? सच का ही रस होना। आत्म रस होता। आत्म रस जिन जाने आत्मा की आत्म सत स्वरूप है। आत्मा सत स्वरूप है। आत्म ज्ञान ही आत्म रस है। ਉਹਨੂੰ ਆਤਮਾ ਦਾ ਗਿਆਨ ਨਹੀਂ ਹੋਇਆ ਹੈ। ਇਹਦਾ ਮਤਲਬ ਹੈ ਜੋ ਮੰਨਦਾ ਮੈਨੂੰ ਨਾਮ ਦਾ ਰਸ ਨਹੀਂ ਆਇਆ, ਉਹਨੂੰ ਆਤਮ ਗਿਆਨੀ ਨਹੀਂ ਸੀ, ਉਹ ਵਿਦਵਾਨ ਸੀ। ਇਸੇ ਕਰਕੇ ਉਹ ਇਕਬਾਲ ਹੋਇਆ, ਸ਼ੇਖ ਸ਼ਾਦੀ ਹੋਏ, ਇਹਨਾਂ ਦਾ ਚੇਲਾ ਸੀ ਉਹ। ਜਿਹੜਾ ਆਦਮੀ ਜਿਹਨੂੰ ਕੋਟ ਕਰਦਾ ਨਾ ਆਪਣੇ, ਉਹ ਤਾਂ ਪ੍ਰਭਾਵਿਤ ਹੁੰਦਾ ਤੇ ਚੇਲਾ ਹੁੰਦਾ। ਸ਼ੇਖ ਸ਼ਾਦੀ ਦਾ ਚੇਲਾ ਸੀ ਉਹ। ਇਹ ਨੀਵੇਂ ਬਦਲਦੇ ਨੇ ਇਹਨਾਂ ਨੇ ਲੋਕਾਂ ਨੇ। ਇਹਨਾਂ ਲੋਕਾਂ ਨੇ ਸੱਚ ਨੂੰ ਨਹੀਂ ਜਾਣਿਆ। ਮੀਰਾ ਨੇ ਸੱਚ ਨੂੰ ਨਹੀਂ ਜਾਣਿਆ। ਕ੍ਰਿਸ਼ਨ ਇੱਕ ਵਿਅਕਤੀ ਉਹਦੀ ਉਹ ਚੇਲੀ ਹੈ। ਮੀਰਾ ਤਾਂ ਪ੍ਰੇਮ ਦਿਵਾਨੀ, ਸਾਮਰੀਆ ਵਰਪਣ। ਸਾਮਰੀਆ ਦਾ ਆਦਮੀ ਹੈ। ਫਿਰ ਕਾਲਾ ਪਾਣਾ ਹੈ ਸਾਮਰੀਆ। ਉਹਨੂੰ ਜਾਣਨਾ ਹੋਰ ਗੱਲ ਹੈ, ਵਰ ਪਾਉਣਾ ਹੋਰ ਗੱਲ ਹੈ।
ਆਦਮੀ ਦੀ ਭਗਤੀ ਕਰਦੀ ਹੈ ਮੈਨੂੰ, ਔਰਤ ਕਰਦੀ ਹੈ ਆਦਮੀ ਦੀ ਭਗਤੀ। ਜਿਹੜੀ ਪੁਰਖ ਦੀ ਭਗਤੀ ਕਰਨੀ ਆਦਮੀ ਦੀ, ਔਰਤਾਂ ਦੀ ਭਗਤੀ ਹੈ, ਆਦਮੀ ਦੀ ਭਗਤੀ ਨਹੀਂ ਹੈ। ਅਗਲਾ ਜਨਮ ਜੈਸਾ ਸੇਵੇ ਤੈਸਾ ਹੋਏ। ਜੇ ਔਰਤ ਆਦਮੀ ਦੀ ਭਗਤੀ ਕਰੂਗੀ ਤਾਂ ਅਗਲੇ ਜਨਮ 'ਚ ਆਦਮੀ ਦਾ ਜਨਮ ਮਿਲ ਜੂਗਾ ਉਹਨੂੰ। ਜੈਸਾ ਸੇਵੇ ਤੈਸਾ ਹੋਏ, ਇਹ ਫਰਮਾਨ ਹੈ ਦਰਗਾਹ ਦਾ, ਜੈਸਾ ਸੇਵੇ ਤੈਸਾ ਹੋਏ। ਜਿਹੜੇ ਲੋਕ ਪੱਥਰ ਪੂਜ ਕਰਦੇ ਨੇ ਆ ਵਿਅਕਤੀ ਪੂਜਕ ਨੇ। ਵਿਅਕਤੀ ਪੂਜ ਕੋਈ ਜੜ ਦਾ ਪੁਜਾਰੀ ਹੈ, ਸਰੀਰ ਹੈ ਨਾ, ਵਿਅਕਤੀ ਸਰੀਰ ਦਾ ਪੁਜਾਰੀ ਹੈ। ਉਹਨਾਂ ਦੀ ਬੁੱਧੀ ਜੜ ਹੋ ਜਾਂਦੀ ਹੈ, ਪਿਛਲਾ ਗਿਆਨ ਵੀ ਖੋ ਲੈਂਦੇ ਨੇ। ਪਿਛਲਾ ਗਿਆਨ ਨਸ਼ਟ ਹੋ ਜਾਂਦਾ ਉਹਨਾਂ ਦਾ, ਆਤਮ ਗਿਆਨ ਨਸ਼ਟ ਹੋ ਜਾਂਦਾ ਉਹਨਾਂ ਦਾ। ਹੁਣ ਸੱਚ ਨੂੰ ਜਾਣਨਾ ਔਰ ਸੱਚ ਨੂੰ ਦੱਸਣਾ ਨਾ, ਤਾਂ ਉਹਦੇ ਅੰਦਰ ਸ਼ਬਦ ਨਹੀਂ ਪ੍ਰਗਟ ਹੁੰਦਾ। ਬਸ ਸੱਚ ਨੂੰ ਬਥੇਰੇ ਜਾਣਦੇ ਨੇ ਲੋਕ, ਬੋਲਦੇ ਨਹੀਂ। ਸਿੱਖਾਂ ਵੀ ਬਹੁਤ ਜਿੰਨਾ ਕੁ ਸੱਚ ਜਾਣਦੇ ਨੇ, ਜਿੰਨਾ ਕੁ ਜਾਣਦੇ ਨੇ ਉਹਨਾਂ ਕੁ ਨਹੀਂ ਜਦ ਬੋਲਦੇ ਅਸੀਂ, ਤੇ ਗਾਹਾਂ ਵਾਲਾ ਸੱਚ ਕਿੱਥੋਂ ਆਜੂ ਸਾਨੂੰ? ਜਿਹੜੀਆਂ ਪੌੜੀਆਂ ਦੋ ਅਸੀਂ ਚੜ੍ਹ ਦੇਣੀਆਂ ਨੇ ਸਾਨੂੰ, ਉਹਨਾਂ ਦੇ ਜਾਂ ਪੈਰ ਹੀ ਨਹੀਂ ਧਰਦੇ, ਉੱਤੇ ਚੜ੍ਹਦੇ ਹੀ ਨਹੀਂ, ਅਗਲੀ ਪੌੜੀ ਕਿਵੇਂ ਦਿਖੂਗੀ? ਅਗਲੀ ਪੌੜੀ ਦਾ ਗਿਆਨ ਇੱਕ ਲਿਮਟ ਦੇ ਵਿੱਚ ਸਾਡੀ ਨਿਗਾਹ। 1000 ਕਿਲੋਮੀਟਰ ਤੇ ਅਸੀਂ ਜਾਣਾ, ਦੇਖ ਅਸੀਂ 100 ਗਜ ਇੱਥੇ ਸਕਦੇ ਹਾਂ, ਕਿ ਅੱਗੇ ਵਧੀ ਜਾਵਾਂਗੇ। ਦ੍ਰਿਸ਼ਟੀ ਸਾਡੀ 100 ਗਜ ਰਹਿਣੀ ਹੈ, ਪਰ ਦੇਖ ਲਾਂਗੇ ਰਸਤਾ ਸਾਰਾ ਹੀ। 1000 ਕਿਲੋਮੀਟਰ ਦੇਖ ਲਾਂਗੇ, ਲੱਖ ਕਿਲੋਮੀਟਰ ਵੀ ਸਾਰੇ ਦੇਖ ਲਾਂਗੇ, ਪਰ ਤੁਰੇ ਤੇ ਦੇਖਾਂਗੇ, ਖੜੇ ਨਹੀਂ ਦੇਖ ਸਕਦੇ। ਉੱਥੇ ਤੁਰਾਂਗੇ ਸਾਰੇ ਦੇਖ ਲਾਂਗੇ। ਇਹ ਗੁਰਬਾਣੀ ਜਿੰਨੀ ਮੰਨਾਂਗੇ ਉਦੋਂ ਗਾਹਾਂ ਚਲੇ ਜਾਵਾਂਗੇ। ਬੁੱਧੀ ਉਹੀ ਰਹਿਣੀ ਹੈ, ਚਾਹੇ ਜਿੰਨੀ ਮੰਨਦੇ ਆਵਾਂਗੇ ਬੁੱਧੀ ਨਾਲ ਵੀ ਬਦਲੀ ਜਾਣਾ। ਬੁੱਧੀ ਨੇ ਵੀ ਬਦਲੀ ਜਾਣਾ, ਗਿਆਨ ਸਾਨੂੰ ਹੋਈ ਜਾਣਾ, ਬੁੱਧੀ ਦਾ ਬਲ ਵਧੀ ਜਾਣਾ। ਜੇ ਬੋਲਦੇ ਨਹੀਂ, ਕਹਿੰਦੇ ਨਹੀਂ, ਮੰਨਦੇ ਨਹੀਂ, ਕਿਆ ਨਹੀਂ ਹੋ ਸਕਦਾ। ਜੇ ਲਿਹਾਜ਼ ਰੱਖਦੇ ਆ, ਜਿਨ੍ਹਾਂ ਨੇ ਲਿਹਾਜ਼ ਰੱਖਿਆ ਉਹਨਾਂ ਦੀ ਗੱਲ ਕਹਿ ਰਿਹਾ ਵੀ ਮੈਂ ਲਿਹਾਜ਼ ਰੱਖਿਆ ਨਹੀਂ, ਲੋਕਾਂ ਨੇ ਲਿਹਾਜ਼ ਰੱਖਿਆ। ਜਿਨ੍ਹਾਂ ਨੇ ਲਿਹਾਜ਼ ਰੱਖਿਆ ਉਹਨਾਂ ਨੂੰ ਗਿਆਨ ਨਹੀਂ ਹੋਇਆ। ਥੋੜਾ ਜਿਹਾ ਸਾਡਾ ਗਿਆਨ ਹੋਇਆ, ਉੱਥੇ ਰਹਿ ਗਿਆ। ਜਿਵੇਂ ਕੋਈ ਬੀਜ ਥੋੜੀ ਗਿੱਲ ਵਿੱਚ ਜੰਮਿਆ ਹੁੰਦਾ, ਹੋਰ ਗਿੱਲ ਨਾ ਪੈਣ ਤੇ, ਹੋਰ ਗਿੱਲ ਪਾਣੀ ਨਾ ਮਿਲਣ ਤੇ ਉੱਥੇ ਹੀ ਮਰ ਜਾਂਦਾ। ਬੀਜ ਜੰਮ ਕੇ ਵੀ ਮਰ ਜਾਂਦੇ ਹੁੰਦੇ, ਫੁੱਟਿਆ ਹੁੰਦਾ ਮਰ ਜਾਂਦਾ ਧਰਤੀ। ਜੇ ਥੋੜੀ ਬਾਰਿਸ਼ ਹੁੰਦੀ ਅਸੀਂ ਬੀਜ ਆਉਂਦੇ, ਹੋਰ ਵੀ ਨਾ ਪਿਆ ਜਾਂ ਪਾਣੀ ਨਾ ਮਿਲਿਆ ਮਰ ਗਿਆ। ਕੰਡ ਹੋ ਗਿਆ, ਕੰਡ ਹੋ ਗਈ ਨਹੀਂ, ਉਹ ਹੋਰ ਗੱਲ। ਉਹ ਧਰਤੀ ਤੋਂ ਬਾਹਰ ਨਹੀਂ ਨਿਕਲ ਸਕਦਾ, ਗੱਲ ਹੁੰਦੀ ਹੈ, ਉੱਤੇ ਸੁੱਕ ਜਾਂਦੀ ਹੈ। ਪਾਪ ਕਰੰਡ ਹੋਰ ਚੀਜ਼, ਥੱਲੇ ਗੱਲੇ ਹੀ ਨਹੀਂ, ਪਾਣੀ ਨਹੀਂ ਮਿਲਦਾ। ਹਾਂ ਖੋਲੇ ਪਾਣੀ ਹੋਰ ਤਾਂ ਮਿਲਦਾ ਹੈ ਜੇ ਗੱਲ ਸੱਚ ਬੋਲੇ। ਸੱਚ ਹੋਰ ਤਾਂ ਆਉਂਦਾ ਜੇ ਸੱਚ ਤੇ ਪਹਿਰਾ ਦਵੇ। ਸੱਚ ਬੰਦ ਹੋਏ ਪਿੱਛੇ ਟੂਟੀ ਬੰਦ ਹੋ ਜਾਂਦੀ ਹੈ, ਸਪਲਾਈ ਬੰਦ ਹੋ ਜਾਂਦੀ ਹੈ। ਬੇਈਮਾਨ ਹੋ ਗਿਆ ਨਾ ਹੋ, ਸੱਚ ਤੋਂ ਮੁਨਕਰ ਹੋ ਗਿਆ ਨਾ ਹੋ, ਸੱਚ ਦਾ ਵਿਰੋਧੀ ਹੋ ਗਿਆ ਨਾ, ਝੂਠ ਦੇ ਪਾਲੇ 'ਚ ਖੜਾ ਹੋ ਗਿਆ ਨਾ, ਸੱਚ ਨਹੀਂ ਮਿਲਿਆ। ਇਸ ਕਰਕੇ ਨਹੀਂ ਮਿਲਿਆ ਮੈਨੂੰ ਲੋਕ ਬੁਰਾ ਨਾ ਕਹਿਣ। ਇਸ ਕਰਕੇ ਆਪਣੇ ਆਪ ਨੂੰ ਕਹਿ ਰਹੇ, ਆਪਣੀ ਬੁੱਧੀ ਨੂੰ ਰਾਹ ਗੌਰੀਆ ਘੁੰਗਟ ਜਿਹਨੇ ਕੱਢੇ। ਤੂੰ ਨਾ ਕੱਢ ਘੁੰਗਟ, ਤੂੰ ਸੱਚ ਪਖੰਡਵਾਦ ਦੇ ਖਿਲਾਫ ਬੋਲ। ਤੂੰ ਘੁੰਗਟ ਕੱਢਾਂ, ਤੂੰ ਘੁੰਗਟ ਚੱਕ ਦੇ, ਪੜਦਾ ਚੱਕ ਦੇ। ਸਾਰਾ ਦੁਨੀਆ ਦਾ ਪੜਦਾ ਹੀ ਚੱਕ ਦੇ। ਪਖੰਡਵਾਦ ਨੂੰ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿ ਦੇ। ਜਿਨ੍ਹਾਂ ਨੇ ਕੰਮ ਨਹੀਂ ਕੀਤਾ, ਅੰਤ ਕੀ ਵਾਰ ਉਹਨਾਂ ਦੇ ਸਾਹਮਣੇ ਆ ਗਿਆ। ਪਖੰਡਵਾਦ ਦੀ ਵਜ੍ਹਾ ਨਾਲ ਹੀ ਉਹਨਾਂ ਨੂੰ ਮਰਨਾ ਪਿਆ। ਲੈ ਗਈ ਨਾ ਆਡੇ ਆਪਣੇ ਉੱਤੇ, ਜਿਵੇਂ ਆਪਾਂ ਕਫਨ ਪਾ ਦਿੰਦੇ ਕਿਸੇ ਤੇ। ਉਹ ਭਰਮ ਉਹਨਾਂ ਨੂੰ ਇਹ ਭਰਮ ਸੀ ਵੀ ਅਸੀਂ ਕਾਹਨੂੰ ਬਹਿਣਾ, ਆਪਾਂ ਨੇ ਕੀ ਲੈਣਾ। ਇਹ ਭਰਮ ਦਾ ਪਰਦਾ ਉਹਨਾਂ ਦੇ ਮੌਤ ਦਾ ਕਫਨ ਬਣ ਗਿਆ ਉਹਨਾਂ ਦੀ। ਇਹ ਗੱਲ ਉਹਨਾਂ ਦੀ ਮੌਤ ਦੀ ਆਡੇ ਆ ਗਿਆ ਨਾ। ਉਹਦੇ ਇਹੀ ਉਹਨਾਂ ਦੇ ਦਰਗਾਹ ਦਾ ਰਸਤਾ ਰੋਕ ਕੇ ਖੜ ਗਈ। ਇਹ ਲਿਹਾਜ਼ ਹੈ, ਦਰਗਾਹ ਦਾ ਰਸਤਾ ਰੋਕ ਕੇ ਖੜ ਗਈ।
ਅੰਤ ਕੀ ਬਾਲ ਲਹੇਗੀ ਨਾ ਕੱਢ ਅੱਡ। ਇਹੀ ਤੇਰਾ ਵਿਰੋਧੀ ਹੋ ਜਾਣਾ। ਸੱਚ ਬੋਲਿਆ ਕਿਉਂ ਨਹੀਂ? ਤੈਨੂੰ ਜਿੰਨਾ ਗਿਆਨ ਸੀ ਉਹਨਾਂ ਹੀ ਬੋਲਦਾ, ਕਿਉਂ ਨਹੀਂ ਬੋਲਿਆ? ਇਹਦਾ ਮਤਲਬ ਸੱਚ ਨਾਲ ਤੈਨੂੰ ਲਗਾਵ ਨਹੀਂ ਸੀ। ਘੁੰਗਟ ਕੱਢ ਕੀ ਇਹ ਵਡਾਈ ਘੁੰਗਟ ਕਾਢ ਗਈ ਤੇਰੇ ਅੱਗੇ, ਘੁੰਗਟ ਕਾਢ ਗਈ ਤੇਰੇ ਅੱਗੇ। ਜਿੰਨੀਆਂ ਤੇਰੇ ਅੱਗੇ, ਜਿੰਨੇ ਤੇਰੇ ਅੱਗੇ ਸੰਤ ਹੋਏ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਬੰਦੇ ਹੋਏ ਨੇ, ਉਹਨਾਂ ਨੂੰ ਥੋੜਾ ਗਿਆਨ ਸਾਝਦਾ ਹੋਇਆ, ਪਰ ਉਹਨਾਂ ਨੇ ਬੋਲੇ ਨਹੀਂ। ਮਰ ਗਏ ਨਾ, ਗਈ ਤੇਰੇ ਅੱਗੇ। ਉਨਕੀ ਗੈਲ ਤੋਹੇ ਜਿਨ ਲਾਗੇ, ਉਹਨਾਂ ਦੀ ਗੈਲ ਜਿਹੜੇ ਲਾਗੇ ਉਹਨਾਂ ਦੇ। ਹਾਂ, ਘੁੰਗਟ ਕੱਢੇ ਕੀ ਇਹ ਬੜਾਈ, ਉਹਨਾਂ ਨੂੰ ਮਿਲਿਆ ਕੀ? ਪ੍ਰਾਪਤੀ ਕੀ? ਦਿਨ 10 5 ਬਹੁ ਭਲੇ ਆਈ। ਉਹਨਾਂ ਨੂੰ ਪ੍ਰਾਪਤੀ ਕੀ ਹੋਈ? ਸਿਰਫ ਉਹਨਾਂ ਨੂੰ ਇਹ ਪ੍ਰਾਪਤੀ ਹੋਈ, ਪਤਾ ਤਾਂ ਥਾ ਉਹਨੂੰ। ਕਹਿੰਦਾ ਲੋਕਾਂ, ਉਹਨਾਂ ਨੂੰ ਤਾਂ ਦੱਸ ਦਿੰਦੇ ਸੀ ਸੰਤ ਜਿਹੜੇ ਆਉਂਦੇ ਸੀ, ਲੋਕਾਂ ਨੂੰ ਵੀ ਦੱਸ ਦਿੰਦੇ ਸੀ, ਪਰ ਪਖੰਡਵਾਦ ਦੇ ਖਿਲਾਫ ਨਹੀਂ ਸੀ ਬੋਲਦੇ। ਉਹ ਜਿਹੜੇ ਸੰਤ ਸੀ ਦੂਏ ਕਹਿੰਦੇ ਬੜੇ ਮਹਾਂਪੁਰਖ ਨੇ, ਬੜੇ ਮਹਾਂਪੁਰਖ ਨੇ, ਦੁਨੀਆ ਵੀ ਬਸ ਆਹ ਤਾਂ ਵਡਿਆਈ ਉਹਨਾਂ ਨੂੰ ਮਿਲੀ ਹੈ ਜਿੰਨਾ ਚਿਰ ਜਿਉਂਦੇ ਰਹੇ ਨੇ। ਸੱਚਖੰਡ ਦੇ ਦੋਸ਼ੀ ਹੋ ਗਏ। ਸਾਰੀ ਵਡਿਆਈ ਤਾਂ ਮਿਲੀ ਹੈ। ਦਿਨ 10 5 ਬਹੁ ਭਲੀ ਆਈ। ਉਹਨੂੰ ਭਲਾ ਲੋਕ ਦਾ ਕਿਹਾ ਸੰਸਾਰ ਦੇ ਲੋਕਾਂ ਨੇ। ਪਖੰਡਵਾਦੀਆਂ ਨੇ ਤਾਂ, ਕਿਉਂਕਿ ਉਹਨਾਂ ਦੇ ਖਿਲਾਫ ਨਹੀਂ ਨਾ ਕੁਝ ਬੋਲ ਰਿਹਾ, ਪਖੰਡਵਾਦੀਆਂ ਨੇ ਤਾਂ ਬੜੇ ਉਹਦੀ ਇੱਜ਼ਤ ਕੀਤੀ ਹੈ, ਮਾਣ ਦਿੱਤਾ ਹੈ, ਸਤਿਕਾਰ ਦਿੱਤਾ ਹੈ। ਸੰਸਾਰ 'ਚ ਸਤਿਕਾਰ ਮਿਲਿਆ, ਦਰਗਾਹ 'ਚ ਨਹੀਂ ਮਿਲਿਆ। ਦਰਗਾਹ ਵਾਲਾ ਕੰਮ ਨਹੀਂ ਕੀਤਾ ਉਹਨੇ ਆਪਣੀ ਡਿਊਟੀ ਨਹੀਂ ਕੀਤੀ ਹੈ, ਸੱਚ ਬੋਲਿਆ ਨਹੀਂ ਹੈ, ਨਾਮ ਦਾ ਵਿਖਿਆਨ ਨਹੀਂ ਕੀਤਾ। ਨਾਮ ਨੂੰ ਨਾਮ ਵਿਖਿਆਨ ਕਰਨਾ ਪੈਂਦਾ। ਕਬੀਰ ਕੀ ਕਹਿ ਰਿਹਾ? ਘੁੰਗਟ ਕੱਢੇ ਕੀ ਬੁੱਝਾ ਬੁੱਝਣਾ ਪੂਰੀ ਭਰੀ ਬਲਾਏ। ਮੇਰੇ ਘਰ ਬਲਾ ਪੈ ਗਈ, ਬਲਾ ਗਲ ਪੈ ਜਾਂਦੀ ਹੈ। ਜਿਹਨੂੰ ਸੱਚ ਦਾ ਪਤਾ ਲੱਗ ਜਾਂਦਾ ਉਹਨੂੰ ਬੋਲਣਾ ਹੀ ਪੈਂਦਾ। ਬੋਲੇ ਤਾਂ ਬੋਲੇ ਤਾਂ ਬਚਦਾ ਹੈ, ਨਾ ਬੋਲੇ ਤਾਂ ਮਰਦਾ। ਇਹ ਨਹੀਂ ਕਹਿ ਸਕਦੇ ਬੋਲੇ ਤਾਂ ਮਰਦਾ ਹੈ, ਨਾ ਬੋਲੇ ਤਾਂ ਮਰਦਾ। ਨਹੀਂ ਹੋ ਸਕਦੀ ਇਹ ਨਹੀਂ ਗੱਲ। ਬੋਲੇ ਤਾਂ ਮੌਤ ਤੋਂ ਬਚਦਾ ਹੈ, ਨਾ ਬੋਲੇ ਤਾਂ ਮਰਦਾ। ਜਿਨ੍ਹਾਂ ਨੂੰ ਤੱਤੀ ਤਵੀ ਤੇ ਬਿਠਾਲ ਕੇ ਸ਼ਹੀਦ ਕਰਦਾ ਉਹ ਮਰੇ ਨਹੀਂ ਹਨ, ਮਰ ਨਹੀਂ ਸਕਦੇ ਹੁੰਦੇ। ਦਿੱਲੀ ਚਾਂਦਨੀ ਚੌਕ ਜਿਹੜੇ ਸ਼ਹੀਦ ਕਰਦੇ ਉਹ ਮਰੇ ਨਹੀਂ ਹੈ। ਸਰੀਰ ਛੱਡ ਗਏ, ਉਹ ਹੁਣ ਵੀ ਜਿਉਂਦੇ ਨੇ, ਜਦ ਉਹ ਮਰਦੇ ਨਹੀਂ ਹੁੰਦੇ। ਮਰਦੇ ਉਹ ਨੇ ਜਿਹੜੇ ਘੁੰਗੜ ਕੱਢ ਲੈਂਦੇ ਨੇ, ਸੱਚ ਤੋਂ ਛੜਕ ਜਾਂਦੇ ਨੇ। ਸੱਚ ਕਦੇ ਮਰਦਾ, ਸੱਚ ਦਾ ਪੁਰਾਣਾ ਵੀ ਨਹੀਂ ਹੁੰਦਾ। ਮਰਨਾ ਦਾ ਮਾਰਨਾ, ਸੱਚ ਦਾ ਪੁਰਾਣਾ ਵੀ ਨਹੀਂ ਹੁੰਦਾ। ਚੀਜ਼ ਪੁਰਾਣੀ ਨਹੀਂ ਹੁੰਦੀ, ਉਹਨੇ ਮਰਨਾ ਕੀ? ਹਾਂ, ਘੁੰਗਟ ਕੱਢੇ ਕੀ ਇਹ ਬੜਾਈ, ਘੁੰਗਟ ਕੱਢੇ ਦੀ ਵਡਿਆਈ ਕੀ ਹੈ? ਦਿਨ 10 5 ਬਹੁ ਭਲੇ ਆਈ। ਜਦੋਂ ਦੀ ਜ਼ਿੰਦਗੀ ਉਹਦੀ ਲੋਕ ਵਡਿਆਈ ਕਰਦੇ ਵੀ ਬਈ ਉਹਨੇ ਕਿਸੇ ਨੂੰ ਦੂਏ ਨੂੰ ਨਹੀਂ ਕਿਹਾ ਵੀ ਆਹ ਕਿਉਂ ਕਰਦੇ ਹੋ, ਵੀ ਆਹ ਕਿਉਂ ਨਹੀਂ ਕਰਦੇ। ਇੰਨੀ ਵਡਿਆਈ ਕਰਦੀ ਸੰਸਾਰੀ ਵਡਿਆਈ। ਸੰਸਾਰੀ ਵਡਿਆਈ ਨਹੀਂ ਭੁੱਖ ਦੀ, ਇਹਦਾ ਮਤਲਬ ਉਹਨਾਂ ਨਸ਼ਾ ਸੀ। ਉਹ ਤਾਂ ਕਹਿਣ ਲੱਗੇ ਵੀ ਇਹਨੂੰ ਗਿਆਨ ਜ਼ਿਆਦਾ ਹੈ, ਸਾਡੇ ਖਿਲਾਫ ਕੁਝ ਕਹਿੰਦਾ ਨਹੀਂ, ਇਸ ਕਰਕੇ ਵਡਿਆਈ ਕਰਦੇ ਨੇ। ਦੂਜਿਆਂ ਨੂੰ ਨਹੀਂ ਕਹਿੰਦਾ ਵੀ ਗਾਹਾਂ ਵਧੋ, ਪਿੱਛੇ ਕਾਹਦੇ ਖੜੇ ਹੋ। ਨਹੀਂ ਕਹਿੰਦਾ ਸੱਚ ਦਾ ਗਿਆਨ ਜਿੰਨਾ ਉਹਦੇ ਕੋਲ ਨਹੀਂ ਦਿੰਦਾ ਤਾਂ ਅਪਰਾਧੀ ਹੈ ਉਹ। ਮਿਲਿਆ ਕਿਉਂ? ਨਾਮ ਉਹਨੂੰ ਦਿੱਤਾ ਕਿਉਂ? ਦੱਸਣ ਵਾਸਤੇ, ਵਰਤਾਉਣ ਵਾਸਤੇ। ਜੇ ਵਰਤਾਉਂਦਾ ਨਹੀਂ, ਜੇ ਰਲ ਮਿਲ ਕੇ ਖਾਂਦਾ, ਖਰਚਦਾ ਨਹੀਂ, ਖਾਵੋ ਖਰਚੋ ਰਲ ਮਿਲ ਭਾਈ। ਟੋਟਣਾ ਆਵੇ ਵੱਧ ਹੋ ਜਾਈ, ਪਰ ਜੇ ਨਾ ਕਰੇ ਤੇ ਬਦਲਣਾ ਨਹੀਂ, ਤੋੜ ਆ ਜਾਣੀ। ਜੇ ਰਲ ਮਿਲ ਕੇ ਖਾਵੇ, ਖਰਚੇ ਨਾ ਵਧਣਾ, ਆ ਟੋਟ ਆ ਜਾਣੀ। ਉਹਨਾਂ ਦੀ ਇਹੀ ਗੱਲ ਹੋਈ ਹੈ। ਉਹਨਾਂ ਨੂੰ ਬੁੱਲੇ ਨਾਲ ਵੀ ਇਹੀ ਗੱਲ ਹੋਈ ਹੈ। ਇੱਕ ਬੁੱਲਾ ਆਇਆ ਸੀ ਹਵਾ ਦਾ, ਪਿੱਛੇ ਹੀ ਮੁੜ ਗਿਆ, ਬਸ ਜਾਤੇ ਬਾਅਦ ਹਵਾ ਮਰ ਗਈ। ਬਾਅਦ ਚ ਇੱਕੋ ਹੀ ਬੁੱਲਾ ਆਇਆ ਸੀ ਮਾੜਾ ਜਿਹਾ, ਉਹ ਉੱਥੇ ਹੀ ਮਰ ਗਈ ਹਵਾ। ਬਸ ਜੰਮਦਾ ਹੀ ਅਜੇ ਜੰਮਿਆ ਵੀ ਨਹੀਂ ਸੀ, ਅੰਤਰੇ ਮਰ ਗਿਆ। ਇਹਨਾਂ ਨੂੰ ਲੱਗਦਾ ਉਹ ਬੁੱਲਾ, ਉਹ ਸਾਹਿਤਕਾਰਾਂ ਨੂੰ ਲੱਗਦਾ ਉਹ, ਇਹਨਾਂ ਨੂੰ ਕਿਹੜਾ ਸਾਹਿਤਕਾਰਾਂ ਨੂੰ ਗਿਆਨ ਹੈ ਸੱਚ ਦਾ। ਇਹਨਾਂ ਨੂੰ ਕੀ ਪਤਾ ਕੀ ਗੱਲ ਹੈ।
ਇਹਨਾਂ ਨੂੰ ਤਾਂ ਛੋਟੇ ਛੋਟੇ ਜਿਹੜੇ ਨੇ ਹੋਰ ਕਵੀ ਬਥੇਰੇ ਚੰਗੇ ਲੱਗਦੇ ਨੇ। ਉਹ ਜਿਹੜਾ ਕਹਿੰਦਾ ਰੱਬ ਇੱਕ ਗੁੰਝਲਦਾਰ ਬੁਝਾਰ, ਤਾਂ ਉਹਦਾ ਹੀ ਇਹਨਾਂ ਨੇ ਬਣਾਇਆ ਹੈ, ਉਹਦੇ ਗੁਣ ਗਾਈ ਜਾਂਦੇ। ਰੱਬ ਇੱਕ ਗੋਰਖ ਧੰਦਾ, ਉਹਦੇ ਵਾਸਤੇ ਤਾਂ ਰੱਬ ਗੋਰਖ ਧੰਦਾ। ਇੱਥੇ ਗੋਰਖ ਧੰਦਾ ਹੈ ਨਹੀਂ ਗੁਰਬਾਣੀ 'ਚ। ਗੁਰਬਾਣੀ ਕਹਿੰਦੀ ਗੋਰਖ ਧੰਦਾ ਹੈ ਨਹੀਂ, ਉਹ ਕਹਿੰਦਾ ਗੋਰਖ ਧੰਦਾ। ਪਰ ਉਹਦਾ ਕੀ ਗੁਣ ਗਾਉਣੇ ਨੇ? ਉਹ ਤਾਂ ਆਪਣੇ ਦੇ ਵਿੱਚ ਗਿਆਨ ਕੋਈ ਨਹੀਂ। ਉਹ ਤਾਂ ਆਪੇ ਗੋਰਖ ਧੰਦਾ ਬੰਨੀ ਬੈਠਾ ਤਾਂ। ਉਹ ਗੱਲ ਅਲੱਗ ਆ, ਉਹਨੇ ਖੋਜੀ। ਇਹ ਕਹਿੰਦਾ ਜੇ ਖੋਜੀ ਆ ਕਾਫਰ ਵੀ ਹੋਵੇ ਚੰਗਾ, ਪਰ ਉਹਨੇ ਆਪਣੀ ਖੋਜ ਕੀ ਕੀਤੀ? ਆਪ ਕੀ ਦੱਸਿਆ? ਕੁਝ ਵੀ ਨਹੀਂ। ਕਵੀਆਂ ਦਾ ਇਹ ਹਾਲ ਹੁੰਦਾ, ਇਹਨਾਂ ਦੇ ਜੋਗੇ ਹੁੰਦੇ ਨੇ ਕਵੀ। ਜਿਹੜੇ ਸਾਹਿਤਕਾਰ ਨੇ ਦੋ ਥੱਲੇ ਹੁੰਦੇ ਨੇ। ਜਿਹੜੇ ਇਹੋ ਜਿਹੇ ਕਵੀਆਂ ਦੇ ਚੇਲੇ ਨੇ ਉਹ ਆਪ ਕੀ ਹੋਣਗੇ? ਔਰ ਉਹ ਕਿਤਾਬਾਂ ਲਿਖਦੇ ਨੇ ਗੁਰਬਾਣੀ ਤੇ, ਉਹ ਗੁਰਬਾਣੀ ਤੇ ਚਰਚਾ ਕਰਦੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਊੜਾ ਹੈ ਉਹ 35 ਦੇ ਅੱਖਰਾਂ ਤੋਂ ਬਾਹਰ ਹੈ। 34 ਅੱਖਰ ਲਿਖਿਆ ਹੋਇਆ ਗੁਰਬਾਣੀ 'ਚ, ਗਿਆਨ 34 ਅੱਖਰ ਬਾਣੇ ਲਿਖੇ। 35ਵਾਂ ਊੜਾ ਕਿੱਥੇ ਗਿਆ? ਊੜਾ ਕਿੱਥੇ ਗਿਆ? ਇਹੀ ਬ੍ਰਹਮ ਵਿਦਿਆ ਦੀ ਗੱਲ ਹੈ, ਇਹੀ ਬ੍ਰਹਮ ਵਿਦਿਆ ਦੀ ਗੱਲ ਹੈ। ਊੜਾ 35 ਤੋਂ ਬਾਹਰ ਹੈ, ਕੱਲੇ ਨਾਲੇ ਓਂਕਾਰ ਬਣ ਜਾਂਦਾ। ਕੱਲੇ ਨੂੰ ਓਂਕਾਰ ਕਹਿੰਦੇ ਨੇ, ਇਹਨੂੰ ਕੱਲਾ ਹੀ ਸਭ ਕੁਛ ਹੈ। ਘੁੰਗੜ ਤੇਰੋ ਤੋ ਪਰ ਸਾਚੇ ਹਰ ਗੁਣ ਗਾਏ। ਘੁੰਗੜ ਤੇਰਾ ਚਾਹੀਦਾ ਸੀ, ਪਰ ਸੱਚੇ ਦੇ ਖਿਲਾਫ ਨਹੀਂ ਸੀ ਕੁਝ ਬੋਲਣਾ। ਸੱਚੇ 'ਚ ਨੁਕਸ ਨਹੀਂ ਸੀ ਕੱਢਣਾ, ਸੱਚ ਤੇ ਸ਼ੰਕਾ ਨਹੀਂ ਸੀ ਕਰਨੀ। ਉਧਰ ਨੂੰ ਸੀ ਝਾਕਣਾ, ਸੱਚ ਵੱਲ ਨੂੰ, ਸੰਸਾਰ ਵੱਲ ਨੂੰ ਝਾਕਣਾ ਸੀ ਵੀ ਲੋਕ ਕੀ ਕਰਦੇ ਨੇ, ਉਲਟੇ ਪਾਸੇ ਕਿਉਂ ਜਾਂਦੇ ਨੇ, ਸਿੱਧੇ ਪਾਸੇ ਕਿਉਂ ਨਹੀਂ ਜਾਂਦੇ। ਸੱਚੇ ਵੱਲ ਇਹਨਾਂ ਦਾ ਮੂੰਹ ਕਿੱਧਰ? ਸੱਚੇ ਵੱਲ। ਇਹ ਗੁਰਬਾਣੀ ਨੂੰ ਪੜ੍ਹਦੇ ਨੇ, ਗੁਰਬਾਣੀ ਤੋਂ ਨਹੀਂ ਪੜ੍ਹਦੇ। ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ ਕਾਹਦੇ ਨਾਲ ਪੜ੍ਹਦੇ ਨੇ? ਕਾਹਦੇ ਨਾਲ ਪੜ੍ਹਦੇ ਨੇ? ਬੁੱਧੀ ਕਿੱਥੋਂ ਲੈ ਕੇ ਆਉਂਦੀ ਹੈ ਪੜ੍ਹਨ ਵਾਲੀ? ਪੜ੍ਹਾਊ ਕੌਣ ਇਹਨਾਂ ਨੂੰ? ਗੁਰਬਾਣੀ। ਪੜ੍ਹਦੇ ਕਿਦੋਂ ਨੇ ਫਿਰ? ਜੇ ਪੜ੍ਹਦੇ ਨੇ ਆਪਣੀ ਅਕਲ ਨਾਲ ਪੜ੍ਹਦੇ, ਫਿਰ ਆਪਣੀ ਅਕਲ ਤੋਂ ਤਾਂ ਬਾਹਰ ਹੈ ਸਾਰੀ ਗੱਲ ਹੈ। ਆਪਣੀ ਅਕਲ ਤੋਂ ਤਾਂ ਪਰੇ ਹੈ। ਉਹ ਗੁਰਬਾਣੀ ਤੋਂ ਪੜ੍ਹਦੇ ਤਾਂ ਸਮਝ ਆ ਜਾਂਦੀ ਹੈ ਇਹਨਾਂ ਨੂੰ। ਪਰ ਇਹਨਾਂ ਨੂੰ ਆਦਤ ਪਈ ਹੋਈ ਹਰੇਕ ਚੀਜ਼ ਨੂੰ ਪੜ੍ਹਨ ਦੀ। ਇਹਨਾਂ ਨੂੰ ਸਿਖਾਇਆ ਆਹ ਪੜ੍ਹ ਲੈ ਵੀ ਤੂੰ ਆਹ ਪੜ੍ਹ ਲੈ। ਇਹ ਹਰ ਚੀਜ਼ ਪੜ੍ਹਨ ਦੀ ਆਦਤ ਹੈ ਇਹਨਾਂ ਨੂੰ। ਮਾਇਆ ਪੜ੍ਹੀ ਜਾ ਸਕਦੀ ਹੈ, ਮਾਇਆ ਜੜ ਹੈ। ਚੇਤਨ ਨੂੰ ਨਹੀਂ ਪੜ੍ਹ ਸਕਦੇ ਤੁਸੀਂ। ਔਰ ਆਪ ਦੇ ਉੱਚੇ ਨੂੰ ਨਹੀਂ ਹੋ ਕੇ ਮੈਂ ਪੜ੍ਹ ਲੂਗਾ। ਇਹ ਬੜੀ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ। ਜੇਵਲ ਆਪ ਤੇਵੜ ਆਪ ਨਾਨਕ ਨਦਰੀ ਕਰਮੀ ਦਾਤ। ਇਹ ਤਾਂ ਨਦਰੀ ਕਰਮੀ ਦਾਤ ਹੈ, ਉਹਦੀ ਕਿਰਪਾ ਹੋਵੇ। ਇਹ ਪੜ੍ਹ ਲੈਣਗੇ ਗੁਰਬਾਣੀ ਚੋਂ, ਲੱਭ ਲੈਣਗੇ ਕੁਝ। ਜਿਨ੍ਹਾਂ ਨੂੰ ਇੰਨੀ ਉਹ ਗੱਲ ਨਹੀਂ ਹੈ, ਹਾਲਤ ਹੀ ਇਸੇ ਗੱਲ ਦਾ ਨਹੀਂ ਪਤਾ ਲੱਗਿਆ, ਉਹਨਾਂ ਨੇ ਗੁਰਬਾਣੀ ਚੋਂ ਕੀ ਲੱਭ ਲੈਣ? ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਉਹਨਾਂ ਨੂੰ। ਇਹ ਤਾਂ ਜਪਜੀ ਸਾਹਿਬ 'ਚ ਲਿਖ ਦਿੱਤਾ ਸੀ, ਪਰ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੈ। ਜੇ ਤਾਂ ਗੁਰਬਾਣੀ ਤੋਂ ਪੜ੍ਹਦੇ ਫਿਰ ਤਾਂ ਸਮਝ ਆ ਜਾਂਦੀ ਕੀ ਲਿਖਿਆ ਹੈ। ਉਹ ਤਾਂ ਗੁਰਬਾਣੀ ਨੂੰ ਪੜ੍ਹਿਆ ਇਹਨਾਂ ਨੇ, ਪੜ੍ਹਿਆ ਪੜ੍ਹ ਕੇ ਗਾਣ ਲੱਗੇ। ਘੁੰਗੜ ਤੇਰੋ ਤੋ ਪਰ ਸਾਚੇ ਹਰ ਗੁਣ ਗਾਏ ਉਦੇ ਹਰ ਨੱਚੇ। ਬਸ ਸੱਚ ਜੋ ਕੁਝ ਕਰ ਰਿਹਾ ਉਹਦੇ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਆਪਾਂ ਨੇ। ਜਿਵੇਂ ਸੱਸ ਸਹੁਰੇ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ, ਉਧਰੋਂ ਘੁੰਗੜ ਕੱਢ ਕੇ ਰੱਖਣਾ। ਜਵਾਕਾਂ ਨੇ ਕਰਨਾ ਕਿੰਤੂ ਪ੍ਰੰਤੂ। ਕਿੰਤੂ ਪ੍ਰੰਤੂ ਜਵਾਕਾਂ ਨੇ ਤਾਂ ਕਰਨਾ, ਪਰ ਸੱਸ ਸਹੁਰੇ ਤੇ ਨਹੀਂ ਕਰਨਾ। ਪਰਮੇਸ਼ਰ ਦਾ ਨਹੀਂ ਕਰਨਾ, ਪਿਤਾ ਮਾਤਾ ਤੇ ਨਹੀਂ ਕਰੀਦਾ ਹੁੰਦਾ ਕਿੰਤੂ ਪ੍ਰੰਤੂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਹ ਤੇ ਨਹੀਂ ਕਿੰਤੂ ਪ੍ਰੰਤੂ ਕਰਨਾ। ਕਿੰਤੂ ਪ੍ਰੰਤੂ ਆਪਣੇ ਜਿਹੜੇ ਛੋਟੇ ਨੇ ਭਰਾ ਨੇ ਬਰਾਬਰ, ਇਹਨਾਂ ਤੇ ਕਰਨਾ। ਇਹਨਾਂ ਤੇ ਕਰ ਸਕਦੇ ਹਾਂ, ਆਪਣੇ ਵਰਗਿਆਂ ਤੇ ਕਰ ਸਕਦੇ।
ਉਹਨਾਂ ਨੂੰ ਕੋਈ ਦੱਸ ਵੀ ਸਕਦੇ ਆ, ਉਹਨਾਂ ਦੇ ਕੋਈ ਪੁੱਛ ਵੀ ਸਕਦੇ, ਉਹਨਾਂ ਦੇ ਕੋਈ ਪੁੱਛ ਵੀ ਸਕਦੇ ਆ, ਉਹਨਾਂ ਨੂੰ ਕੋਈ ਦੱਸ ਵੀ ਸਕਦੇ। ਜਦ ਲੋਕ ਦੁਨੀਆ ਰਹੀ ਹੈ ਨਾਨਕ ਕਛ ਸੁਣੀਏ ਕੁਝ ਗੱਲ ਦੁਨੀਆ ਦੀ ਕੀਤੀ ਹੈ, ਇੱਥੇ ਪਰਮੇਸ਼ਰ ਦੀ ਨਹੀਂ ਕੀਤੀ ਹੈ। ਸਾਚਾ ਦੁਨੀਆ ਦੇ ਪਰੇ ਹੈ। ਕਿਤੇ ਕੋਈ ਕਹਿ ਦੇ ਵੀ ਆਹ ਤਾਂ ਕਿਹਾ ਹੋਇਆ, ਜੋ ਇੰਨੇ ਕਿ ਅਕਲ ਇਹਨਾਂ ਨੂੰ ਕਹਿ ਦਿੰਦੇ ਹੁੰਦੇ ਨੇ ਆਹ ਕਿਹਾ ਤਾਂ ਹੋਇਆ, ਉਹ ਸਾਚੇ ਨੂੰ ਨਹੀਂ ਕਿਹਾ ਹੋਇਆ, ਦੁਨੀਆ ਨੂੰ ਕਿਹਾ ਹੋਇਆ ਹੈ। ਜਦ ਲੋਕ ਦੁਨੀਆ ਰਹੀ ਹੈ ਨਾਨਕ ਦੁਨੀਆ 'ਚ ਰਹੀਏ, ਉਹ ਸੁਣੀਏ ਕੁਝ ਕਹੀਏ। ਸੁਣਨਾ ਕੰਨਾਂ ਨਾਲ ਹੈ ਨਾ, ਕਹਿਣਾ ਮੂੰਹ ਨਾਲ ਹੈ। ਤੇ ਉਹਨੂੰ ਕੀ ਕਹਿਣਾ, ਸੱਚੇ ਨੂੰ ਕੀ ਕਹਿਣਾ? ਨਾ ਉਹ ਅੱਖਰਾਂ ਦੀਦਾ, ਨਾ ਉਹਦੀ ਗੱਲ ਕਰਨਾ ਨਾ ਸੁਣਦੀ, ਉਹ ਤਾਂ ਪਰੇ ਅੱਖਾਂ ਕਰਨਾ ਤੋਂ ਹੀ ਪਰੇ ਉਹ ਤਾਂ। ਹਾਂਜੀ, ਘੁੰਗਟ ਤੇਰੋ ਤੋ ਪਰ ਸਾਚੇ ਹਰ ਗੁਣ ਗਾਏ ਕੂਦੇ ਉਹਦੇ ਤਾਂ ਹਰ ਗੁਣ ਗਾ, ਉਹਦੇ ਤਾਂ ਗੁਣ ਗਾਇਨ ਕਰ ਸਾਚੇ ਦੇ। ਤਾਂ ਜੋ ਉਹ ਕਰ ਰਿਹਾ ਸੰਸਾਰ ਦੇ ਵਿੱਚ, ਉਹਨੂੰ ਦੇਖ ਕੇ ਹੀ ਬਸ ਉਹਦੇ ਗੁਣ ਗਾਈ ਜਾ। ਕਿਉਂ ਕਰ ਰਿਹਾ ਇਹ ਨਾ ਕਰ, ਆ ਕਿਉਂ ਕਰ ਰਿਹਾ, ਕਿਉਂ ਨਾ ਕਰ, ਕਿੰਤੂ ਪਰੰਤੂ ਨਹੀਂ ਕਰਨਾ। ਉਹ ਤੇ ਜੇ ਉਹਨਾਂ ਨੁਕਸਾਨ ਕਰਤਾ ਨਾ ਸਲਾਮੀ ਲਹਿਰਾਂ ਨਾਲ, ਫਿਰ ਵੀ ਕਿੰਤੂ ਉਹ ਕਹਿੰਦੇ ਇਹ ਵੀ ਠੀਕ ਹੈ, ਜੋ ਹੁੰਦਾ ਭਲੇ ਵਾਸਤੇ ਹੀ ਕੀਤਾ। ਜੇ ਵੀ ਨਹੀਂ ਪਾਇਆ ਤਾਂ ਵੀ ਠੀਕ ਹੈ, ਜੇ ਹੜ ਲਿਆਤੇ ਤਾਂ ਵੀ ਠੀਕ ਹੈ, ਜੇ ਵੇਚਦਾ ਪਾਇਆ ਤਾਂ ਵੀ ਠੀਕ ਹੈ, ਜੇ ਲੋੜ ਅਨੁਸਾਰ ਪਾਇਆ ਫਿਰ ਵੀ ਠੀਕ ਹੈ, ਲੋੜ ਤੋਂ ਵੱਧ ਪਾਤਾ ਫਿਰ ਵੀ ਠੀਕ ਹੈ, ਜੇ ਨਹੀਂ ਪਾਇਆ ਫਿਰ ਵੀ ਠੀਕ ਹੈ। ਉਹਨੇ ਠੀਕ ਹੈ ਕੀਤਾ, ਸਾਨੂੰ ਸਮਝ ਨਹੀਂ। ਉਹਦੇ ਵਾਸਤੇ ਤਾਂ ਇਹੀ ਘੁੰਗਟ ਹੈ, ਉਹਦਾ ਤਾਂ ਪਾਣਾ ਮਿੱਠਾ ਕਰਕੇ ਹੀ ਬਣਾਉਣਾ, ਸਾਨੂੰ ਸਮਝ ਨਹੀਂ ਹੈ ਉਹਦੇ ਪਾਣੇ। ਆ ਜਿਹੜੇ ਦੂਏ ਨੇ ਮਨ ਭਾਉਂਦੇ ਹੋ, ਇਹਨਾਂ ਤੇ ਨਹੀਂ, ਇਹਨਾਂ ਦੀ ਪਰਵਾਹ ਨਹੀਂ ਕਰਦੀ। ਪਖੰਡਵਾਦ ਨੂੰ ਨਹੀਂ ਦੇਖ ਕੇ ਲੰਘ ਜਾਣਾ ਵੀ ਆਪਾਂ ਨੇ ਕੀ ਲੈਣਾ। ਆਪਾਂ ਕੁਤਵਾਲ ਕਹਿ ਦੂਗਾ ਵੀ ਡਾਕਾ ਪੈਂਦਾ ਹੋਵੇ, ਕੁਤਵਾਲ ਹੋਵੇ ਲਾਉਂਦੇ ਕੋਲ ਦੀ, ਮੈਂ ਕੀ ਲੈਣਾ, ਤਰਗਾਗਾ ਦੀ ਲੈਣਾ ਤੂੰ। ਤੈਨੂੰ ਕੁਤਵਾਲੀ ਕਾਹਦੀ, ਥਾਣੇਦਾਰੀ ਕਾਹਦੀ ਦਿੱਤੀ ਹੈ? ਥਾਣੇਦਾਰ ਹੋਵੇ, ਕੋਈ ਦੁਕਾਨ ਤੇ ਵੀ ਡਾਕਾ ਮਾਰਦਾ ਹੋਵੇ, ਉਹ ਲੰਘਿਆ ਜਾਂਦਾ ਹੋਵੇ ਬਾਜ਼ਾਰ 'ਚ ਸਿਪਾਹੀਆਂ ਨੂੰ ਲਈ, ਜਾਂ ਇਕੱਲਾ ਵੀ, ਤੇ ਚੁੱਪ ਕਰਕੇ ਨਾ ਜੂਗਾ ਮੈਂ ਕੀ ਲੈਣਾ। ਤੇਰੀ ਡਿਊਟੀ ਹੈ, ਤੈਂ ਕੀ ਲੈਣਾ? ਤੇਰੀ ਮਿਲੀ ਭੁਗਤ ਹੈ ਡਕੈਤਾਂ ਨਾਲ, ਉਹ ਤੇ ਕੇਸ ਬਣੂਗਾ, ਹੋਰ ਕਿਸੇ ਤੇ ਨਹੀਂ ਬਣਦਾ, ਉਹਦੇ ਤੇ ਜ਼ਰੂਰ ਬਣੂਗਾ। ਸਿਵਲ ਦੇ ਆਦਮੀ ਤੇ ਨਹੀਂ ਬਣੂਗਾ। ਕਹਿੰਦੇ ਜੀ ਅਸੀਂ ਕੀ ਕਰਦੇ, ਉੱਥੇ ਗੋਲੀ ਚੱਲਦੀ ਅਸੀਂ ਭੱਜ ਗਏ। ਥਾਣੇਦਾਰ ਨਹੀਂ ਕਹਿ ਸਕਦਾ ਮੈਂ ਭੱਜ ਗਿਆ, ਉਹ ਨਹੀਂ ਕਹਿ ਸਕਦਾ। ਇਸ ਕਰਕੇ ਜਿਹੜਾ ਭਗਤ ਆ ਉਹ ਨਹੀਂ ਕਹਿ ਸਕਦਾ, ਗੁਰਮੁਖ ਨਹੀਂ ਕਹਿ ਸਕਦਾ ਮੈਂ ਕੀ ਲੈਣਾ। ਭੁੱਲ ਜਾ, ਮੈਂ ਜੇ ਕਹੂੰਗਾ ਮੈਂ ਕੀ ਲੈਣਾ। ਵੀਰ ਕਹਿੰਦੇ ਦੂਤਾਂ ਨਾਨੋ ਸੰਤਾਂ ਮਾਨੋ, ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ ਕੁਤਵਾਲੀ ਹੈ ਮੈਨੂੰ ਮਿਲੀ ਹੋਈ ਦਰਗਾਹ ਦੀ ਤਰਫ ਤੇ। ਮੈਂ ਨਹੀਂ ਕਹਿ ਸਕਦਾ ਅਪਰਾਧੀਆਂ ਨੂੰ ਵੀ ਮੈਂ ਕੀ ਲੈਣਾ। ਇਹਨਾਂ ਨੂੰ ਕੀ ਪਤਾ ਇਸ ਗੱਲ ਦਾ ਵੀ ਕੀ ਗੱਲ ਹੈ ਕੁਰਬਾਨੀ। ਉਹ ਜਿਹੀ ਡਿਊਟੀ ਮਿਲੀ ਹੋਵੇ ਤਾਂ ਹੈ, ਕਿਸੇ ਨੂੰ ਮਿਲੀ ਹੋਵੇ ਡਿਊਟੀ, ਉਹਨੂੰ ਪਤਾ, ਜਿਹਨੂੰ ਪਤਾ ਹੀ ਨਹੀਂ ਇਹ ਗੱਲ ਕੀ ਹੈ। ਇਸ ਕਰਕੇ ਇੱਥੇ ਲਿਹਾਜ਼ ਨਹੀਂ ਰੱਖਿਆ ਹੋਇਆ। ਇੱਥੇ ਸ੍ਰੀ ਚੰਦ ਦਾ ਕੋਈ ਲਿਹਾਜ਼ ਨਹੀਂ ਹੈ, ਇੱਥੇ ਰਾਮ ਰਾਏ ਦਾ ਕੋਈ ਲਿਹਾਜ਼ ਨਹੀਂ ਹੈ, ਇੱਥੇ ਤੀਨਮਲ ਦਾ ਕੋਈ ਲਿਹਾਜ਼ ਨਹੀਂ ਹੈ, ਇੱਥੇ ਨਹੀਂ ਕੋਈ ਲਿਹਾਜ਼ ਹੈ ਕਿਸੇ। ਚਾਹੇ ਬਗਾਨਾ ਹੋਵੇ ਚਾਹੇ ਕਰਦਾ ਹੋ, ਕਰਦਾ ਕੋਈ ਹੈ ਨਹੀਂ, ਸਾਰੇ ਹੀ ਕਰਦੇ ਨੇ, ਸਾਰੇ ਹੀ ਬਗਾਨੇ ਨੇ, ਸਾਰੇ ਹੀ ਕਰਦੇ ਨੇ, ਸਾਰੇ ਹੀ ਬਗਾਨੇ ਨੇ। ਕਰਦਾ ਹੈ ਕੌਣ ਨਹੀਂ, ਤੇ ਕੋਈ ਲਿਹਾਜ਼ ਨਹੀਂ। ਇਹ ਗੱਲ ਸਿੱਖਾਂ ਨੇ ਬਜ਼ਾਰਤੀ। ਉਹ ਜਿਹੜਾ ਥੱਪੜ ਮਾਰਨ ਦੀ ਕਹਾਣੀ ਹੈ ਨਾ, ਗਲਤ ਪੜਦਾ ਥੱਪੜ ਮਾਰਿਆ ਸੀ, ਉਹ ਛੱਡਤੀ। ਸਟੇਜ ਤੇ ਥੱਪੜ ਮਾਰਨਾ ਚਾਹੀਦਾ ਜਿਹੜਾ ਗਲਤ ਕੁਛ ਕਹਿ ਰਿਹਾ, ਗੁਰਮਤ ਤੇ ਠੀਕ ਨਹੀਂ ਬੋਲ ਰਿਹਾ, ਸਟੇਜ ਤੇ ਫੜ ਕੇ ਉਹਦੇ 4 ਮਾਰੇ ਥੱਪੜ। ਕਿਆ ਦੱਸ ਗਲਤ ਕਿਉਂ ਕਹਿ ਰਿਹਾ? ਜਿੱਦਣ ਇਹ ਕਰਨ ਤੇ ਹਟ ਜਾਣਗੇ ਪ੍ਰਚਾਰ ਆਪੇ ਠੀਕ ਹੋ ਜੂਗਾ। ਕਮ ਸੇ ਕਮ ਗਲਤ ਪ੍ਰਚਾਰ ਤਾਂ ਬੰਦ ਹੋ ਜੂਗਾ ਨਾ। ਇਹ ਕੋਈ ਕਹਿੰਦਾ ਨਹੀਂ, ਪਿੱਛੋਂ ਕੋਈ ਪੁੱਛਦਾ ਨਹੀਂ, ਕੋਈ ਟੋਕਦਾ ਨਹੀਂ। ਆਹ ਸਾਰਾ ਹੀ ਸਾਡੀ ਅੜਦੀ, ਸਾਰੀ ਅੜਜਣ ਦਾ ਕਾਰਨ ਇਹ। ਕੋਈ ਕਹਿੰਦਾ ਹੀ ਨਹੀਂ ਕਿਸੇ ਨੂੰ।
ਕਹਿੰਦੇ ਯਾਰ ਆਪਾਂ ਨੇ ਕੀ ਲੈਣਾ। ਇਹ ਸ਼ਬਦ ਤਾਂ ਰੱਖਿਆ ਸੀ, ਇਹ ਸ਼ਬਦ ਤਾਂ ਰੱਖਿਆ ਸੀ ਐਂ ਕਰਨਾ ਹੈ ਤੁਸੀਂ। ਸਿੱਖਾਂ ਦੀ ਪਾਬੰਦੀ ਸੀ, ਸਿੱਖ ਇਸ ਗੱਲ ਦੇ ਪਾਬੰਦ, ਹਰ ਗੱਲ ਬਾਣੀ ਜੋ ਲਿਖੀ ਹੈ ਸਿੱਖ ਉਹਦਾ ਪਾਬੰਦ ਹੈ। ਜੇ ਪਾਬੰਦ ਨਹੀਂ ਤਾਂ ਉਹ ਸਿੱਖ ਨਹੀਂ। ਸ਼੍ਰੋਮਣੀ ਕਮੇਟੀ ਇਹਦੀ ਪਾਬੰਦ ਸੀ, ਧਰਮ ਪ੍ਰਚਾਰ ਕਮੇਟੀ ਇਹਦੀ ਪਾਬੰਦ ਸੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹਦਾ ਪਾਬੰਦ ਹੈ। ਜੋ ਨਹੀਂ ਡਿਊਟੀ ਕਰਦੇ ਉਹ ਕੁਤਾਹੀ ਕਰਦੇ ਨੇ ਆਪਣੀ ਡਿਊਟੀ ਤੇ। ਦਰਗਾਹ 'ਚ ਜਵਾਬ ਦੇ, ਦਰਗਾਹ ਦੇ ਦੇਣਦਾਰ ਨੇ, ਫਿਰ ਦਰਗਾਹ ਦੇ ਦੇਣਦਾਰ ਨੇ, ਗੁਰੂ ਦੇ ਦੇਣਦਾਰ ਨੇ। ਗੁਰੂ ਦੀ ਗੋਲਕ 'ਚੋਂ ਪੈਸੇ ਲੈਂਦੇ ਨੇ, ਤਨਖਾਹ ਲੈਂਦੇ ਨੇ, ਗੁਰੂ ਦੀ ਗੋਲਕ 'ਚੋਂ ਖਰਚ ਕਰਦੇ ਨੇ, ਡਿਊਟੀ ਨਹੀਂ ਕਰਦੇ, ਦੇਣਦਾਰ ਨੇ। ਕਹਿਤ ਕਬੀਰ ਬਹੁ ਤਪ ਜੀਤੇ, ਹਰ ਗੁਣ ਗਾਵਤ ਜਨਮ ਬਤੀਤੇ। ਕਹਿਤ ਕਬੀਰ ਬਹੁ ਤਪ ਜੀਤੇ, ਗੁਰਮੁਖੀ ਤਾਂ ਜਿੱਤੂਗੀ। ਇਹ ਹਰ ਗੁਣ ਗਾਵਤ ਜਨਮ ਬਤੀਤੇ, ਸਾਰਾ ਜਨਮ ਬਤੀਤ ਹੋਵੇ ਹਰ ਗੁਣ ਗਾਉਣ। ਆਦਮੀ ਦੀ ਵਡਿਆਈ ਨਹੀਂ ਕਰਨੀ ਕਿਸੇ ਦੀ, ਕੋਈ ਹੋਵੇ। ਭਗਤ ਦੀ ਵਡਿਆਈ ਕੀ ਕਰਨੀ ਹੈ? ਭਗਤ ਦੀ ਕੀ ਵਡਿਆਈ ਕਰਾਂਗੇ? ਜਿਹਦੀ ਭਗਤ ਵਡਿਆਈ ਕਰਦਾ ਉਹਦੀ ਵਡਿਆਈ ਕਰੋ, ਭਗਤ ਦੀ ਨਾ ਕਰੋ। ਅਸੀਂ ਭਗਤ ਨਾਲ ਜੁੜ ਕੇ, ਜਿਹਦੇ ਨਾਲ ਭਗਤਾਂ, ਜਿਹਦੇ ਨਾਲ ਜੋੜਿਆ ਸੀ ਸਾਨੂੰ, ਉਹ ਛੱਡ ਦਿੱਤਾ। ਜਿਹੜਾ ਜੋੜਨ ਵਾਲਾ ਤਾਂ ਉਹਦੇ ਨਾਲ ਜੁੜ ਗਏ। ਇਸੇ ਤੇ ਤਾਂ ਖਿਲਾਫ ਹੈ, ਇਸ ਗੱਲ ਤੇ ਤਾਂ ਖਿਲਾਫ ਹੈ ਗੁਰਬਾਣੀ, ਇਸ ਗੱਲ ਤੇ ਹੀ ਖਿਲਾਫ ਹੈ ਗੁਰਬਾਣੀ। ਇਹ ਗੱਲ ਤਾਂ ਦੂਜੀਆਂ ਮੱਤਾਂ ਕਰ ਰਹੀਆਂ ਨੇ, ਆਪਣੇ ਨਾਲ ਜੋੜ ਰਹੇ ਨੇ। ਸਾਨੂੰ ਗੁਰਬਾਣੀ ਦਾ ਉਪਦੇਸ਼, ਜਿਨ੍ਹਾਂ ਨੇ ਉਪਦੇਸ਼, ਜਿਨ੍ਹਾਂ ਦੇ ਥਰੂ ਉਪਦੇਸ਼ ਆਇਆ, ਉਹਨਾਂ ਦਾ ਸਟ੍ਰਿਕਟ ਆਰਡਰ ਹੈ ਕਿ ਸਾਡੇ ਨਾਲ ਨਹੀਂ ਤੁਸੀਂ ਜੁੜਨਾ। ਜਿਹਦੇ ਨਾਲ ਅਸੀਂ ਕਹਿ ਰਹੇ ਹਾਂ ਉਹਦੇ ਨਾਲ ਜੁੜੋ। ਅਸੀਂ ਇਹ ਗੱਲੇ ਨਹੀਂ ਮੰਨੀ, ਬਾਵਜੂਦ ਕਹਿਣ ਦੇ ਇਹ ਨਹੀਂ ਮੰਨਦੇ। ਵਿਅਕਤੀ ਪੂਜਕ ਹੋ ਚੁੱਕੇ। ਅਰਦਾਸ ਵਾਹਿਗੁਰੂ ਛੱਡਤਾ, ਵਿਅਕਤੀ ਨੂੰ ਗੁਰੂ ਬਣਾ ਲਿਆ ਸੀ। ਵਿਅਕਤੀ ਨੂੰ ਗੁਰੂ ਬਣਾ ਲਿਆ, ਮੰਨ ਲਿਆ। ਵਿਅਕਤੀ ਗੁਰੂ ਹੋਣਾ ਹਿੰਦੂ ਮਤ ਹੈ। ਹਿੰਦੂ ਮਤ ਵਿੱਚ ਵਿਅਕਤੀ ਨੂੰ ਗੁਰੂ ਬਣਾਇਆ ਸੀ। ਦਸਮ ਪਾਤਸ਼ਾਹ ਨੇ ਰੱਦ ਕੀਤਾ ਸੀ, ਗੁਰੂ ਨਾਨਕ ਦੇਵ ਨੇ ਰੱਦ ਕੀਤਾ ਸੀ। ਉਹਨਾਂ ਨੇ ਕਿਹਾ ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝਿਓ, ਸਮਝਿਓ ਹਮਾਰਾ। ਇਹੀ ਸਮਝਿਓ ਗੁਰੂ ਆਪਣਾ। ਖਾਲਸੇ ਨੂੰ ਕਿਹਾ ਸੀ, ਦੂਜੇ ਨੂੰ ਨਾ ਸਮਝ ਲਿਓ ਕਿਤੇ, ਪਰ ਅਸੀਂ ਉਹਨੂੰ ਸਮਝ ਲਿਆ ਜਿਹੜਾ ਕਹਿ ਰਿਹਾ। ਜਿਹੜਾ ਕਹਿ ਰਿਹਾ ਸੀ ਉਸੇ ਨੂੰ ਮੰਨ ਲਿਆ ਵੀ ਤੂੰ ਹੀ, ਉਹਦਾ ਹੁਕਮ ਨਹੀਂ ਮੰਨਿਆ। ਕਹਿੰਦਾ ਲੈ ਤੈਨੂੰ ਇਹ ਬਣਾ ਦਿੰਦੇ ਗੁਰੂ, ਤੂੰ ਦੱਸ ਕੀ ਕਰੇਗਾ ਕੰਮ। ਉਹਨੂੰ ਇਹ ਬਣਾ ਕੇ ਰੱਖ। ਇਸੇ ਗੱਲ ਦਾ ਰੌਲਾ ਪਿਆ ਹੈ। ਰੌਲਾ ਕੀ ਦਾ? ਉਸੇ ਤੇ ਕਹਾਂ ਗੁਰਿਆਈ ਦਵਾਤੀ। ਇੱਥੋਂ ਰੌਲਾ ਸ਼ੁਰੂ ਹੋਇਆ। ਪਹਿਲਾਂ ਤਾਂ ਉਹਨੂੰ ਗੁਰੂ ਮੰਨਿਆ, ਫਿਰ ਉਦੋਂ ਕਹਾਂ ਗੁਰਿਆਈ ਦਵਾਤੀ, ਫਿਰ ਉਹਦੀ ਪੂਜਾ ਸ਼ੁਰੂ ਕਰਤੀ। ਸਾਰਾ ਹਿੰਦੂ ਮਤ ਬਣ ਗਿਆ। ਵਿਅਕਤੀ ਸਾਰੀ ਮੂਰਤੀ ਪੂਜਾ ਬਣ ਗਈ। ਐਸੀ ਚੋਰ ਮੋਰੀ ਕੱਢੀ, ਸਾਰਾ ਬਦਲ ਕੇ ਰੱਖ। ਝੂਠੀ ਕਹਾਣੀ ਕੱਢ ਲਈ, ਝੂਠ ਕਹਾਣੀ ਕੱਢ ਲਈ, ਸਾਖੀ ਕੱਢ ਲਈ। ਉਹ ਝੂਠ ਦੇ ਸਿਰ ਤੇ ਸਾਰਾ ਕੁਝ ਬਦਲ ਕੇ ਰੱਖ। ਹਾਂ, ਦੁਕਾਨਦਾਰੀ ਵਧੀਆ ਚੱਲ ਗਈ। ਆਮ ਲੋਕ ਆਉਣ ਲੱਗ ਗਏ। ਆਮ ਲੋਕ ਨਹੀਂ ਸੀ ਆਉਂਦੇ ਗੁਰਦੁਆਰੇ। ਗੁਰਦੁਆਰਾ ਦਾ ਸਿੱਖਾਂ ਥੋੜਿਆਂ ਦਾ ਸੰਬੰਧ ਸੀ। ਭੀੜਾਂ ਹੋਣ ਲੱਗ ਗਿਆ, ਚੜਾਵਾ ਚੜ੍ਹਨ ਲੱਗ ਗਿਆ। ਇਹ ਜ਼ਰੂਰ ਲਾਭ ਹੋਇਆ। ਸਿੱਖੀ ਖਤਮ ਕਰ, ਸਿੱਖਿਆ ਗੁਰੂ ਦੀ ਖਤਮ ਕਰਤੀ। ਪਬਲਿਕ ਆਉਣ ਲੱਗ ਗਈ। ਸਿੱਖੀ ਤੋਂ ਜਿਹਨਾਂ ਨੂੰ ਅਲਰਜੀ ਸੀ ਉਹ ਵੀ ਆਉਣ ਲੱਗ ਗਏ। ਸਨਾਤਨੀ ਸਿੱਖ ਕੌਣ ਸੀ? ਉਹ ਸਨਾਤਨ ਧਰਮ ਵਾਲੇ ਸਿੱਖ ਤਾਂ ਬਣੇ। ਸਿੱਖੀ ਨੂੰ ਸਨਾਤਨ ਦੀ ਪਾਣ ਚੜ੍ਹਤੀ, ਪਿਉਂਦ ਚੜ੍ਹਤੀ। ਸਨਾਤਨ ਧਰਮ ਦੀ ਪਿਉਂਦ ਸਿੱਖੀ ਨੂੰ ਚੜ੍ਹਤੀ। ਸਨਾਤਨੀ ਸਿੱਖ ਸਹਿਮਤ ਹੋ, ਪਿਉਂਦ ਜੋ ਚੜ੍ਹਤੀ। ਥੱਲੇ ਤੇ ਜੜ ਸਿੱਖੀ ਵਾਲੀ ਹੈ, ਉੱਪਰੋਂ ਅਰਥ ਕੀ ਨੇ? ਜਿਹੜੀ ਉੱਪਰਲੀ ਟਾਹਣੀ ਹੁੰਦੀ ਹੈ ਪਿਉਂਦ ਵਾਲੀ, ਫਲ ਉਹੀ ਲੱਗਦਾ ਹੁੰਦਾ। ਜੜ ਚਾਹੇ ਕੋਈ ਹੋਵੇ, ਜਿਹੜੀ ਟਾਹਣੀ ਉੱਤੇ ਲਾਵਾਂਗੇ ਨਾ ਪਿਉਂਦ ਨੂੰ, ਫਲ ਉਹ ਲੱਗਣਾ। ਸਨਾਤਨੀ ਫਲ ਲੈਣ ਸਾਰੇ ਉਹੀ ਅਰਦਾਸ ਹੈ। ਥੱਲੇ ਜੜ ਗੁਰਬਾਣੀ ਹੈ,
ਉਤੋਂ ਅਰਥ ਸ਼ਾਖ ਕਿਹੜੀ ਹੈ? ਜਿਹੜੀ ਪਿਓਦ ਹੈ, ਸਨਾਤਨ ਮਤ ਦੀ ਪਿਓਦ ਜਿਹੜੀ ਹੋਈ ਹੈ ਇਹਨੂੰ, ਉਹਦੇ ਵਾਲੇ ਅਰਥ ਨੇ। ਗੁਰੂ ਬਣਾ ਲਿਆ, ਵਿਅਕਤੀ ਪੂਜਾ, ਮੂਰਤੀ ਪੂਜਾ ਦੀ ਜਗ੍ਹਾ ਪੂਜਾ, ਜੋ ਗੁਰਬਾਣੀ ਕਹਿੰਦੀ ਉਹ ਛੱਡੇ ਦਿੱਤਾ। ਸਭ ਕੁਛ ਇਹ ਹੋਇਆ ਹੈ। ਉੱਥੋਂ ਹੀ ਸਟਾਰਟ ਹੋਊ ਜਿੱਥੋਂ ਪਹਿਲਾਂ ਕੀਤਾ ਸੀ, ਉੱਥੋਂ ਹੀ ਸਟਾਰਟ ਹੋਊ ਜਿੱਥੋਂ ਭਗਤਾਂ ਨੇ ਕੀਤਾ ਸੀ। ਜਿੱਥੋਂ ਲਕੀਰ ਫਿੱਗੀ ਹੋਈ ਆ ਨਾ, ਉੱਥੇ ਹੀ ਜਾ ਕੇ ਉੱਥੇ ਹੀ ਸਿੱਧੀ ਕਰਨੀ ਪਊ, ਇੱਧਰਲੀ ਲਾਈਨ ਸਾਰੀ ਕੱਟਣੀ ਪਊ। ਲਾਈਨ ਆ ਜਾਂ ਦੂਈ ਆ ਗਈ, ਇਹ ਲਾਈਨ ਛੱਡਣੀ ਪਊ। ਕਹਿਤ ਕਬੀਰ ਬਹੁ ਦਬ ਜੀਤੇ, ਹਰ ਗੁਣ ਗਾਵਤ ਜਨਮ ਬਤੀਤੇ। ਇਹ ਸਿੱਖੀ ਦੀ ਬਾਜੀ ਤਾਂ ਜਿੱਤੀ ਜਾ ਸਕਦੀ ਹੈ ਜੇ ਹਰ ਗੁਣ ਗਾਉਂਦੇ ਦਾ ਹੀ ਜਨਮ ਬਤੀਤੇ। ਗੁਰਬਾਣੀ ਜੋ ਕਹਿੰਦੀ ਹੈ ਉਹੀ ਕਹੇ। ਚਿਚਕੇ ਨਾ ਹੋ, ਕਹਿਣ ਤੇ ਚਿਚਕੇ ਨਾ। ਜੇ ਚਿਚਕੂਗਾ ਫਿਰ ਗਿਆ, ਅਰਥ ਤੋੜੂ ਮਰੋੜੂਗਾ, ਕਿਸੇ ਦੀ ਲਿਹਾਜ਼ ਰੱਖੂਗਾ ਜਾਂ ਡਰ ਪੈ ਮੰਨੂਗਾ, ਫਿਰ ਗਿਆ। ਫਿਰ ਕੀ ਹੋ ਗਿਆ? ਫਿਰ ਉਹ ਖਲਮ ਕੋਲ ਨਹੀਂ ਪਹੁੰਚਦਾ, ਕਿਉਂਕਿ ਕੌਣ ਨੇ ਠੁੰਬ ਮਾਰਦੀ ਵਿੱਚ, ਜੋ ਵਿੱਚ ਨਾ ਖਾਵੇ। ਪੱਕੇ ਫਲ ਦੇ ਵਿੱਚ ਕੌਣ ਠੁੰਬ ਮਾਰਦੇ, ਬਾਗ ਦੇ ਮਾਲਕ ਕੋਲ ਨਹੀਂ ਲੈ ਕੇ ਜਾਂਦਾ ਹੁੰਦਾ। ਮਾਲੀ ਉਹੀ ਫਲ ਲੈ ਕੇ ਜਾਂਦਾ ਜਿਹੜਾ ਸਹੀ ਸਲਾਮਤ ਹੋਵੇ। ਜੇ ਕੌਮ ਵਿੱਚ ਠੁੰਬ ਮਾਰ ਦੇਵੇ, ਉਹ ਮਾਲਕ ਨੂੰ ਲੈ ਕੇ ਜਾਊਗਾ ਆਪਦਾ ਫੜੋ, ਬੇਦਾਗ ਜਾਊਗਾ ਉੱਥੇ। ਉਹਨੂੰ ਮਾਲੀ ਆਪ ਖਾ ਲਵੇ, ਕੋਈ ਹੋਰ ਖਾ ਲਵੇ, ਬਾਜ਼ਾਰ 'ਚ ਵੇਚ ਦੇਵੇ, ਸਸਤਾ ਵੇਚ ਦੇਵੇ, ਉਹ ਬਾਜ਼ਾਰੀ ਹੋ ਜਾਂਦਾ। ਫਿਰ ਮਾਲਕ ਨੂੰ ਨਹੀਂ ਜਾ ਸਕਦਾ ਉਹ। ਬਾਗ ਦੇ ਮਾਲਕ ਉਹ ਕਿਵੇਂ ਚਲਾ ਜਾਊਗਾ? ਕੌਣ ਦੀ ਠੁੰਬ ਮਾਰੀ ਹੋਈ? ਇਹ ਜਿਹੜਾ ਮਾਨਾ ਕੌਣ, ਜੇ ਪੱਕੇ ਫਲ 'ਚ ਵੀ ਠੁੰਬ ਮਾਰ ਦੇਵੇ ਨਾ, ਇਹ ਠੁੰਬ ਵਾਲੀ ਇਹੀ ਗੱਲ ਕਹਿ ਰਿਹਾ ਉਹ। ਚਾਹੇ ਪਹੁੰਚੇ ਖਸਮ ਕੇ, ਜੋ ਬੀਚ ਨਾ ਖਾਵੇ ਕਾਮ। ਜੇ ਕਹਿੰਦਾ ਕੌਣ ਵਿੱਚੋਂ ਖਾ ਜਵੇ ਨਾ, ਮਨ ਠੁੰਬ ਨਾ ਮਾਰ ਦੇਵੇ, ਉਹ ਮਾਨੂ ਆ ਗਿਆ। ਕਾਕਾ ਕਰਕੇ ਢੋਲਿਆ ਸਗਲਾ, ਉਹ ਵੀ ਇਹੀ ਕਹਿ ਰਿਹਾ। ਕੌਣ ਕਹਿ ਰਿਹਾ? ਫਰੀਦ ਕੀ ਕਹਿ ਰਿਹਾ? ਕਾਕਾ ਕਰਕੇ ਢੋਲਿਆ, ਕਹਿੰਦਾ ਜਿਹੜਾ ਮਨ ਕੌਣ ਹੈ, ਇਹਨੇ ਸਾਰਾ ਮੇਰਾ ਸਰੀਰ ਢੋਲਿਆ ਵੀ ਇਹ ਚ ਲੱਭਦਾ ਮੈਂ ਪਰਮੇਸ਼ਰ ਨੂੰ। ਉਹ ਸਰੀਰ ਤਾਂ ਤੂੰ ਆਪੇ ਹੈ, ਸਰੀਰ ਤਾਂ ਆਪੇ ਕੌਣ ਹੈ? ਟੋੜਦਾ ਕਿਸੇ ਹੋਰ ਨੂੰ ਸਰੀਰ ਚੋਂ, ਬਸਦਾ ਤੂੰ ਹੈ, ਟੋੜਦਾ ਕਿਸੇ ਹੋਰ ਨੂੰ। ਕਾਕਾ ਕਰਕੇ ਢੋਲਿਆ, ਸਗਲਾ ਖਾਇਆ ਮਾਸ। ਉਹ ਜਿਹੜਾ ਮਾਸ ਸੀ ਨਾ ਜਵਾਨੀ 'ਚ ਚੜਿਆ ਹੋਇਆ, ਸਾਰਾ ਹੀ ਬੁਢਾਪਾ ਆ ਗਿਆ, ਖਾ ਗਿਆ। ਸਗਲਾ ਖਾਇਆ ਮਾਸ। ਇਹ ਦੂਈ ਨਾਣਾ ਮਤ ਛੂਆ, ਜਿਹੜੀ ਦੂਸਰੀ ਅੱਖ ਆ ਗਈ ਨਾ ਮੈਨੂੰ, ਦੂਸਰੀ ਬੁੱਧੀ, ਇਹ ਜਿਹੜਾ ਤੂੰ ਡੁੱਬ ਮਾਰਦੀ ਹੁਣ। ਜੇ ਤੇਰਾ ਦਖਲ ਆ ਗਿਆ ਨਾ ਬੰਦਾ ਵਿੱਚ ਨਾ ਖਾਵੇ ਕਾਮ, ਤੇ ਦੂਈ ਨਾਣਾ ਮਤ ਛੂਏ, ਫਿਰ ਦੇਖ ਲਈ ਆਸ। ਜੇ ਅੱਖ ਦੇ ਵਿੱਚ ਮਾਰ ਦੇਵੇ ਠੁੱਕ ਫਿਰ ਦਿਖੂਗਾ। ਬਸ ਇਹ ਗੱਲ। ਉਹਨੇ ਕੁਛ ਹੋਰ ਕਹਿ ਦਿੱਤਾ, ਕਬੀਰ ਨੇ ਕੁਛ ਹੋਰ ਕਹਿ ਦਿੱਤਾ, ਗੱਲ ਉਹੀ ਹੈ, ਟਾਰਗੇਟ ਉੱਥੇ ਹੀ ਹੈ। ਕੌਣ ਉਹ ਵੀ ਕਹਿ ਰਿਹਾ, ਕੌਣ ਉਹ ਵੀ ਕਹਿ ਰਿਹਾ। ਉਹ ਫਲ ਕਹਿੰਦਾ, ਉਹ ਅੱਖ ਕਹਿੰਦਾ। ਫਲ ਅੱਖ ਹੀ ਹੈ, ਤੀਸਰਾ ਅੱਖ ਹੀ ਫਲ ਹੈ, ਤੀਸਰਾ ਨੇਤਰ ਹੀ ਫਲ ਹੈ, ਵਿਵੇਕ ਬੁੱਧੀ ਉਹ ਫਲ ਹੈ। ਫਲ ਹੋਰ ਕੀ ਹੈ? ਗਿਆਨ ਫਲ ਹੈ। ਹਾਂਜੀ। ਕਰਬਤ ਭਲਾ ਨਾ ਕਰਬਟ ਤੇਰੀ, ਲਾਗ ਗਲੇ ਕਰਬਤ ਨਹੀਂ ਹੁੰਦਾ, ਕਰਬਤ ਹੁੰਦਾ। ਕਰਬਤ ਕਰਬਤ ਕਹਿੰਦੇ ਨੇ ਆਰੇ ਨੂੰ। ਕਰਬਤ ਹੁੰਦਾ ਆਰਾ। ਕਰਬਤ ਭਲਾ, ਕਰਬਤ ਭਲਾ ਨਾ ਕਰਬਟ ਤੇਰੀ, ਆਰਾ ਲੱਗਿਆ ਹੋਇਆ ਤਾਂ ਉੱਥੇ। ਲਾਗ ਗਲੇ ਸੁਣ ਬੇਨਤੀ ਮੇਰੀ। ਉੱਥੇ ਆਰਾ ਲੱਗਿਆ ਹੋਇਆ ਸੀ ਨਾ ਇੱਕ, ਕਾਸ਼ੀ ਵਿੱਚ। ਕਾਸ਼ੀ ਜਗਵੀਰ ਨੇ ਕਹਿੰਦਾ, ਜੇ ਤੂੰ ਮੇਰੇ ਤੇ ਆਰੇ ਨਾ ਚਾਹੇ ਮੈਂ ਚੀਰਿਆ ਜਾਵਾਂ, ਨਾ ਕਰਬਟ ਤੇਰੀ। ਸੱਚ ਵੱਲੋਂ ਮੈਂ ਮੂੰਹ ਨਹੀਂ ਫੇਰਨਾ, ਚਾਹੇ ਮੇਰੇ ਸਿਰ ਤੇ ਆਰਾ ਚਲਾ ਦੇਣਗੇ ਲੋਕ। ਇਹ ਕਹਿ ਰਿਹਾ ਇਹਨਾਂ ਕੋਲ ਬੜੀ ਪਾਵਰ ਹੈ, ਕਾਸ਼ੀ ਦੇ ਲੋਕਾਂ, ਕਾਸ਼ੀ ਦੇ ਬ੍ਰਾਹਮਣਾਂ ਕੋਲ। ਇਹ ਰਾਜ ਪ੍ਰੋਹਤ ਨੇ, ਸਰਕਾਰੀ ਦਰਬਾਰੇ ਇਹਨਾਂ ਦੀ ਮੰਨੀ ਜਾਂਦੀ ਹੈ। ਇਹ ਬੜੇ ਬੜੇ ਸੰਤ ਨੇ, ਇਹਨਾਂ ਦੇ ਕੋਲ ਪਾਵਰ ਹੈ, ਇਹਨਾਂ ਦੇ ਮਗਰ ਪਬਲਿਕ ਹੈ, ਰਾਜ ਪ੍ਰਬੰਧ ਵੀ ਇਹਨਾਂ ਦੇ ਪ੍ਰਭਾਵ 'ਚ ਹੈ।
ਉਧਰ ਮੁਸਲਮਾਨਾਂ ਦਾ ਰਾਜ ਹੈ। ਉਹ ਕਹਿ ਰਿਹਾ ਹਿੰਦੂਆਂ ਨਾਲ ਤੁਰਕੂ ਪਾਣਾ। ਪਰ ਇਹ ਗੱਲ ਮੈਂ ਕਹੂੰਗਾ ਚਾਹੇ ਆਰਾ ਚੱਲ ਜਾਵੇ, ਸੱਚ ਤੋਂ ਮੂੰਹ ਨਹੀਂ ਫੇਰ ਸਕਦਾ ਮੈਂ। ਉੱਥੇ ਸੂਈ ਉੱਥੇ ਹੀ ਆ, ਪਹਿਲੀ ਗੱਲ ਤੇ ਘੁੰਗਟ ਵਾਲੇ ਤੇ ਹੀ ਹੈ ਸੂਈ। ਇਹ ਵੀ ਇਹ ਸ਼ਬਦ ਸਾਰੇ ਇਕੱਠੇ ਹੀ ਨੇ। ਦੂਜੇ ਸ਼ਬਦ ਘੁੰਗਟ ਵਾਲੇ ਤੇ ਹੀ ਸੂਈ ਹੈ। ਕਹਿੰਦਾ ਮੈਂ ਘੁੰਗਟ ਨਹੀਂ ਕਰਨਾ ਚਾਹੇ ਆਰਾ ਚੱਲ ਜਾਵੇ, ਮੈਂ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹੂੰਗਾ। ਨਾ ਕਰਵਟ ਤੇਰੀ, ਤੇਰੇ ਵੱਲੋਂ ਕਰਵਟ ਨਹੀਂ ਲੈਣੀ, ਸੱਚ ਵੱਲੋਂ ਕਰਵਟ ਕਰ ਲਈਏ ਨਾ। ਉਹ ਲੱਗਦੇ ਟਿੱਕੇ ਲਾ ਦਈਏ ਵੀ ਚਲੋ ਜੀ ਵੀ ਮਹਾਂਪੁਰਖ ਨੇ, ਇਹ ਬੜੇ ਮਹਾਨ ਸੰਤ ਨੇ। ਇਹ ਤਾਂ ਸੱਚਾ ਸੋ ਆ ਗਿਆ ਹਰਕਿਸ਼ਨ ਨਗਰ ਗੁਰਦੁਆਰੇ ਜਵੱਦੀ ਵਾਲਾ। ਮੈਨੂੰ ਉਹ ਕਹਿੰਦਾ ਜਿਹੜਾ ਚੜਾਈ ਕਰ ਗਿਆ ਸੀ ਆਪਣਾ ਭਜਨ ਸਿੰਘ, ਕਹਿੰਦਾ ਤੁਸੀਂ ਇਹਨਾਂ ਦੇ ਖਾਤਰ 2 ਲਫ਼ਜ਼ ਕਹਿ ਦਿਓ। ਮੈਂ ਕੀ ਕਹਿਦਾ? ਇਹਨਾਂ ਦੀ ਵਡਿਆਈ ਕਰਦਾ। ਮੈਂ ਕਾਹਦੇ ਕਰਦਾ ਵਡਿਆਈ ਦੀ? ਮੈਂ ਸੱਚੀ ਗੱਲ ਕਹਿ ਦਿੰਦਾ, ਇਹ ਕਹਾਣੀ ਕਹਿ ਦਿੰਦਾ ਵੀ ਜਿਹੜਾ ਕਹਿੰਦਾ ਗਿਆਨ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਹੁੰਦਾ, ਭਾਈ ਪ੍ਰਕਾਸ਼ ਨਹੀਂ ਹੁੰਦਾ। ਇਹਨੂੰ ਤਾਂ ਇਹੀ ਪਤਾ ਨਹੀਂ ਹੈ ਜੋ ਵੀ ਪ੍ਰਕਾਸ਼ ਔਰ ਪ੍ਰਕਾਸ਼ 'ਚ ਕੀ ਫਰਕ ਹੈ। ਕਹਿੰਦਾ ਫਿਰ ਤੁਸੀਂ ਰਹਿਣ ਦਿਓ, ਉਹ ਝੂਠੀ ਵਡਿਆਈ ਮੈਂ ਕਰਾਂ ਦੀ। ਮੈਂ ਇਹਨੂੰ ਮਹਾਂਪੁਰਖ ਕਿਵੇਂ ਕਹਿੰਦਾ ਜਾਂ ਹੈ ਹੀ ਨਹੀਂ, ਮੈਂ ਇਹਨੂੰ ਸੰਤ ਕਿਵੇਂ ਕਹਿੰਦਾ ਜਾਂ ਹੈ ਹੀ ਨਹੀਂ। ਮੈਂ ਨਹੀਂ ਕਹਿਣਾ ਕਿ ਹੋਰ ਕਿਸੇ ਤੇ ਕਾਲ ਹੈ, ਹੋਰ ਕਿਸੇ ਤੇ ਕਾਲ ਹੈ। ਇਸ ਕਰਕੇ ਕਰਵਟ ਭਲਾ ਨਾ ਕਰਵਟ ਤੇਰੀ, ਕਰਵਟ ਦੇ ਦਿੰਦਾ ਮੈਂ ਸੱਚ ਨੂੰ, ਝੂਠ ਬੋਲ ਦਿੰਦਾ ਉੱਤੇ ਖੜ ਕੇ। ਝੂਠੇ ਸੀ ਨਾ ਪਬਲਿਕ ਦੇ ਵਿੱਚ, ਸੰਗਤ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੇ ਵਿੱਚ ਮੈਂ ਝੂਠ ਬੋਲਦਾ ਖੜ ਕੇ ਨੂੰ ਮਹਾਂਪੁਰਖ ਕਹਿ ਕੇ। ਮੈਨੂੰ ਕੀ ਲੋੜ ਪਈ ਸੀ? ਅਗਰ ਤੂੰ ਹੋਰ ਕਿਸੇ ਦੇ ਕਾਲ ਹੈ, ਮੈਂ ਨਹੀਂ ਕਹਿਣਾ। ਮੈਂ ਤੇ ਕਹਣਾ, ਮੈਂ ਤਾਂ ਸੱਚ ਕਹੂੰਗਾ। ਕਹਿੰਦਾ ਫਿਰ ਤੁਸੀਂ ਰਹਿਣ ਦਿਓ। ਮੈਂ ਕਿਹਾ ਠੀਕ ਹੈ, ਵਧੀਆ ਗੱਲ ਹੈ। ਇਹ ਝੂਠ ਮੈਂ ਨਹੀਂ ਬੋਲ ਸਕਦਾ, ਹੋਰ ਕਿਸੇ ਤੇ ਬੁਲਾ ਲੈ। ਹਾਂਜੀ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਇਹ ਠੀਕ ਹੈ। ਗਿਆਨ ਹੈ ਜੋ ਆਇਆ ਨਹੀਂ ਅੰਦਰ ਹੈ, ਉਹਦੇ ਗਲੇ ਤੱਕ ਭਰ ਗਿਆ। ਕੋਈ ਚੀਜ਼ ਭਰ ਜਾ ਫਿਰ ਬਾਹਰ ਡੁੱਲਦੀ ਹੁੰਦੀ ਹੈ। ਲਾਗ ਗਲੇ, ਹੁਣ ਮੇਰੇ ਗਲ ਦੇ ਵਿੱਚ ਇੱਥੇ ਤੱਕ ਉੱਪਰ ਤੱਕ ਆ ਜਾ, ਸੁਣ ਬੇਨਤੀ ਮੇਰੀ। ਹੁਣ ਮੇਰੇ ਤੋਂ ਤੂੰ ਕੁਝ ਬੁਲਵਾ, ਮੈਨੂੰ ਕੋਈ ਪਰਵਾਹ ਨਹੀਂ, ਜੋ ਹਸ਼ਰ ਜੋ ਮਰਜ਼ੀ ਹੋਵੇ। ਜੋ ਗਲ 'ਚ ਚੀਜ਼ ਲੱਗਦੀ ਹੈ ਨਾ, ਫਿਰ ਮੂੰਹ ਤੇ ਬਾਹਰ ਆਉਂਦੀ ਹੈ ਗਲ ਤੱਕ ਭਰ ਕੇ। ਲਾਗ ਗਲੇ ਸੁਣ ਬੇਨਤੀ ਮੇਰੀ, ਮੇਰੇ ਤੇ ਚਾਹੇ ਆਰਾ ਚੱਲ ਜਾਵੇ, ਮੈਨੂੰ ਕੋਈ ਪਰਵਾਹ ਨਹੀਂ। ਮੈਂ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹੂੰਗਾ। ਤੂੰ ਹੁਣ ਮੈਨੂੰ ਸੱਚ ਦਾ ਗਿਆਨ ਦੇ, ਮੈਂ ਬੋਲਾਂ। ਆਹ ਗੱਲ ਕਹਿ ਰਿਹਾ। ਪਹਿਲਾਂ ਕਹਿ ਦਿੱਤੀ ਘੁੰਗੜ ਵਾਲੀ ਗੱਲ ਵੀ ਲੋਕਾਂ ਨੂੰ ਜੇ ਗਿਆਨ ਸਾਦਾ ਹੋਇਆ, ਬੋਲਿਆ ਨਹੀਂ ਉਹਨਾਂ ਨੇ। ਕੁਛ ਆਦਮੀਆਂ ਨੇ ਬੋਲੇ ਨਹੀਂ ਬੋਲਿਆ, ਹੋਰ ਇੱਕ ਦੋ ਉਹਨੇ ਪੜ੍ਹਿਆ ਹੋਊ ਕਿਤੋਂ ਕੁਛ ਕਹਾਣੀਆਂ। ਹਾਂਜੀ, ਹਉ ਵਾਰੀ ਮੁਖ ਫੇਰ ਪਿਆਰੇ, ਉਹ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਤੂੰ ਮੈਨੂੰ ਸਾਈਡ ਨਾ ਦੇ। ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਉਹ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੁਰਬਾਨ ਜਾਨਾ ਕਾਹੇ ਕੋ ਮਾਰੇ। ਪਿਆਰੇ ਤੂੰ ਮੁਖ ਫੇਰ ਮੇਰੇ ਵੱਲ ਨੂੰ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ, ਕਾਹੇ ਕੋ ਮਾਰੇ। ਮੇਰੇ ਵੱਲ ਨੂੰ ਤੂੰ ਕਰਵਟ ਨਾ ਦੇ। ਹੁਣ ਮੈਨੂੰ ਤੂੰ ਬੁਲਾ, ਮੈਨੂੰ ਮੈਂ ਤਾਂ ਨਹੀਂ ਕਰਵਟ ਦਿੰਦਾ, ਮੇਰਾ ਮੂੰਹ ਹੈ ਤੇਰੇ ਵੱਲ, ਤੇਰੀ ਥੋੜੀ ਜਿਹੀ ਕਰਵਟ ਲੱਗਦੀ ਹੈ ਮੈਨੂੰ। ਤੂੰ ਹੁਣ ਕਿਰਪਾ ਕਰ, ਮੈਂ ਬੋਲਣਾ ਚਾਹੁੰਦਾ, ਤੂੰ ਬੁਲਾ। ਜੋ ਤਨ ਚੀਰੇ ਅੰਗ ਨ ਮੋਰੋ, ਬੋਲੋ ਮੋਰੂ। ਜੇ ਮੇਰੇ ਤਾਨੂੰ ਚੀਰ ਵੀ ਦੇਣ ਭੋਰਾ ਭੋਰਾ ਕਰਕੇ ਨਾ, ਮੈਂ ਅੰਗ ਨਹੀਂ ਮੋੜਦਾ, ਤੂੰ ਫਿਕਰ ਨਾ ਕਰ। ਅੰਗ ਨਾ ਮੋਰੂ, ਮੋਰੂ ਮੋਰੂ। ਮੈਂ ਨਹੀਂ ਮੰਨਦਾ ਇਹਨਾਂ ਦੀ ਕੋਈ ਵੀ ਗੱਲ, ਕਿਸੇ ਦੀ। ਸੱਚ ਕਹੂੰਗਾ ਜੋ ਹਸ਼ਰ ਮਰਜੀ ਹੋਵੇ। ਇਹ ਕਹਿ ਰਿਹਾ ਕਬੀਰ। ਇਹ ਸ਼ਰਤ ਪੂਰੀ ਨਾ ਕਰੇ ਤਾਂ ਗਿਆਨ ਨਹੀਂ ਆ ਸਕਦਾ ਕਿਸੇ ਨੂੰ ਵੀ। ਭਗਤਾਂ ਤੋਂ ਪਹਿਲਾਂ ਇਹ ਗੱਲਾਂ ਕਹਾ ਕੇ ਤਾਂ ਗਿਆਨ ਆਉਂਦਾ ਹੁੰਦਾ। ਜੇ ਨਾ ਮਿਲਦਾ ਪਹਿਲਾਂ ਇਹ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ।
ਤਾਂ ਨਾਮ ਮਿਲਿਆ ਜਿਹਨੂੰ ਵੀ ਮਿਲਿਆ, ਤਾਂ ਹੀ ਉਹਨੇ ਖੋਪਰੀਆਂ ਲਾ ਲੀਆਂ ਬਾਅਦ ਚ, ਫਿਰ ਇਹ ਬੰਦ ਕਟਵਾਏ ਨੇ ਬਾਅਦ ਚ। ਇਹ ਪਹਿਲਾਂ ਸਾਰਾ ਕੁਝ ਹੋ ਜਾਂਦਾ, ਅੰਦਰ ਖਾਤੇ ਹੀ ਹੋ ਜਾਂਦਾ। ਕਿਹੜਾ ਕਿਸੇ ਨੂੰ ਖੇਤਾਂ ਹੁਣ ਲੈ ਕੇ ਆਓ, ਇਹ ਕਿਹੜਾ ਪ੍ਰਚਾਰ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ? ਇਹ ਤਾਂ ਅੰਦਰ ਖਾਤੇ ਗੱਲਾਂ ਨੇ ਦੋਹਾਂ ਦੀ ਆਪਸ ਵਿੱਚ ਹੀ। ਪਬਲਿਕ ਨਾਲ ਕਿਹੜਾ ਬਹਿਦਾ ਹੈ, ਕਿਹੜਾ ਕੋਈ ਲਿਖਤਾ ਹੈ? ਇਹ ਤਾਂ ਅੰਦਰ ਹੀ ਲਿਖਿਆ ਹੋਇਆ ਸਭ ਕੁਝ। ਇਹ ਗੱਲਾਂ ਨੇ ਅੰਦਰ ਦੀਆਂ ਸਾਰੀਆਂ, ਉਹਦੇ ਬਾਅਦ ਇਹ ਸਭ ਕੁਝ ਪਹਿਲਾਂ ਗੱਲਾਂ ਤੈਅ ਹੋ ਲੈਂਦੀਆਂ ਨੇ। ਭਾਈ ਰਿਸ਼ਤਾ ਹੀ ਦਾ ਹੁੰਦਾ, ਰਿਸ਼ਤੇ ਤੇ ਪਹਿਲਾਂ ਬਹੁਤ ਕੁਝ ਤੈਅ ਹੋ ਲੈਂਦਾ। ਜਦ ਰਿਸ਼ਤਾ ਨਹੀਂ ਕਰਨਾ ਆਉਂਦੇ ਆਪਾਂ, ਵਿਆਹ ਐਵੇਂ ਹੋ ਜਾਂਦਾ। ਸਾਰਿਆਂ ਸੈਟਲਮੈਂਟਾਂ ਹੋ ਕੇ ਤਾਂ ਕਿਤੇ ਰਿਸ਼ਤਾ ਹੁੰਦਾ, ਫੇਰ ਕਿਤੇ ਵਿਆਹ ਸਿਰੇ ਚੜ੍ਹਦਾ। ਵਿਆਹ ਸਿਰੇ ਚੜ੍ਹਨ ਦੇ ਪਹਿਲਾਂ ਵੀ ਕਈ ਵਿਘਨ ਪੈ ਜਾਂਦੇ ਨੇ, ਰਿਸ਼ਤੇ ਵੀ ਕੱਚੇ ਟੁੱਟ ਜਾਂਦੇ ਨੇ। ਉਹ ਕੱਚੇ ਹੀ ਟੁੱਟੇ ਹੋਏ ਨੇ, ਕਈਆਂ ਦੇ ਕੱਚੇ ਵੀ ਟੁੱਟ ਜਾਂਦੇ ਨੇ। ਜਦ ਦੇਖਦੇ ਨੇ ਵੀ ਕੋਈ ਕਮੀ ਹੈ ਇਹਦੇ ਵਿੱਚ, ਵਿਡਰਾ ਕਰ ਲੈਂਦੇ ਨੇ। ਵਿਡਰਾ ਹੋ ਜਾਂਦਾ ਕਮੀ ਦੇਖ ਕੇ। ਪਹਿਲਾਂ ਮਨ ਬਣਾ ਲਿਆ ਪਰਮੇਸ਼ਰ ਨੇ ਵੀ ਹਾਂ ਇਹਨੂੰ ਕਰੀਏ, ਕਾਂ ਜਾ ਦੇਖਿਆ ਵੀ ਇਹ ਤਾਂ ਲੱਤਾਂ ਕੰਬਣ ਲੱਗ ਗਈਆਂ। ਤਾਂ ਹੁਣ ਉਹ ਕਹਿੰਦਾ ਮਨ ਬੋਲਾ ਦਾ ਕੰਬਣ ਲੱਗ ਗਿਆ, ਉਹਦਾ ਗਾਂ ਵਾਲਾ ਦਾ ਕੰਬਣ ਲੱਗ ਗਿਆ, ਤੇ ਲੱਤਾਂ ਕੰਬਣ ਲੱਗ ਗਿਆ ਦੇਖ ਕੇ ਪਬਲਿਕ ਨੂੰ ਮੂਰੇ। ਇਧਰ 1.25 ਲੱਖ ਦੇਖ ਲਓ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਨਹੀਂ ਵੀ ਤਲਵਾਰ ਨਾਲ 1.25 ਲੱਖ ਦੇਖ ਲਓ। 1.25 ਲੱਖ ਵੀ ਮੂਰੇ ਖੜਾ ਹੋਵੇ, ਉਹ ਕੱਲਾ ਹੀ ਸੱਚ ਕਹੂਗਾ, ਜੋ ਮਰਜੀ ਬੋਲ, ਹਸ਼ਰ ਜੋ ਮਰਜੀ ਹੋਵੇ। ਉਦੋਂ ਆਬਾਦੀ ਇੰਨੀ ਨਹੀਂ ਸੀਗੀ, 1.25 ਲੱਖ ਤਾਂ ਕਿਹਾ ਹੋਇਆ। ਹੁਣ ਤਾਂ 1.25 ਕਰੋੜ ਵਰਗਾ, ਇਹ 1.25 ਅਰਬ ਵਰਗਾ। ਕੱਲ ਰੁਪਈਆ ਕਿੰਨੇ ਦਾ ਹੁੰਦਾ? ਰੁਪਈਏ ਦਾ ਕਿੰਨਾ ਕੁਛ ਆ ਜਾਂਦਾ, 10 ਰੁਪਈਏ ਦੀ ਕੀ ਕੀਮਤ ਹੈ? ਬਸ ਗਿਣਤੀ ਵੀ ਇਹੋ ਜਿਹੀ ਹੋਈ ਆ। ਫਿਰ ਉਦੋਂ 100 ਨੂੰ ਬਹੁਤ ਸਮਝਦੇ ਸੀ। ਪਹਿਲਾਂ 20 ਵੀ ਗਿਆ, 5ਵੇਂ ਪਾਸੇ 20 ਗੁਰ ਕਾ ਬਨ ਮਾਨੇ, 20 ਸਾਰੇ ਕੁਛ ਆ ਗਿਆ 20 ਵਿੱਚ। ਹੁਣ 60% ਕਹਿ ਦਿੰਦੇ ਆਪਾਂ। ਇਹ ਬੋਲੀ ਹੈ, ਸਮੇਂ ਸਿਰ ਬੋਲੀ ਹੈ, ਜਿਹੇ ਆਦਮੀ ਦੀ ਹੁੰਦੀ ਹੈ ਨਾ। ਭਾਵਨਾ ਦੇਖਣੀ ਹੈ ਬੋਲੀ ਚ ਕੀ ਹੈ। ਸਵਾਲ ਇਹ ਕਹਿਣਾ ਕੀ ਚਾਹੁੰਦਾ? ਹਾਂਜੀ, ਜੋ ਤਨ ਚੀਰੇ ਅੰਗ ਨਾ ਮੋੜੂ, ਪਿੰਡ ਪਰੇ ਤੋਂ ਪ੍ਰੀਦਾ ਤੋਂ। ਕੌਣ ਚੀਰੇ ਅੰਗ ਚੀਰ ਸਕਦੇ ਨੇ? ਚੀਰੇ ਆਰੇ ਚੱਲੇ ਨਹੀਂ ਹੁਣ। ਫਿਰ ਬਾਅਦ ਦੇ ਵਿਚਾਰੇ ਵੀ ਚੱਲ ਗਏ, ਦਿੱਲੀ ਚੱਲਿਆ ਨਹੀਂ ਯਾਰਾ। ਆਦਾ ਜੇ ਦੱਸੇ ਰਿਹਾ ਨਾ ਤਾਂ ਚੀਰੇ ਅੰਗ ਨਾ ਮੋੜੂ, ਪੱਚੀ ਚਰਾ ਵੀ ਲਿਆ ਅਗਲਿਆਂ ਨੇ, ਸੱਚ ਨਹੀਂ ਕੀਤੀ ਆ ਗੱਲ। ਇਹ ਸਭ ਸੱਚ ਹੋ ਗਈਆਂ ਬਾਅਦ ਦੇ ਵਿੱਚ। ਅੰਗ ਮੋੜਿਆ ਉਹਨੇ, ਮਤੀਦਾਸ ਨੇ ਮੋੜ ਲਿਆ ਅੰਗ। ਫਿਰ ਮਤੀਦਾਸ ਇਹ ਬੋਲਦਾ ਇਹ ਵੀ ਕੋਈ ਗੱਲ ਹੈ, ਮਤੀਦਾਸ ਵੀ ਕਬੀਰ ਹੈ। ਉਹ ਇਹ ਮਤੀਦਾਸ ਹੈ, ਉਹ ਕਬੀਰ ਹੈ। ਉਹ ਜਿਹਦਾ ਆਇਆ ਚੱਲ ਉਹ ਕਬੀਰ ਹੈ, ਆ ਬੋਲਦਾ ਮਤੀਦਾਸ ਹੈ। ਇੱਕੋ ਹੀ ਹੁੰਦੇ ਨੇ, ਇਹਨਾਂ 'ਚ ਫਰਕ ਨਹੀਂ ਹੁੰਦਾ ਹੈਗਾ। ਮਤੀਦਾਸ ਦੇ ਰੂਪ ਚ ਆ ਕੇ ਇਮਤਿਹਾਨ ਵੀ ਦੇ ਦਿੱਤਾ। ਪੰਜਵੇਂ ਪਾਤਸ਼ਾਹ ਨੇ ਜੋ ਕਿਹਾ ਸੀ ਆਪੇ ਦੇ ਦਿੱਤਾ। ਹਾਂਜੀ, ਹਮ ਤੁਮ ਬੀਜ ਭਿਓ ਨਹੀਂ ਕੋਈ, ਆ ਦੇਖ, ਤੁਮੇ ਸੁਕੰਤ ਨਾਰ ਹਮ ਸੋਈ। ਵਿਚਾਲੇ ਕੋਈ ਵਿਚੋਲਾ ਨਹੀਂ ਹੈ, ਤੇਰਾ ਮੇਰੀ ਉਹ ਕਮਿਟਮੈਂਟ ਹੈ, ਦੋਹਾਂ ਦੀ ਉਹ ਗੱਲਬਾਤ ਹੈ। ਇਸ ਕਰਕੇ ਕਿਸੇ ਨੂੰ ਨਹੀਂ ਪਤਾ ਇਹਦਾ। ਤੇਰੇ ਨਾਲ ਮੇਰੇ ਵਿੱਚ ਤਾਂ ਕੋਈ ਨਹੀਂ ਨਾ ਹੈ। ਪੈਦਾ ਮੈਂ ਕੀਤਾ, ਤੇਰੇ ਸਾਹਮਣੇ ਕੀਤਾ, ਵਿੱਚ ਤਾਂ ਕੋਈ ਨਹੀਂ ਹੈ। ਪਤਾ ਕਿਹਨੂੰ ਲੱਗਣਾ ਸੀ ਇਹਦਾ? ਪਤਾ ਤਾਂ ਲੱਗਦਾ ਨਾ ਜੇ ਵਿਚਾਲੇ ਕੋਈ ਗਵਾਹ ਹੁੰਦਾ। ਗਵਾਹ ਕੋਈ ਨਹੀਂ ਇਸ ਗੱਲ ਦਾ ਹੁੰਦਾ। ਇਹ ਸਭ ਗੁਪਤੀ ਗੱਲਾਂ ਨੇ, ਪ੍ਰਗਟ ਹੋਈ ਇਹਦਾ ਪ੍ਰਗਟ ਕੀਤੀ ਹੈ ਨਾ ਉਹਨੇ ਗੱਲ। बीज पे हो है प्यो नहीं कोई, प्यो नहीं कोई। हम तुम बीज प्यो नहीं कोई, तुम्हें सुकंत नार हम सोई। जिवें कंत नार दी गल है, उन्हें हुक्म मनना, औरत का फर्ज है हुक्म मनना अपने पति का। इवें मेरा फर्ज है हुक्म मनना, हशर कुछ भी होवे, हशर कुछ भी होवे।
तो तू कहेगा बुलाएगा उवें बोल तेरे भाणे च रहने भाणे च रहन का नो पति है जिहदा भाणा पति है जिहड़ा भाणे चलदा है नाल ये रिश्ता है पति पत्नी का भी यही रिश्ता होना चाहिए संसार च दो गल्लां ने उदों सीगा उदों पहला है सी द्रौपदा नूं जूए चारदा द्रौपदा ने कदे किंतु नहीं कीता होया किंतु नहीं कीता कदे किसी ने भी नहीं किंतु कीता भी क्यों कीता अज करदे ने किंतु अज किंतु करदे ने भी सजा होनी चाहिए सी तो अज धर्म धार्मिक लोग नहीं रहे विद्वान धार्मिक होंगे नहीं ये विद्वानों की सोच है चली धार्मिक सोच नहीं अज वाली विद्वानों की सोच अंग्रेजों जो अंग्रेज ने ना इन्होंने राक्षस वृत्ति के बनते हैं सारे मुसलमान हुण भी बनते राक्षस वृत्ति के ये साढ़े को जी सोच है अंग्रेजों तो आई हुई है आ जी सोच है अंग्रेजों की आई हुई बराबरी की सोच अंग्रेजों की यही राक्षस वृत्ति है साडी सभ्यता नहीं है बराबरी की सभ्यता इंडिया सभ्यता नहीं है ये वैसटर्न सभ्यता इंडियन धर्म सभ्यता वैसटर्न उस धर्म से उस देश की सभ्यता लागू होती है जिस वेले ये धर्म वैदिक धर्म सी वैदिक धर्म ने जो सभ्यता बनाई सी जे वो सभ्यता आऊगी तो धर्म रहूगा सभ्यता दूई तो दूआ धर्म नहीं चलता होगा जे सभ्यता सुभाव बदल गया आदमी का धर्म भी बदल गया सभ्यता सुभाव का ही नो है सभ्यता सुभाव घटती है आदमी का सुभाव नहीं रलते अपने सुभाव सबको करे सुभाव नहीं रलते सभ्यतावां नहीं रलदियां तो सुभाव एक सभ्यता का एक सुभाव होता दूसरी सभ्यता के विच जाके ब्याह क्यों नहीं करते सुभाव नहीं रलते उत्थे जाके ताही धर्मां दे विच ब्याह दूसरे धर्म जी ना करते सभ्यता हो रहा है घाट तय हो रहा सुभाव की उत्थे तावा ही हो ने उत्थे पर जिन्होंने धर्म त्यागया है उन्होंने कोई रौला ही नहीं है जिहड़े धार्मिक बंदे ही नहीं है उन्होंने कोई रौला नहीं है असल च सरकारां ने लोग धर्म विहीन कीते जिहड़ियां हुण चलदियां ने ਉਹਦਾ ਰਿਜ਼ਲਟ ਕੀ ਹੋਇਆ ਉਹਦਾ ਅੱਤਵਾਦ ਉਹਦਾ ਰਿਜ਼ਲਟ ਅੱਤਵਾਦ ਹੋਇਆ ਉਹਨੇ ਆਚਰਣਹੀਨਤਾ ਚਲੋ ਅੱਤਵਾਦ ਆਚਰਣਹੀਨਤਾ ਜੋ ਪੈਦਾ ਹੋਇਆ ਪਹਿਲਾਂ ਆਚਰਣਹੀਨਤਾ ਪੈਦਾ ਹੋਈ ਉਹ 'ਚ ਕੀ ਹੋਇਆ ਕਰਪਸ਼ਨ मनमर्जी के हुक्म अदालत ने किए मनमर्जी का सबको करप्शन है ना है मनमर्जी करनी पाबंद नहीं है कोई कानून का बड़े तगड़े वास्ते कोई कानून नहीं वो तो वह की होया रिएक्शन होया पब्लिक के विच अतवाद तो हुण सोचते हैं भी ये की हुण की करिए फिर उत्थे जाओ फिर उत्थे जाओ करैक्टर निर्माण किवें होवे धर्म तो बिना करके दिखाओ धर्म तो बिना करैक्टर निर्माण करके दिखाओ गल्लां ही करते ना नैतिकता दियां नैतिकता है किहदे विच जां नैतिकता अपने गल नूं आउंदी है फिर पता लगदा फिर मुक्कर जांदे सारे जां आपनूं नैतिकता ते चलना पैंदा फिर मुक्कर जांदे ने सारे ये नैतिकता दा नाम ही दे दित्ता ना कितों आवे नैतिकता संसार च नैतिकता ही खत्म हो गई धर्म खत्म हो गया नैतिकता खत्म हो गई नैतिकता खत्म हो गई आपा तपी होगी धर्म बिना नहीं राज चला है इहदा ही नो सी धर्म बिना नहीं राज चला है धर्म बिना सब दले मला है दले मले है अतवादी ने इन्हें लोग मारते उन्होंने सुलह की गल कर रहे हैं भी तुसीं मुरली के लिए आ जाओ हुण अतवादियां नाल सुलह करके भी तुसीं गवर्नमेंट शामिल हो जाओ तुहानूं कीता सारे माफ चंगा इंसाफ है
ਚੰਗਾ ਇਨਸਾਫ ਹੈ। ਡਾਕੂ ਇਕੱਠੇ ਹੋ ਕੇ ਆਪਾਂ ਰਾਜ ਹਿੱਸੇ ਪਾ ਲਓ, ਇਹਨਾਂ ਰਾਜ ਤੁਸੀਂ, ਇਹਨੇ ਅਖਤਿਆਰ ਤੁਸੀਂ ਰੱਖ ਲਓ, ਇਹਨੇ ਅਸੀਂ ਰੱਖ ਲੈਣੇ। ਦੋਏ ਡਕੈਤ ਇਕੱਠੇ ਹੋ ਰਹੇ ਨੇ, ਉਹ ਵੀ ਡਕੈਤ ਨੇ, ਉਹ ਵੀ ਡਕੈਤ ਨੇ। ਮੁੱਖ ਧਾਰਾ ਜਿਹੜੇ ਕਹਿੰਦੇ ਸ਼ਾਮਲ, ਮੁੱਖ ਧਾਰਾ ਜਾ ਜਾਓ। ਇਹ ਰਾਜ ਹੈ, ਇਨਸਾਫ ਹੈ, ਸਭ ਕਿੱਥੇ ਰਹਿ ਗਿਆ? ਦਲਾ ਮਲਾ ਇਸੇ ਨੂੰ ਕਹਿੰਦੇ ਨੇ, ਧਰਮ ਬਿਨਾ ਸਭ ਦਲਾ ਮਲਾ ਹੈ। ਜਿਹੜੇ ਮਾਰਤੇ ਉਹਨਾਂ ਨੂੰ ਇਨਸਾਫ ਕੌਣ ਦਊ? ਜਿਨ੍ਹਾਂ ਦੇ ਮਾਰਤੇ ਉਹਨਾਂ ਨੂੰ ਇਨਸਾਫ ਕੌਣ ਦਊ? ਖਸਮਾਂ ਨੂੰ ਖਾਵੇ, ਆਪਾਂ ਨਾ ਮਰੀਏ। ਜਿਹੜੇ ਮਰ ਕੇ ਮਰ ਜਾਣ ਦੋ, ਇਹ ਗੱਲ ਧਰਮ ਛੱਡਤਾ ਨਾ। हम तुम बीज प्यो नहीं कोई, तुम्हें सुकंत नार हम सोई। ਤੁਮ ਸੋ ਕੰਤ ਨਾਰ ਹਮ ਸੋਈ। ਜੇ ਸੱਚ ਤੇ ਚੱਲਣਾ ਹੀ ਪਊ, ਚਾਹੇ ਰਾਜਾ ਵੀ ਹੈ, ਜੇ ਆ ਪੋਜੀਸ਼ਨ ਹੈ ਤਾਂ ਰਾਜਾ ਵੀ ਹੈ, ਸੱਚ ਤੇ ਹੀ ਚੱਲਣਾ ਪਊਗਾ, ਸੱਚ ਤੇ ਪਹਿਰਾ ਹੀ ਦੇਣਾ ਪਊਗਾ। ਆਪਣੀ ਮਰਜ਼ੀ ਕੋਈ ਨਹੀਂ, ਨਾਰ ਦੀ ਆਪਣੀ ਮਰਜ਼ੀ ਨਹੀਂ ਹੁੰਦੀ। ਜਿਹੜੀ ਨਾਰ ਦੀ ਆਪਣੀ ਮਰਜ਼ੀ ਹੈ, ਉਹ ਨਾਰ ਹੀ ਨਹੀਂ ਹੈ। ਇੱਕ ਜੋਤ ਦੋਏ ਮੂਰਤੀ, ਧਨ ਪਰ ਗਈਏ ਸੋਏ। ਹਾਂਜੀ, कहत कबीर सुनो रे लोई, अब तुमरी प्रतीत न होई। ਕਹਿਤ ਕਬੀਰ ਸੁਣੋ ਰੇ ਲੋਈ, ਰੀ ਲੋਈ ਨਹੀਂ ਹੈ। ਜੇ ਲੋਈ ਦੋ ਵਾਰ ਆਇਆ ਹੋਇਆ ਹੈ ਲਫ਼ਜ਼, ਰੇ ਲੋਈ ਹੈ। ਰੇ ਆਦਮੀ ਵਾਸਤੇ ਹੁੰਦਾ, ਰੀ ਔਰਤ, ਇਹਦਾ ਮਤਲਬ ਔਰਤ ਵਾਲੀ ਗੱਲ ਨਹੀਂ ਹੈ। ਆਪਣੀ ਔਰਤ ਨੂੰ ਨਹੀਂ ਕਹਿ ਰਿਹਾ, ਔਰਤ ਦਾ ਜ਼ਿਕਰ ਨਹੀਂ ਹੈ ਉੱਪਰ। ਕੰਤ ਤੂੰ ਨਾਰ ਮੈਂ ਆਪਣੀ ਬੁੱਧ ਨੂੰ ਕਹਿ ਰਿਹਾ ਹੈ, ਸੁਣੋ ਰੇ ਲੋਈ। ਜੋ ਆਪਣੀ ਬੁੱਧ ਸੀ, ਤੇਰੀ ਪ੍ਰਤੀਤ ਨਹੀਂ ਹੈ। ਹੁਣ ਪਰਮੇਸ਼ਰ ਦੀ ਬੁੱਧ ਮੁਤਾਬਕ, ਪਰਮੇਸ਼ਰ ਦੇ ਭਾਣੇ ਮੁਤਾਬਕ ਤੈਂ ਚੱਲਣਾ, ਜਿਵੇਂ ਬੁਲਾਉਂਦਾ ਉਵੇਂ ਬੋਲਣਾ। ਹੁਣ ਤੇਰੀ ਪ੍ਰਤੀਤ ਨਹੀਂ ਮੈਂ ਕਰ ਸਕਦਾ। ਕਬੀਰ ਕਹਿ ਰਿਹਾ, ਅੰਤਰਾਤਮਾ ਕਹਿ ਰਹੀ ਹੈ ਕਿ ਤੇਰੀ ਦੇਖ ਲਈ ਨਾ, ਤੈ ਤਾਂ ਕਿ ਬਥੇਰੀ ਮਾਲਾ ਫਰਾ ਲਈ। ਤੈਨੂੰ ਹੁਣ ਅਧੀਨ ਹੋ ਕੇ ਚੱਲਣਾ ਪਊਗਾ, ਅਧੀਨ ਰਹਿਣਾ ਪਊਗਾ। ਕਿਉਂ? ਇਹਦੀਆਂ ਘੜੀਆਂ ਹੋਈਆਂ ਮੱਤਾਂ ਨੇ, ਇਹਦੀਆਂ ਘੜੀਆਂ ਹੋਈਆਂ ਮੱਤਾਂ ਨੇ। ਹੁਣ ਘੜਨਾ, ਜਿਹਨੇ ਮੱਤਾਂ ਘੜੀਆਂ ਨੇ ਉਹਨੂੰ ਕੱਢ। ਤੇ ਘੜੀਏ ਸੁਰਤ ਮੱਤ ਬਨ ਬੁੱਧ, ਤੇ ਘੜੀਏ ਸੁਰਾਂ ਸਿੱਧਾ ਕੀ ਸੁਧ, ਸੁਰ ਦੇਵਤੇ ਸਿੱਧ। ਇਹਨਾਂ ਦੀ ਸੋਝੀ ਘੜਦੀ ਹੈ। ਇਹਨਾਂ ਨੇ ਤਾਂ ਮੱਤਾਂ ਘੜੀਆਂ ਨੇ, ਜਿਨ੍ਹਾਂ ਬੁੱਧੀਆਂ ਨੇ ਮੱਤਾਂ ਘੜੀਆਂ ਨੇ, ਉਹ ਮੱਤਾਂ ਹੀ, ਉਹ ਬੁੱਧਾਂ ਘੜ ਹੁੰਦੀਆਂ ਨੇ। ਇੱਥੇ ਆ ਕੇ ਉਹ ਬੁੱਧਾਂ ਹੀ ਘੜ ਹੁੰਦੀਆਂ। ਕਮੀਆਂ ਜਿਹੜੀਆਂ ਮੱਤਾਂ 'ਚ ਨੇ, ਬੁੱਧੇ ਘੜ ਹੁੰਦੀ ਆ। ਮੱਤ ਵਿੱਚ ਆ ਕਮੀਆਂ, ਕਮੀ ਉਹ ਬੁੱਧ ਘੜ ਹੋਈ ਹੈ। ਉਹ ਸੁਰਾਂ ਸਿੱਧਾਂ ਕੀ ਸੋਝੀ, ਉਹਨਾਂ ਨੂੰ ਸੋਝੀ ਘੱਟ ਸੀ। ਦੇਵਤਿਆਂ ਨੂੰ ਵੀ ਸੋਝੀ ਘੱਟ ਸੀ, ਸਿੱਧਾਂ ਨੂੰ ਵੀ ਸੋਝੀ ਘੱਟ ਸੀ। ਇੱਥੇ ਆ ਕੇ ਘੜ ਹੁੰਦੇ ਨੇ ਦੋਏ ਇਕੱਠੇ ਹੁੰਦੇ ਨੇ। ਆ ਕੇ ਦੋਹਾਂ ਨੂੰ ਇਹ ਸੋਝੀ ਦਿੱਤੀ ਹੈ, ਪੰਡਤ ਨੂੰ ਵੀ ਦਿੱਤੀ ਹੋਈ ਹੈ, ਸਿੱਧਾਂ ਨੂੰ ਵੀ ਦਿੱਤੀ ਹੋਈ ਹੈ। ਮੁਸਲਮਾਨ ਔਰ ਦੁਸ਼ਮਣ, ਇਹਦਾ ਤਾਂ ਹੈ ਵਿਚਾਰਧਾਰਾ ਦਾ ਫਰਕ। ਮੁਸਲਮਾਨ ਦਾ ਕਾਜੀ ਦਾ, ਸਿੱਧਾਂ ਨੂੰ ਦੋਏ ਹਜਮ ਨੇ, ਸਿੱਧੀ ਆਤਮਾ ਨਹੀਂ ਨਾ ਮੰਨਦੇ। ਇਸ ਕਰਕੇ ਸਿੱਧਾ ਕੰਪਰੋਮਾਈਜ਼ ਹੋ ਗਿਆ ਸੀਗਾ ਇਸਲਾਮ ਨਾਲ। ਉਹਨੇ ਜੋਗੀ ਤਾਂ ਹੀ ਆ ਗਏ ਸੀ ਨਾ। ਇਹਨਾਂ ਦਾ ਕੰਪਰੋਮਾਈਜ਼ ਨਹੀਂ ਹੋਇਆ। ਇਹਦਾ ਸਿੱਧੇ ਕਹਿੰਦੇ ਵੀ ਤੁਹਾਨੂੰ ਤਾਂ ਦੇਖੋ, ਸਿੱਧਾਂ ਨੂੰ ਕੰਪਰੋਮਾਈਜ਼ ਵਾਸਤੇ ਮੰਨ ਗਏ ਮੁਸਲਮਾਨ, ਪੰਡਤ ਨੂੰ ਨਹੀਂ ਮੰਨਿਆ। ਇਹਨੂੰ ਕਹਿੰਦੇ ਮੁਸਲਮਾਨ ਨੇ ਬਣਨਾ ਪਊਗਾ। ਇਹਦਾ ਵਿਸ਼ਵਾਸ ਨਹੀਂ ਕੀਤਾ ਉਹਨਾਂ ਦਾ। ਕਰ ਲਿਆ ਸਿੱਧਾਂ ਨੂੰ ਧਾਰਮਿਕ ਮੰਨਿਆ ਹੋਇਆ। ਧਾਰਮਿਕ ਬੰਦੇ ਸਿੱਧੇ ਨੇ, ਤਿਆਗੀ ਨੇ ਨਾ ਮਾਇਆ ਤੇ। ਪੰਡਤ ਨੂੰ ਧਾਰਮਿਕ ਨਹੀਂ ਕਿਸੇ ਨੇ ਵੀ ਨਹੀਂ ਮੰਨਿਆ, ਇਸਲਾਮ ਨੇ ਵੀ ਨਹੀਂ ਮੰਨਿਆ, ਗੁਰਮਤਿ ਵੀ ਨਹੀਂ ਮੰਨੀ। ਜਿੰਨੀ ਸ਼ਰਾਰਤਾਂ ਸਭ ਵਿਦਵਾਨ ਚ ਪਈ ਹੈ, ਸ਼ਰਾਰਤੀ ਵਿਦਵਾਨ, ਸੱਚ ਨੂੰ ਵਿਗਾੜਨ ਵਾਲਾ ਵਿਦਵਾਨ, ਝੂਠੀਆਂ ਕਹਾਣੀਆਂ ਬਣਾਉਣ ਵਾਲਾ ਵਿਦਵਾਨ, ਧਰਮ ਨੂੰ ਭ੍ਰਸ਼ਟ ਕਰਨ ਵਾਲਾ ਵਿਦਵਾਨ, ਬੇਇਨਸਾਫੀ ਕਰਨ ਵਾਲਾ ਵਿਦਵਾਨ, ਦਲੀਲਾਂ ਦੇ ਦਿੰਦੇ
ਜੱਜ ਕੀ ਕਰਦੇ ਦਲੀਲਾਂ ਦੇ ਕੇ ਬੂਬ ਦਾ ਨਾਕਾ ਕਹਿੰਦੇ ਕਾਨੂੰਨ ਨੂੰ ਐ ਮੋੜ ਦੋ ਚਾਹੇ ਐ ਮੋੜ ਦੋ ਦਲੀਲਾਂ ਉਹ ਜਿਹੀਆਂ ਕੱਢ ਲੈਂਦੇ ਨੇ ਵਿਦਵਾਨ ਇਸ ਕਰਕੇ ਇਹਨਾਂ ਨੂੰ ਧਾਰਮਿਕ ਨਹੀਂ ਬੰਦੇ ਰਾਜ ਕਰਨ ਵਾਲਾ ਬੰਦਾ ਸੰਸਾਰ ਤੇ ਧਾਰਮਿਕ ਨਹੀਂ ਉਹ ਤਾਂ ਆਪ ਰਾਜ ਕਰ ਉਹ ਸ਼ਰੀਕ ਖੁਦਾ ਹੈ ਉਹਦੇ ਸ਼ਰੀਕ ਖੁਦਾ ਹੈ ਉਹ ਸ਼ਰੀਕ ਖੁਦਾ ਹੈ ਤਾਂ ਆਪ ਰਾਜਾ ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਤ ਦਿਵਾਜਾ ਰਾਜਾ ਨੂੰ ਝੂਠੇ ਕਿਹਾ ਸਿੱਧਾ ਨੂੰ ਝੂਠੇ ਨਹੀਂ ਕਦੇ ਕਿਹਾ ਹੋਇਆ ਸਿੱਧਾ ਨੂੰ ਕਿਹਾ ਬੁੱਧ ਬਦਲੀ ਸਿੱਧ ਭਾਈ ਕਹਿੰਦੇ ਬੁੱਧ ਬਦਲ ਲੋ ਬੁੱਧ ਬਦਲ ਤੇ ਸਿੱਧੀ ਹੈ ਉਹਨਾਂ ਨੂੰ ਉਪਦੇਸ਼ ਕੀਤਾ ਹੈ ਇਹਨਾਂ ਨੂੰ ਉਪਦੇਸ਼ ਨਹੀਂ ਕੀਤਾ ਹੈ ਇਹਨਾਂ ਨੂੰ ਤਾਂ ਕੱਢਿਆ ਮੈਂ ਕੀਤਾ ਹੋਇਆ ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਦੇ ਦਵਾਜਾ ਝੂਠੇ ਦਾਅਵੇ ਕਰਦੇ ਇਹ ਕੱਢਣਾ ਮੈਂ ਕੀਤਾ ਹੈ ਸਾਰੇ ਹਾਂਜੀ ਕੋਰੀ ਕੋ ਕਾਹੂ ਮਰਮ ਨਾ ਜਾਣਾ ਸਭ ਜਗ ਆਣ ਤਨਾਇਓ ਤਾਣਾ ਕੋਰੀ ਕੋ ਕਾਹੂ ਮਰਮ ਨਾ ਜਾਣਾ ਕੋਰੀ ਕੌਣ ਕੋਰੀ ਜਲਾ ਹੈ ਨੂੰ ਕਹਿੰਦੇ ਨੇ ਉਹ ਕਹਿੰਦਾ ਮੈਨੂੰ ਤਾਂ ਜਲਾ ਮੈਂ ਕਹਿੰਦੇ ਨੇ ਅਸਲੀ ਜਲਾ ਤਾਂ ਆਪ ਹੈ ਪਰਮੇਸ਼ਰ ਹੈ ਆ ਦੇਖ ਨਾ ਆ ਸਰੀਰ ਦੇ ਵਿੱਚ ਆਤਮਾ ਤਾਣਾ ਬਾਣਾ ਐ ਤਲਿਆ ਹੋਇਆ ਜੜਾ ਚੇਤਨ ਦਾ ਤਾਣਾ ਤਲਿਆ ਹੋਇਆ ਸਰੀਰ ਤਾਣਾ ਪਹਿਲਾਂ ਹੁੰਦਾ ਬਾਣਾ ਬਾਅਦ ਚ ਪਾਈਦਾ ਹੁੰਦਾ ਵਿਰੋਧੀ ਧਾਗੇ ਹੁੰਦੇ ਨੇ ਬਾਣਾ ਹੁੰਦਾ ਤਾਣਾ ਸਿੱਧਾ ਹੁੰਦਾ ਪਹਿਲਾਂ ਕੀ ਸੀ ਪਹਿਲਾਂ ਆਤਮਾ ਤਾਣਾ ਇਹ ਕੀ ਪਾਇਆ ਹਾਰਡ ਮਾਸ ਲਾੜੀ ਕੋ ਪਿੰਜਰ ਬਣਾਤਾ ਨਾ ਐ ਕੀਤਾ ਕਹਿੰਦੇ ਤਾਂ ਕੋਰੀ ਆ ਕੋਰੀ ਦਾ ਕਹਿੰਦਾ ਮਰਮ ਨਹੀਂ ਕਿਸੇ ਨੂੰ ਭੇਜ ਨਹੀਂ ਜਾਣੇ ਕੋਰੀ ਕੋ ਕਾਹੂ ਮਰਮ ਨਾ ਜਾਣਾ ਕੋਰੀ ਦਾ ਤਰਾਇਓ ਤਾਣਾ ਹਾਂ ਮਰਮ ਨਹੀਂ ਜਾਣਿਆ ਸਾਰਾ ਜੱਗੇ ਉਹਦਾ ਤਾਣਾ ਇਹ ਤਾਣਾ ਬਾਣਾ ਤਲੇ ਹੋਇਆ ਸਾਰਾ ਜੱਗ ਉਹਨੇ ਸਭ ਜਗ੍ਹਾ ਆਣ ਤਣਾਇਓ ਤਾਣਾ ਹਾਂ ਹਾਂਜੀ ਜਬ ਤੁਮ ਸੁਣ ਲੈ ਵੇਦ ਪੁਰਾਣਾ ਪੰਡਤ ਨੂੰ ਕਹੇ ਵੀ ਜਿੰਨਾ ਚਿਰ ਤਾਂ ਵੇਦ ਪੁਰਾਣ ਸੁਣੇ ਨੇ ਨਾ ਤਾਂ ਵੇਦ ਪੁਰਾਣ ਸੁਣਨ ਨੂੰ ਜਿੰਨਾ ਟਾਈਮ ਖਰਚ ਕੀਤਾ ਤਬ ਹਮ ਇਤਨ ਕੋ ਪਸਰਿਓ ਤਾਣਾ ਮੈਂ ਇਹਨਾਂ ਦਾ ਤਾਣਾ ਪਸਰ ਲਿਆ ਮੈਂ ਸਮਝ ਲਈ ਗੱਲ ਐਡੀ ਮੈਂ ਆਹ ਗੱਲ ਸਮਝ ਲਈ ਤੂੰ ਮੈਂ ਸਮਝਦਾ ਰਿਹਾ ਤੂੰ ਪੜਦਾ ਰਿਹਾ ਮੈਂ ਵਿਚਾਰਦਾ ਰਿਹਾ ਤੂੰ ਪੜਦਾ ਰਿਹਾ ਤੂੰ ਸੁਣਦਾ ਜਾਂ ਪੜਦਾ ਰਿਹਾ ਸੁਣਨਾ ਪੜਨਾ ਦੋਏ ਕਰਨੇ ਬਣੇ ਵਿਚਾਰਨਾ ਕਰਨੇ ਬਣੀ ਹੈ ਪੜੇ ਸੁਣੇ ਕਿਆ ਹੋਈ ਜਾਂ ਸਹਿਜ ਨਾ ਮਿਲਿਆ ਸੋਈ ਜੇ ਮਨ ਟਿਕਿਆ ਹੀ ਨਹੀਂ ਸੁਣੇ ਪੜੇ ਤੇ ਕੀ ਫਰਕ ਪੈ ਪਾਣੀ ਸੁਣਦੇ ਆ ਪੜਦੇ ਕੋਈ ਫਰਕ ਨਹੀਂ ਹੈ ਜੇ ਮਨ ਚ ਟਿਕਾ ਨਹੀਂ ਹੈ ਪ੍ਰਾਪਤੀ ਕੀ ਹੈ ਜਿੰਨਾ ਟਿਕਾ ਆ ਗਿਆ ਉਹਦੀ ਪ੍ਰਾਪਤੀ ਹੈ ਜਿੰਨਾ ਕਿਸੇ ਦਾ ਮਨ ਟਿਕਿਆ ਉਹੀ ਪ੍ਰਾਪਤੀ ਹੈ ਜੇ ਮਨ ਨਹੀਂ ਟਿਕਿਆ ਕੋਈ ਪ੍ਰਾਪਤੀ ਨਹੀਂ ਹਾਂਜੀ ਧਰਨ ਆਕਾਸ਼ ਕੀ ਕਰ ਗਏ ਬਣਾਈ ਕਹਿੰਦਾ ਉਹਨੇ ਧਰਤੀ ਵਾਲਾ ਆਕਾਸ਼ ਦੀ ਖੱਡੀ ਬਣਾਈ ਹੋਈ ਹੈ ਕਰ ਗਏ ਖੱਡੀ ਨੂੰ ਕਹਿੰਦੇ ਕਰ ਗਏ ਚੰਦ ਸੂਰਜ ਦੂਏ ਸਾਥ ਚਲਾਈ ਆ ਦੋਏ ਚਾਂਦਾ ਸੂਰ ਚੱਲਦੇ ਨੇ ਦੋਏ ਚਾਂਦਾ ਸੂਰ ਉਦਾਂ ਨਲਕੀ ਚੱਲਦੀ ਹੈ ਨਾ ਇਹਨੂੰ ਨਾ ਇਹ ਪੈਰ ਚੱਲਦੇ ਨੇ ਸੱਚ ਚਾਂਦਾ ਸੂਰ ਦੋ ਪੈਰ ਹੁੰਦੇ ਨੇ ਦੂਏ ਸਾਥ ਚਲਾਈ ਆਹੋ ਪੈਰ ਇੱਕ ਪੈਰ ਦੱਬ ਦਿੰਦੇ ਨੇ ਇੱਕ ਥੱਲੇ ਦੱਬ ਦਿੰਦੇ ਨੇ ਸੂਰਜ ਡੁੱਬਦਾ ਚੰਦ ਚੜ ਜਾਂਦਾ ਚੰਦ ਡੁੱਬਦਾ ਸੂਰਜ ਚੜ ਜਾਂਦਾ ਕਦੇ ਕਦੇ ਰੋਕ ਦਿੰਦਾ ਖੱਡੀ ਦੋਏ ਪੈਰ ਬਰਾਬਰ ਵੀ ਆ ਜਾਂਦੇ ਨੇ ਵਸਿਆ ਨੂੰ ਹਾਂਜੀ ਪਾਈ ਜੋਰ ਬਾਦ ਇੱਕ ਕੀਨੀ ਪਾਏ ਜੋੜ ਦੋਏ ਪੈਰ ਜੋੜ ਕੇ ਇੱਕ ਗੱਲ ਕੀ ਕੀਤੀ ਹੈ ਪਾਈ ਜੋਰ ਪਾਈ ਜੋਰ ਬਾਦ ਇੱਕ ਕੀਨੀ ਤੈ ਤੰਤੀ ਮਨ ਮਾਨਾ ਤੈ ਤੰਤੀ ਮਨ ਮੰਨ ਜਦੋਂ ਹੱਥ ਖੱਡੀ ਬੰਦ ਕਰਦੀ ਨਾ ਦੋਏ ਪੈਰ ਜੋੜ ਲੈ ਜੁੜਨਗੇ ਤਾਂ ਹੀ ਜਿੰਨਾ ਚਿਰ ਦੋਏ ਚੱਲਦੇ ਨੇ ਉਹਨਾਂ ਚਿਰ ਤਾਂ ਇੱਕ ਉੱਤੇ ਥੱਲੇ ਕੁੱਤੇ ਮਨ ਅਰ ਚਿੱਤ ਦੀ ਗੱਲ ਕਰ ਰਿਹਾ ਖੜਦੇ ਨਹੀਂ ਨਾ ਜਾਂ ਦੋਏ ਇਕੱਠੇ ਹੋ ਗਏ ਖੱਡੀ ਬੰਦ ਹੋ ਗਈ ਜਾਂ ਦੋਏ ਇਕੱਠੇ ਹੋ ਜਾਂਦੇ ਨੇ ਪੈਰ ਨਾ ਦੋਏ ਬਰਾਬਰ ਆ ਜਾਂਦੇ ਪਊਏ ਜੇ ਉਹ ਫਿਰ ਚੱਲ ਉੱਤੇ ਥੱਲੇ ਨਹੀਂ ਨਾ ਹੁੰਦੀ ਉਹ ਨਲਕੀ ਵੀ ਨਹੀਂ ਚੱਲਦੀ ਹੈ ਫਿਰ ਤਾਲਾ ਬੰਦ ਹੋ ਜਾਂਦਾ ਕੱਪੜਾ ਬੁਣਨਾ ਬੰਦ ਹੋ ਜਾਂਦਾ
ਹਾਂ ਜੁਲਾਹੇ ਕਰ ਆਪਣਾ ਚੀਨਾ ਘਟ ਹੀ ਰਾਮ ਪਛਾਨਾ। ਆ ਜੁਲਾਹੇ ਨੇ ਕਹਿੰਦਾ ਜਦ ਖੱਡੀ ਛੱਡਤੀ ਨਾ ਚਲਾਉਣੀ, ਮੈਂ ਆਪਣੀ ਗੱਲ ਕਰ ਰਿਹਾ, ਫਿਰ ਕਹਿੰਦਾ ਮੈਂ ਆਪਣਾ ਘਰ ਖੋਜਿਆ, ਆਪਣਾ ਹਿਰਦਾ ਖੋਜਿਆ, ਪੈਰ ਚਲਾਉਣੇ ਛੱਡਤੇ ਤੇ ਮਹਾਰਾਜ ਜੱਤਾ ਆਪਸ ਵਿੱਚ ਹੀ ਜਿਹੜਾ ਕਰਦੇ ਨਾ, ਉਹ ਥੱਲੇ ਉੱਤੇ, ਉਹ ਥੱਲੇ ਉੱਤੇ, ਇਹ ਛੱਡਤੇ ਦੋਏ ਇਕੱਠੇ ਕਰ ਲਏ। ਪਾਏ ਜੋਰ ਬਾਤ ਇੱਕ ਕੀਨੀ ਤੈ ਤੰਤੀ ਮਨ ਮਾਨਾ, ਤੈ ਤੰਤੀ ਮਨ ਮਾਨਾ। ਹਾਂ ਫੇਰ ਕਹਿੰਦੇ ਮਨ ਮੰਨੇ। ਜੁਲਾਹੇ ਕਰ ਆਪਣਾ ਚੀਨਾ ਘਟ ਹੀ ਰਾਮ ਪਛਾਨਾ। ਬਸ ਜਲਾਹੇ ਨੇ ਜਾਂ ਆਪਣਾ ਘਰ ਖੋਜਿਆ ਤਾਂ ਅੰਦਰ ਹੀ ਰਾਮ ਮਿਲ ਗਿਆ ਇਹਨੂੰ, ਅੰਦਰ ਹੀ ਰਾਮ ਮਿਲ ਗਿਆ, ਹੁਕਮ ਦੀ ਅੰਦਰ ਹੀ ਸਮਝ ਆ ਗਈ। ਇਹ ਤਾਂ ਹੁਕਮ ਨਾਲ ਚੱਲਦੇ ਨੇ ਜੰਦ ਸੂਰਜ। ਕਹਿਤ ਕਬੀਰ ਕਾਰ ਗਏ ਤੋਰੀ, ਸੂਤੇ ਸੂਤ ਮਿਲਾਏ ਕੋਰੀ। ਮੈਂ ਜਦ ਕਹਿੰਦਾ ਖੱਡੀ ਤੋੜਦੀ ਹੁੰਦੀ ਆ, ਉਹਨੇ ਸੂਤ ਨਾਲ ਸੂਤ ਮਿਲਾ ਦਿੰਦਾ, ਸੂਤ ਖਿੱਚ ਲੈਂਦਾ। ਸੂਤ ਕੀ ਖਿੱਚ ਲੈਂਦਾ? ਆਤਮਾ ਸੂਤ ਖਿੱਚ ਲੈਂਦਾ। ਆਤਮਾ ਸੂਤ ਹੈ ਨਾ, ਸੁਰਤ ਸੂਤ ਹੈ, ਧਾਗਾ। ਮਾਇਆ ਨਹੀਂ ਹੁੰਦੀ ਸੂਤ, ਮਾਇਆ ਦਾ ਸੂਤ ਤਾਂ ਸਾਡਾ ਬਣਾਇਆ ਹੋਇਆ। ਇਹ ਸੁਰਤ ਹੈ ਜਿਹੜਾ ਲੰਬੀ ਨਜ਼ਰ ਹੈ, ਇਹੀ ਸੂਤ ਹੈ, ਲੰਬਾਈ ਹੋ ਜਾਂਦੀ ਹੈ ਨਾ। ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ। ਇਤੋਂ ਸੁਰਤ ਕੱਢ ਕੇ ਸਾਰੀ ਖਿੱਚ ਕੇ ਨਾ ਮਾਇਆ ਚੋਂ ਜਦ ਆਪਣੇ ਨਾਲ ਬੁਲਾ ਲੈਂਦਾ ਹੈ ਤਾਂ ਖੱਡੀ ਟੁੱਟ ਜਾਂਦੀ ਹੈ, ਫੇਰ ਨਹੀਂ ਚੱਲਦੀ, ਹੈ ਸਰੀਰ ਨਹੀਂ ਚੱਲਦਾ। ਹਾਂਜੀ ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ। ਜੇ ਅੰਦਰ ਦਾ ਮੈਲ ਹੋਵੇ, ਤੀਰਥਾਂ ਦੇ ਨਹਾਉਂਦਾ ਹੋਵੇ, ਬੈਕੁੰਠ ਚਲਿਆ ਜਾਊ, ਇਹ ਗੱਲ ਗਲਤ ਹੈ। ਬੈਕੁੰਠ ਨਹੀਂ ਜਾ ਸਕਦਾ। ਲੋਕ ਮੈਂ ਬੈਕੁੰਠ ਨੂੰ ਮੰਨਦਾ ਨਹੀਂ, ਉਹ ਜਿਹੜੀ ਇਹ ਕਹਿੰਦੇ ਨੇ ਉਹਨੂੰ ਨਹੀਂ ਮੰਨਦਾ, ਪਰ ਬੈਕੁੰਠ ਹੈਗੀ ਹੈ। ਜਿਹੜੀ ਬੈਕੁੰਠ ਇਹ ਮੰਨਦੇ ਨੇ ਉਹ ਨਹੀਂ ਹੈਗੀ, ਉਹਦੇ ਡਿਨਾਈ ਕੀਤਾ। ਬਾਹਰ ਬੈਕੁੰਠ ਕਿਤੇ ਨਹੀਂ ਹੈ, ਪਰ ਬੈਕੁੰਠ ਹੈ। ਜਿਹੜੀ ਉਹ ਕਹਿੰਦੇ ਨੇ ਉਹ ਨਹੀਂ ਹੈਗੀ। ਤਪ ਹੈ, ਪਰ ਜਿਹੜੇ ਉਹ ਕਹਿੰਦੇ ਨੇ, ਲੋਕ ਕਹਿੰਦੇ ਨੇ ਤਪ ਅਸੰਖ ਤਪ ਨੇ, ਉਹ ਤਪ ਨਹੀਂ ਹੈ। ਤਪ ਉਹ ਹੈ ਜਿਹਦੇ ਪੱਪੇ ਨੂੰ ਉੱਕੜ ਲੱਗਿਆ। ਤਪ ਇੱਕੋ ਹੀ ਹੈ ਸਰ। ਜਿਹੜੇ ਇੰਨੇ ਬਣਾਏ ਹੋਏ ਨੇ ਫਿਰ ਉਹ ਕੀ ਨੇ? ਉਹ ਮਨਵੱਤਾਂ ਨੇ। ਜਪ ਹੈ ਇੱਕੋ ਹੀ ਹੈ, ਪਰ ਜਾਣਦਾ ਕੌਣ ਹੈ? ਗੁਰਮਤਿ ਵਿੱਚ ਹੈ ਜਿਹੜਾ ਜਪ। ਜਪ ਦਾ ਮਤਲਬ ਹੈ ਜਾਣਨਾ, ਆਪਣੇ ਆਪ ਨੂੰ ਜਾਣਨਾ ਜਪ ਹੈ। ਆਤਮ ਚੀਨਣਾ ਜਪ ਹੈ। ਤਪ ਹੈ ਮਨ ਨੂੰ ਰੋਕਣਾ, ਮਨ ਨੂੰ ਟਿਕਾਉਣਾ, ਤਪ ਹੈ। ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨਾ ਜਾਣਾ। ਬੈਕੁੰਠ ਨਹੀਂ ਜਾ ਸਕਦੇ ਜਿਹੜੇ ਤੀਰਥਾਂ ਤੇ ਜਾ ਜਾ ਕੇ ਬਾਹਰੋਂ ਪਿੰਡਾਂ ਤੋਂ ਹੀ ਜਾਂਦੇ ਨੇ। ਮੈਂ ਤਾਂ ਅੰਦਰ ਹੈ ਮਨ ਚ, ਧੋਣਿਆ ਤੁਸੀਂ ਸਰੀਰ ਨੂੰ, ਬੈਕੁੰਠ ਕਿਵੇਂ ਚਲੇ ਜਾਓਗੇ? ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਅਜਾਣਾ। ਇਹ ਤਾਂ ਲੋਕਾਂ ਵਾਸਤੇ ਤਾਂ ਹੈਗਾ ਬਈ, ਬੜਾ ਬਈ ਇਹ ਹਰ ਵਾਰ ਗੁੰਗਾ ਜਾਂਦਾ ਹੈ। ਆ ਉਹ ਆਪਣੇ ਇਹਨੇ ਵਾਰ ਕੁਰਸ਼ੇਤਰ ਦੇ ਨਹਾਉਣ ਤੇ ਗਿਆ ਆ, ਸੂਰਜ ਗ੍ਰਹਿਣ ਤੇ ਗਿਆ, ਕੋਈ ਛੱਡਿਆ ਹੀ ਨਹੀਂ। ਆ ਜੀ ਕੁੰਭ ਤੇ ਕੋਈ ਨਹੀਂ ਛੱਡਿਆ। ਇਹ ਲੋਕ ਪਤੀਣੇ ਦੀਆਂ ਗੱਲਾਂ ਤਾਂ ਹੋ ਸਕਦੀਆਂ ਨੇ, ਲੋਕਾਂ ਵਾਸਤੇ ਤਾਂ ਲੋਕ ਤਾਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰ ਸਕਦੇ ਵੀ ਭਗਤ ਹੈ। ਰਾਮ ਕਹਿੰਦੇ ਪਾਗਲ ਹੈ। ਲੋਕ ਪਤੀਣੇ ਕਛੂ ਨਾ ਹੋਵੇ, ਸਾਰੀ ਦੁਨੀਆ ਕਹੀ ਜਾਵੇ ਭਗਤ ਹੈ, ਗਾਂ ਦਰਗਾਹ 'ਚ ਨਹੀਂ ਮੰਨੀ ਜਾਂਦੀ ਇਹ ਗੱਲ। ਨਾ ਹੀ ਰਾਮ ਅਜਾਣਾ। ਰਾਮ ਆਣਾ ਉਹ ਮੰਨੂ, ਇਹਨਾਂ ਦੇ ਮਗਰ ਲੱਗ ਜੂਗਾ ਲੋਕਾਂ ਦੇ। ਸਾਰੀ ਦੁਨੀਆ ਬ੍ਰਹਮ ਗਿਆਨੀ ਕਹੀ ਜਾਵੇ, ਦਰਗਾਹ 'ਚ ਨਹੀਂ ਮੰਨੀ ਜਾਂਦੀ ਇਹ ਗੱਲ। ਉਹ ਤਾਂ ਸ਼ਰਤਾਂ ਨੇ ਦਰਗਾਹ ਦੀਆਂ ਪੂਰੀਆਂ ਕਰੇ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਪੂਜੋ ਰਾਮ ਏਕ ਹੀ ਦੇਵਾ, ਰਾਮ ਦੀ ਪੂਜਾ ਕਰੋ। ਰਾਮ ਅੱਗੇ ਤਨ ਮਨ ਧਨ ਸੌਂਪ ਦੋ। ਰਾਮ ਦੇ ਅੰਤਰਾਤਮਾ ਦੇ ਭਾਣੇ 'ਚ ਰਹੋ, ਹੁਕਮ 'ਚ ਰਹੋ, ਅੰਤਰਾਤਮਾ ਅਨੁਸਾਰ ਚੱਲੋ। ਤਨ ਮਨ ਅਰਪੋ ਪੂਜ ਚੜਾਓ। ਪੂਜੋ ਰਾਮ ਏਕ ਹੀ ਦੇਵਾ, ਏਕ ਹੀ ਦੇਵਾ ਰਾਮ। ਸਾਚਾ ਨਾਵਣ ਗੁਰ ਕੀ ਏਕ ਹੀ ਦੇਵਾ। ਬਹੁਤ ਦੇਵਤੇ ਇਹਨਾਂ ਨੇ ਜਿਹੜੇ ਬਣਾਏ ਨੇ ਨਾ ਸਾਰੇ, ਉਹ ਕੋਈ ਦੇਵਤਾ ਨਹੀਂ, ਸਿਰਫ ਏਕ ਹੀ ਦੇਵਾ ਹੈ। ਉਹ ਕੌਣ ਹੈ? ਅੰਤਰ ਦੇਵ, ਨਾ ਜਾਣੇ ਅੰਧ, ਉਹ ਅੰਦਰ ਹੈ ਸਭ ਦੇ।
ਇਹ ਕੀ ਦੇਵਾ ਸਾਚਾ ਨਾਵਣ ਗੁਰ ਕੀ ਗੁਰ ਕੀ ਸੇਵਾ। ਸੇਵਾ। ਉਸੇ ਦੀ ਸੇਵਾ, ਉਹਦੀ ਆਗਿਆ 'ਚ ਰਹਿਣਾ, ਇਹ ਸੇਵਾ। ਹਾਂਜੀ। ਜਲ ਕੇ ਮੰਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਜੇ ਪਾਣੀ ਦੇ ਨਹਾਉਣ ਨਾਲ, ਪਾਣੀ 'ਚ ਨਹਾਉਣ ਨਾਲ ਗਤੀ ਹੋ ਜਾਵੇ, ਬੁੱਧਵਾਨ ਬਣ ਜੇ, ਕੋਈ ਗਤ ਦਾ ਮਤਲਬ ਬੁੱਧਵਾਨ ਬਣ ਜਾਵੇ, ਅਕਲ ਆ ਜਾਵੇ, ਸਮਝ ਆ ਜਾਵੇ, ਨਿਰਾਕਾਰ ਦੀ ਸੋਝੀ ਆ ਜਾਵੇ, ਤਾਂ ਮੇਂਢਕ ਦਾ ਫਿਰ ਪਾਣੀ 'ਚ ਰਹਿੰਦੇ ਨੇ। ਗਿਆਨਵਾਨ ਤਾਂ ਜ਼ਿਆਦਾ ਹੋ ਚਾਹੀਦੇ ਨੇ, ਨਿਤ ਨਿਤ ਮੇਂਢਕ ਨਹਾਵੇ। ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੇ। ਜਿਵੇਂ ਮੇਂਢਕ ਦੀ ਫਿਰ ਜੁੰਦੀ ਹੋਈ ਜਾਂਦੀ ਐ, ਐਸੇ ਆਦਮੀ ਨੇ ਨਹਾਈ ਜਾਂਦੇ ਨੇ। ਤੀਰਥਾਂ ਦੇ ਨਹਾਉਣ ਵਾਲਿਆਂ ਨੂੰ ਡੱਡੂ ਦੇ ਬਰਾਬਰ ਕਰਤਾ, ਪਿਆਰਾ ਤਾਂ ਵੀ ਚੱਲਣਾ ਹੀ ਸੀ ਨਾ। ਉਹ ਗੱਲਾਂ ਕਹਿ ਕੇ ਤੀਰਥਾਂ ਦੇ ਅਟੈਕ ਕਰ, ਤੀਰਥਾਂ ਦੇ ਅਟੈਕ ਕਰਨਾ ਬਹੁਤ ਬੜਾ ਅਪਰਾਧ ਸੀ ਉਸ ਜ਼ਮਾਨੇ। ਲੋਕਾਂ ਦਾ ਵਿਸ਼ਵਾਸ ਹੈ ਤੀਰਥਾਂ ਤੇ ਟਿਕਿਆ ਹੋਇਆ ਸੀ। ਔਰ ਹਿੰਦੂ ਮਤ ਸੀ ਕੀ, ਕੁਛ ਵੀ ਏਦੋਂ ਬੜੀ ਚੀਜ਼ ਨਹੀਂ ਹਿੰਦੂ ਮਤ ਤੀਰਥਾਂ ਦੇ ਨਾਲ। ਦੋ ਹੀ ਨਾ ਹੁੰਦੇ ਨੇ, ਜੋਗੀ ਵੀ ਨੇ, ਪੰਡਤ ਵੀ ਨੇ, ਇਕੱਠਾ ਦੋਹਾਂ ਦੇ ਅਟੈਕ ਹੈ। ਤੀਰਥ ਤੇ ਅਟੈਕ, ਦੋਹਾਂ ਦੇ ਇਕੱਠਾ ਅਟੈਕ ਹੈ, ਜੋਗੀਆਂ ਦੇ ਵੀ ਬ੍ਰਾਹਮਣਾਂ ਦੇ ਵੀ। ਉਹਨਾਂ ਦਾ ਵਿਸ਼ਵਾਸ ਹੈ ਬੇਕੁੰਠ ਦਾ, ਉਹਨਾਂ ਦਾ ਵੀ ਹੈ। ਹੁਣ ਸੀਗਾ ਜਿਹੜਾ ਕੁੰਭ, ਸਾਰੇ ਹੀ ਦੇ ਜੋਗੀ ਵੀ, ਸੰਤ ਵੀ ਨਾ ਹੁੰਦੇ ਜੱਟਾਂ ਵਾਲੇ, ਬਲਕਿ ਉਹ ਜ਼ਿਆਦਾ ਉਹਨਾਂ ਦੇ ਤੋਰੇ ਹੋਏ ਨੇ ਤੀਰਥ। ਉਹ ਕਹਿੰਦੇ ਸਾਡਾ ਪਹਿਲਾ ਹੱਕ ਹੈ, ਸਭ ਤੋਂ ਪਹਿਲਾਂ ਅਸੀਂ ਇਸ਼ਨਾਨ ਕਰਨਾ। ਜੋਗੀ ਫਿਰ ਗੰਗਾ ਝੂਠੀ ਹੋ ਜਾਂਦੀ ਹੈ, ਪਹਿਲਾਂ ਸਾਡਾ ਹੱਕ ਹੈ, ਸ਼ੁਰੂ ਤੋਂ ਹੀ ਉਹਨਾਂ ਦਾ। ਜਿਵੇਂ ਪੰਜ ਪਿਆਰੇ ਦੀਆਂ ਸਿਗਰਟਾਂ ਦੇਖ ਪਹਿਲਾਂ ਕੱਢੋ, ਉਹਨਾਂ ਨੇ ਆਪਣਾ ਹੀ ਬਣਾਇਆ ਹੋਇਆ। ਹਾਂਜੀ। ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਈ। ਜੇ ਮਨ ਦੇ ਕਠੋਰ ਆਦਮੀ ਹੁਣ ਬਨਾਰਸ ਵਿੱਚ ਵੀ ਮਰ ਜਾਣ, ਬਨਾਰਸ ਤੀਰਥ ਹੈ ਨਾ, ਬਨਾਰਸ ਵਾਲੇ ਤਾਂ ਰੋਜ਼ ਗੰਗਾ 'ਚ ਨਹਾਉਂਦੇ ਹੀ ਨੇ। ਮਨ ਕਠੋਰ ਹੋਵੇ, ਬਨਾਰਸ ਵਿੱਚ ਵੀ ਮਰ ਜਵੇ ਜੇ, ਨਰਕ ਨਾ ਬਾਂਚਿਆ ਜਾਈ। ਕੀ ਉਹਦਾ ਨਰਕ ਜਿਹੜਾ ਹੈਗਾ, ਨਰਕ ਤੋਂ ਉਹਨੂੰ ਮਾਫੀ ਮਿਲ ਜੂ। ਬਾਂਚਿਆ ਜਾਈ ਦਾ ਮਤਲਬ ਮਾਫੀ ਨਹੀਂ ਮਿਲ ਸਕਦੀ ਨਰਕ ਜਾਣ ਤੋਂ ਉਹਨੂੰ। ਹਰ ਕਾ ਸੰਤ ਮਰੇ ਹੜੰਬੇ, ਤਾਂ ਸਗਲੀ ਸੈਨ ਤਰਾਈ। ਹਰ ਕਾ ਸੰਤ ਮਰੇ ਹਰੰਬੇ। ਹਰ ਕਾ ਸੰਤ ਕਿਵੇਂ ਮਰਦਾ? ਐ ਨਹੀਂ ਮਰਦਾ ਹਰ ਕਾ ਸੰਤ ਜਿਵੇਂ ਮਰਦੇ ਨੇ। ਹਰ ਕਾ ਸੰਤ ਆਪ ਕਬੀਰਾ ਮਰੇ ਹੜੰਬੇ ਜਾ ਕੇ ਹੀ ਹੈ। ਹੜੰਬੇ ਆਪਣੀ ਗੱਲ ਕਰ ਰਿਹਾ ਇਹ ਇੱਥੇ। ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਬਨਾਰਸ ਕੇ ਠੱਗ ਦੀ ਥੋੜੀ ਗੱਲ ਹੈ, ਹਰ ਕੇ ਸੰਤ ਦੀ ਗੱਲ ਕਰ ਰਿਹਾ। ਹਰ ਕਾ ਸੰਤ ਕਿਵੇਂ ਮਰਦਾ ਹੁੰਦਾ? ਮਨ ਕਰਕੇ ਮਰਦਾ, ਸਰੀਰ ਕਰਕੇ ਨਹੀਂ ਮਰਦਾ ਹੁੰਦਾ। ਸਰੀਰ ਤਾਂ ਉਹਦਾ ਹੁੰਦਾ ਹੀ ਨਹੀਂ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਹਰ ਕਾ ਸੰਤ ਮਰੇ ਹੜੰਬੇ। ਜੇ ਹਰ ਕਾ ਸੰਤ ਹੋਵੇ, ਜਾ ਕੇ ਮਗਰ ਆਪਣਾ ਮਨ ਨੂੰ ਮਾਰ ਲਵੇ, ਉਹ ਸਗਲੀ ਸੈਂਤ ਰਾਈ ਸਾਰੀ ਸੰਗਤ ਨੂੰ ਤਾਰ ਦਿੰਦਾ। ਆ ਤਾਰੇ ਰਿਹਾ ਗੁਰਬਾਣੀ ਦੱਸ ਕੇ, ਹੋਰ ਕੀ ਕਰ ਰਿਹਾ? ਉਹ ਆਪਣੀ ਗੱਲ ਕਰ ਰਿਹਾ। ਹੁਣ ਇਹਨਾਂ ਨੇ ਸੰਤਾਂ ਨੇ ਕਹਿਤਾ ਹਰ ਕਾ ਸੰਤ ਹੜੰਬੇ ਮਰ ਜੇ, ਸਾਰੇ ਨੂੰ ਤਾਰ ਦੂ। ਹੜੰਬੇ ਤਾਂ ਫਿਰ ਨਹੀਂ ਦਰਦੇ। ਉੱਥੇ ਕਿਉਂ ਤਾਰ ਦੂਗਾ, ਇੱਥੇ ਕਿਉਂ ਨਹੀਂ ਤਾਰਦਾ? ਸਰੀਰ ਕਰਕੇ ਮਰਨ ਦੀ ਗੱਲ ਨਹੀਂ ਹੈ। ਜਿਹੜੇ ਹਰ ਕੇ ਸੰਤ ਨੇ ਉਹ ਹੋਰ ਕੈਟਾਗਰੀ ਹੋਰ ਹੈ। ਸਰੀਰ ਕਰਕੇ ਮਰਨ ਨੂੰ ਮਰਨਾ ਮੰਨਦੇ ਹੀ ਨਹੀਂ। ਸਰੀਰ ਕਰਕੇ ਜਿਉਣ ਨੂੰ ਜਿਉਣਾ ਮੰਨਦੇ ਹੀ ਨਹੀਂ। ਸਰੀਰ ਕਰਕੇ ਜਨਮ ਨੂੰ ਜਨਮ ਮੰਨਦੇ ਹੀ ਨਹੀਂ। ਸਮਝਿਆ ਨਹੀਂ? ਉਹਦਾ ਜੀਵਨ ਮਰੇ, ਮਰੇ ਫਿਰ ਜੀਵ ਹੈ। ਜੀਵਤ ਮਰੇ, ਮਰੇ ਫਿਰ ਜੀਵ ਹੈ। ਉਹਨਾਂ ਦਾ ਇਹ ਹੈ, ਜਿਉਂਦੇ ਹੀ ਮਰ ਜਾਂਦੇ ਨੇ ਉਹ। ਕੀ ਆਪਣੀ ਮਰਜ਼ੀ ਛੱਡ ਦਿੰਦੇ ਨੇ। ਅੰਦਰ ਆਰਾਮ ਹੈ ਨਾ, ਤਨ ਮਨ ਅਰਪੂ ਪੂਜ ਚੜਾਉ। ਮੈਂ ਮਰ ਗਿਆ। ਜਿਹਨੇ ਤਨ ਮਨ ਰਾਮ ਦੇ ਅੱਗੇ ਤਨ ਮਨ ਅਰਪ ਕੇ ਪੂਜ ਚੜਾਤੀ ਤਾਂ ਮਰ ਗਿਆ। ਫਿਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਜੋ ਤੇਰਾ, ਮਰ ਗਿਆ। ਮਰਿਆ ਹੋਇਆ ਹੀ ਹੈ। ਇਹੀ ਮਰਨਾ ਹੁੰਦਾ। ਆਪਣੇ ਮਨ ਨੂੰ ਮਾਰ ਲੈਣਾ, ਆਪਣੀ ਇੱਛਾਵਾਂ ਨੂੰ ਮਾਰ ਲੈਣਾ, ਆਪਣੀ ਮਰਜ਼ੀ ਨੂੰ ਮਾਰ ਲੈਣਾ, ਹੀ ਮਰਨਾ।
ਹੜੰਬੇ ਜਾ ਕੇ ਵੀ ਜੇ ਛੱਡ ਦੋ, ਕਿਤੇ ਵੀ ਛੱਡ ਦੇਵੇ ਜਾ ਕੇ ਮਨਮਰਜੀ ਤਾਂ। ਅਸਲ 'ਚ ਉਹ ਧਰਤੀ ਨੂੰ ਇਹ ਬੁਰੀ ਧਰਤੀ ਮੰਨਦੇ ਸੀ ਕਾਸ਼ੀ ਵਾਲੇ ਲੋਕ, ਵੀ ਉੱਥੇ ਜਾ ਕੇ ਉਹ ਕੋਈ ਜਿਹੜਾ ਉੱਥੇ ਚਾਹੇ ਗਿਆਨ ਵੀ ਹੋ ਜਾਵੇ ਉੱਥੇ ਜਾ ਕੇ ਮੁਕਤੀ ਨਹੀਂ ਹੋਣੀ। ਇਹ ਕਹਿੰਦੇ ਜਿਵੇਂ ਸਿਮਰਤੀਆਂ ਵਿੱਚ ਲਿਖ ਦਿੱਤਾ ਇਹਨਾਂ ਨੇ ਬਈ ਜਿਹੜੇ ਅੱਜ ਨੀਚ ਜਾਤੀਆਂ ਵਾਲੇ ਨੇ ਇਹਨਾਂ ਨੂੰ ਗਿਆਨ ਹੋ ਹੀ ਨਹੀਂ ਸਕਦਾ, ਇਹਨਾਂ ਦੀ ਮੁਕਤੀ ਨਹੀਂ ਹੋ ਸਕਦੀ। ਇਹ ਵੀ ਝੂਠ ਸੀ, ਆ ਵੀ ਝੂਠ ਸੀ। ਕਬੀਰ ਤਾਂ ਨੀਚ ਕਰ ਕੋਲਾ ਸੀ ਜੋ ਲਾਇਆ, ਨੀਚ ਕੋਲਾ ਲਿਖਦਾ ਰਿਹਾ, ਉੱਤੇ ਨੀਚ ਕੋਲਾ ਸੀ ਜੋ ਲਾਇਆ, ਜੋ ਲਾਹਰਾ ਪਿਓ ਗੁੜੀ ਗਹੀਰਾ, ਉਹਦਾ ਫਿਰ ਮੁਕਤ ਹੋ ਗਿਆ। ਤੇ ਸਿਮਰਤੀ ਤੁਹਾਡੀ ਝੂਠੀ ਹੋ ਗਈ, ਰਵਿਦਾਸ ਦਾ ਮੁਕਤ ਹੋ ਗਿਆ, ਸਿਮਰਤੀ ਤਾਂ ਝੂਠੀ ਹੋ ਗਈ, ਸੈਨ ਆਈ ਮੁਕਤ ਹੋ ਗਿਆ, ਸਿਮਰਤੀ ਤਾਂ ਝੂਠੀ ਹੋ ਗਈ। ਪਰ ਹੁਣ ਤੇ ਮੇਰੀ ਸਿਮਰਤੀਆਂ ਤੋਂ ਖਿਲਾਫ ਹੋਏ, ਇਹਨਾਂ ਨੇ ਨਹੀਂ ਮੰਨਿਆ ਵੀ ਸਿਮਰਤੀਆਂ ਝੂਠੀਆਂ। ਸਿਮਰਤੀਆਂ ਨੂੰ ਨਹੀਂ ਝੂਠੀਆਂ ਮੰਨਿਆ। ਹੁਣ ਤੇ ਦਰਗਾਹ ਦੇ ਜੋ ਸਿਮਰਤੀਆਂ ਦੇ ਖਿਲਾਫ ਆ ਗਿਆ ਫਰਮਾਨ ਵੀ ਝੂਠੀਆਂ ਨੇ, ਪਰ ਇਹਨਾਂ ਨੇ ਫੇਰ ਵੀ ਨਹੀਂ ਮੰਨਿਆ। ਗੁਰਬਾਣੀ ਸੱਚ ਹੈ, ਕਬੀਰ ਸੰਤ ਮਹਾਨ ਹੈ, ਪਰ ਜੋ ਉਹਨੇ ਕਿਹਾ ਉਹ ਨਹੀਂ ਮੰਨੀ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਇਹ ਲਿਖ ਦਿੱਤਾ ਦਰਗਾਹ ਵਾਲਿਆਂ ਨੇ, ਲਿਖਾਤਾ ਕਹਿ ਕੇ ਬੁਲਾ ਕੇ। ਗੁਰੂ ਨਾਨਕ ਦੀ ਬਾਣੀ ਮਹਾਨ ਹੈ, ਪਰ ਇਹ ਗੱਲ ਨਹੀਂ ਅਸੀਂ ਮੰਨਣੀ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ, ਇਹ ਨਹੀਂ ਗੱਲ ਮੰਨਣੀ ਅਸੀਂ। ਤੇ ਕੌਣ ਨੇ ਇਹ? ਬਲੈਕਮੇਲਰ ਨੇ, ਜੋ ਮਰਜ਼ੀ ਜ਼ਬਾਨ ਨਾ ਕਹਿ ਦੇਣਾ, ਦਾ ਦੁਬਾਰੇ ਨਹੀਂ। ਸਾਖੀ ਕੀ ਬਣਾਈ? ਸਾਖੀ ਬਣਾਤੀ ਇਹਨਾਂ ਨੇ ਸਿੱਖਾਂ ਨੂੰ, ਬਈ ਮੁਸਲਮਾਨ ਤਿਲਾਂ ਨਾਲ ਲਵੇੜ ਕੇ ਤੇਲ ਦੇ ਵਿੱਚ ਬਾਂਹ ਭੁੱਕ ਕੇ ਤਿਲਾਂ ਦੇ ਵਿੱਚ ਦੇ ਦੇਵੇ, ਜਿੰਨੇ ਤੇਲ ਉੱਤੇ ਲੱਗ ਜਾਣਾ, ਇੰਨੀਆਂ ਕਸਮਾਂ ਖਾਵੇ। ਉਹਦਾ ਸੱਚ ਨਾ ਮੰਨੋ, ਤੁਹਾਡਾ ਮੰਨੀਏ, ਤੁਹਾਡਾ ਮੰਨ ਲਈਏ ਸੱਚ। ਤੁਸੀਂ ਕਿਹੜੀ ਗੱਲ ਮੰਨ ਲਈ? ਤੁਸੀਂ ਗੁਰਬਾਣੀ ਵਾਲੀ ਮੰਨਦੇ, ਉਹ ਮੁਸਲਮਾਨਾਂ ਦੀ ਤਾਂ ਹੈ ਨਹੀਂ ਬਾਣੀ, ਇਹ ਤਾਂ ਵੇਦ ਬਾਣੀ ਹੈ। ਉਹ ਵੇਦ ਬਾਣੀ ਹੈ, ਮੁਸਲਮਾਨ ਤਾਂ ਇਹਨੂੰ ਮੰਨਦੇ ਹੀ ਨਹੀਂ। ਤੁਹਾਡਾ ਤਾਂ ਮੂਲ ਵੇਦ ਹੈ, ਤੁਹਾਡਾ ਸੰਬੰਧ ਹੈ ਵੇਦ ਨਾਲ, ਇਹਦੇ ਨਾਲ ਬ੍ਰਹਮ ਗਿਆਨ ਨਾਲ ਤੁਹਾਡਾ ਸੰਬੰਧ ਹੈ। ਭਗਤ ਨੇ, ਤੁਹਾਡਾ ਸੰਬੰਧ ਹੈ ਇਹਨਾਂ ਨਾਲ। ਤੁਸੀਂ ਜਿਹੜਾ ਰਾਹ ਜਾਣ ਬੁੱਝ ਕੇ ਉਲਟਾ ਕੱਢ ਲਿਆ, ਉਹਨੂੰ ਛੱਡਣਾ ਨਹੀਂ ਚਾਹੁੰਦੇ। ਯਾਨੀ ਵੇਦ ਦਾ ਵਿਰੋਧ ਜਿਹੜਾ ਤੁਸੀਂ ਸ਼ੁਰੂ ਕਰ ਲਿਆ ਸੱਚ ਦਾ, ਉਹ ਤੁਸੀਂ ਕਹਿਣਾ ਵੀ ਅਸੀਂ ਛੱਡਣਾ ਨਹੀਂ, ਸੱਚ ਦਾ ਪ੍ਰਚਾਰ ਅਸੀਂ ਹੋਣ ਦੇਣਾ ਨਹੀਂ, ਵੇਦ ਦਾ ਪ੍ਰਚਾਰ ਹੋਣ ਦੇਣਾ ਨਹੀਂ। ਇਹ ਲੱਕ ਤੁਹਾਡਾ ਬੰਨਿਆ ਹੋਇਆ, ਫਿਰ ਤੁਹਾਡਾ ਦਵਾਰ ਕਰੀਏ। ਫਿਰ ਜੇ ਮੁਸਲਮਾਨਾਂ ਨੇ ਕਸਮ ਉੱਤੇ ਖਾਧੀ ਸੀ, ਮੁਸਲਮਾਨਾਂ ਤਾਂ ਕਿਸੇ ਨੇ ਕਸਮ ਨਹੀਂ ਖਾਧੀ, ਔਰ ਆਈ ਆਪਣੀ ਖਾਧੀ ਸੀ। ਉਹ ਵੀ ਉਹਦੇ ਵੱਲੋਂ ਕਿਸੇ ਹੋਰ ਨੇ ਕਿਹਾ ਸੀ। ਅਨੰਦਪੁਰ ਸਾਹਿਬ ਦੀ ਗੱਲ ਹੈ, ਇਹਨਾਂ ਨੇ ਆਟੇ ਦੀ ਗਊ ਨਹੀਂ ਸੀ ਬਣਾਈ ਹੋਈ, ਦੋਹਾਂ ਦੀ ਕੋਈ ਗੱਲ ਸੀ। ਫਿਰ ਕੀ ਹੋਇਆ ਬਾਅਦ ਦੇ ਵਿੱਚ? ਉਹ ਚਲੋ ਹੋ ਸਕਦਾ ਗਲਤ ਵੀ ਹੋਵੇ, ਇਤਿਹਾਸ ਹੈ, ਕੀ ਹੋ ਕੀ ਨਹੀਂ ਹੋ। ਉੱਥੇ ਇਹਦੀ ਮਗਰ ਕਿਉਂ ਜਾਈਏ, ਇਹਦੀ ਮਗਰ ਕਿਉਂ ਨਾ ਜਾਈਏ? ਜਿਹੜਾ ਲਿਖਿਆ ਹੋਇਆ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਜੋ ਕਹਿੰਦੇ ਉਹ ਵੀ ਜਾਤਾਂ ਠੀਕ ਨੇ, ਭਗਤੀ ਕਰ ਨਹੀਂ ਸਕਦੇ। ਰਾਮਚੰਦਰ ਨੇ ਭਗਤੀ ਤੋਂ ਰੋਕਿਆ, ਸ਼ੰਭੂ ਰਿਸ਼ੀ ਦਾ ਸਿਰ ਵੱਢ ਲਿਆ, ਤੇ ਬਾਅਦ ਚ ਜਿਹੜੇ ਭਗਤ ਪੈਦਾ ਹੋ ਗਏ। ਰਾਮਚੰਦਰ ਕਿੱਥੇ ਖੜਾ ਫਿਰ ਤੁਹਾਡਾ? ਰਾਮਚੰਦਰ ਤਾਂ ਫਿਰ ਅਪਰਾਧੀ ਹੈ, ਜੋ ਨੇ ਸਿਰ ਵੱਢਿਆ ਤਾਂ ਅਪਰਾਧੀ ਹੈ, ਉਹ ਰੰਗਜੇਬ ਹੈ। ਫਿਰ ਉਹ ਜਿਹਨੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਉਹੀ ਹੈ। ਫਿਰ ਉਹ ਹੋਰ ਕੌਣ? ਜੇ ਸ਼ੰਭੂ ਰਿਸ਼ੀ ਹੈ ਕੋਈ, ਵਾਕਿਆ ਹੀ ਉਹ ਬ੍ਰਹਮ ਗਿਆਨੀ ਹੈ। ਔਰ ਸਾਖੀ ਸੱਚੀ ਹੈ ਤੁਹਾਡੀ ਵੀ ਭਗਤੀ ਨਹੀਂ ਕਰਨ ਦਿੱਤੀ। ਫਿਰ ਔਰੰਗਜ਼ੇਬ ਔਰ ਰਾਮਚੰਦਰ 'ਚ ਕੀ ਫਰਕ ਹੈ? ਦੱਸੋ। ਇਹ ਤਾਂ ਕੋਈ ਫਰਕ ਹੀ ਨਹੀਂ ਹੈ। ਉਹਨੇ ਵੀ ਇੱਕ ਭਗਤ ਸ਼ਹੀਦ ਕੀਤਾ, ਉਹਨੇ ਵੀ ਸ਼ਹੀਦ ਕੀਤਾ ਭਗਤ। ਭਗਤੀ ਤੋਂ ਰਾਮਚੰਦਰ ਵੀ ਵਿਰੁੱਧ ਹੈ, ਸੱਚੀ ਭਗਤੀ ਤੋਂ ਰਾਮਚੰਦਰ ਵਿਰੁੱਧ ਹੈ। ਰਾਮ ਦੀ ਕਹਿਣਾ ਤੁਸੀਂ ਭਗਤੀ ਕਰੋ,
व्यक्ति पूजा करिए, मूर्ति पूजा करिए। सच्ची भगती तो खिलाफ ने, सच तो खिलाफ ने खड़े ने। वो बजारी सत्यम है विजयते प्रचारे दा प्रैक्टिकली ये तो खिलाफ है, प्रैक्टिकली खिलाफ हो। जिन मन होर मुख होर से काटे कच्चियां, इत्थे गल खड़ी है, गल दा इत्थे खड़ी है। इस गल दा रौला है, इस दा झगड़ा है। नहीं करना तुसीं ना करो, तुसीं गुरबाणी दा विरोध करो। फिर विरोध क्यों नहीं करते? ये भी ठीक है, वो भी ठीक है। ब्लैकमेल क्यों करते हो? तुसीं कहो भी असीं गुरबाणी नूं नहीं मनदे, गुरबाणी 'च गलत है लिखिया होया, असीं सिमरती ते खड़े हां। वेद भी साडा ही है, सिमरती भी साडी होई है, दो आपा विरोधी भी ने। ते फिर दोनों हिंदू ना कहंदे, होर की कहंदे? की कहंदे फिर? ਉਹ हिंदू ना कहते तो कहंदे की? ਤਾਂ ਗਿਆ ਹੋਇਆ हिंदू। ਪੁਜਾਰੀ ਸੱਚ ਦੇ ਘਰ ਸਾਰਾ ਹੀ ਝੂਠ, ਘਰ ਝੂਠ ਨਾ ਭਰਿਆ ਹੈ, ਦੁਕਾਨ ਤੇ ਬੋਰਡ ਸੱਚ ਦਾ ਲੱਗਿਆ ਹੋਇਆ। ਸੱਚਾ ਸੌਦਾ ਹੈ ਨਾ, ਸੱਚਾ ਸੌਦਾ ਹੈ ਸਾਰਾ ਕੂੜ, ਪ੍ਰਚਾਰ ਕੂੜ ਦਾ, ਸੌਦਾ ਕੂੜ ਦਾ ਵੇਚਦੇ ਨੇ ਨਾ, ਸੱਚਾ ਸੌਦਾ। ਉਹ ਗੱਲ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਚਿਆ ਜਾਈ। ਮਨੋ ਕਠੋਰ, ਕਠੋਰ ਨੇ ਲੋਕ, ਪਤਾ ਹੁੰਦੇ ਹੋਏ ਵੀ ਇਹਨਾਂ ਦਾ ਮਨ ਜਿਹੜਾ ਪੱਥਰ ਹੈ, ਪੱਥਰ ਹੈ ਮਨ, ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਸੱਚ ਦਾ। ਮਰੇ ਬਨਾਰਸ, ਬਨਾਰਸ ਜੇ ਮਰ ਜਾਣਗੇ ਨਰਕ ਨਹੀਂ ਤੁਹਾਡਾ ਹੋਣਾ। ਆ ਕੇ ਬਨਾਰਸ ਬਸੀ ਜਾਓ, ਨਰਕ ਦੀ ਤੋਂ ਮਾਫੀ ਨਹੀਂ ਮਿਲ ਸਕਦੀ। ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੇ ਸੈਨ ਤਰਾਈ। ਹਰ ਕਾ ਸੰਤ ਜੇ ਹੜੰਬੇ ਜਾ ਕੇ ਵੀ ਮਰ ਜਵੇ, ਆਪਣੀ ਮਰਜ਼ੀ ਛੱਡ ਦੇਵੇ, ਭਗਤ ਉੱਥੇ ਜਾ ਕੇ ਬਣ ਜਵੇ, ਉੱਥੇ ਦਰਸ਼ਨ ਹੋ ਜਾਣ, ਉਹ ਸਾਰਿਆਂ ਨੂੰ ਉਤਾਰ ਦਿੰਦਾ, ਉਤਾਰੀ ਜਾਂਦਾ ਭਗਤ। ਹਾਂਜੀ, ਦਿਨ ਸਨਾ ਰਹਿਣ ਵੇਦ ਨਹੀਂ ਸ਼ਾਸਤਰ ਤਹਾਂ ਬਸੇ ਨਿਰੰਕਾਰਾ। ਨਿਰੰਕਾਰ ਕਿੱਥੇ ਬਸਦਾ? ਜਿੱਥੇ ਦਿਨ ਰਹਿਣ ਨਹੀਂ ਹੁੰਦੀ, ਨਾ ਦਿਨ ਹੁੰਦਾ ਨਾ ਰਾਤ ਹੁੰਦਾ। ਫਿਰ ਉੱਥੇ ਮੌਸਮ ਕਿਵੇਂ ਹੋ ਜਾਣਗੇ, ਉੱਥੇ ਮਹੀਨੇ ਕਿਵੇਂ ਹੋ ਜਾਣਗੇ, ਉੱਥੇ ਤਿੱਤਾਂ ਵਾਰਾਂ ਕਿਵੇਂ ਹੋ ਜਾਣਗੀਆਂ? ਵੇਦ ਨਹੀਂ ਸ਼ਾਸਤਰ ਨਾ ਉੱਥੇ ਵੇਦ ਹੈ ਕੋਈ, ਨਾ ਸ਼ਾਸਤਰ, ਨਾ ਕਿਤਾਬਾਂ ਵੀ ਨਹੀਂ, ਨਾ ਕਾਗਜ਼ ਨੇ, ਨਾ ਗ੍ਰੰਥ ਨੇ, ਨਾ ਕਲਮ ਹੈ, ਉੱਥੇ ਕੁਛ ਨਹੀਂ ਹੈ। ਨਿਰੰਕਾਰ ਉੱਥੇ ਬਸਦਾ। ਤਹਾਂ ਬਸੇ ਨਿਰੰਕਾਰਾ ਕਹਿ ਕਬੀਰ ਨਰ ਕਿਸੇ ਤੇ ਆਵੋ। ਕੋਈ ਵੇਦ ਸ਼ਾਸਤਰ ਨਹੀਂ, ਕਲਮ ਨਹੀਂ, ਲੇਖਾ ਉੱਥੇ ਕਾਹਦਾ ਸਿਆਹੀ ਹੋਣੀ, ਉੱਥੇ ਤਾਂ ਹੈ। ਤਾਂ ਬਸੇ ਨਿਰੰਕਾਰਾ ਕਹਿ ਕਬੀਰ ਨਰ ਤਿਸੇ ਤੇ ਆਵੋ ਬਾਬਰਿਆ ਸੰਸਾਰਾ। ਕਬੀਰ ਕਹਿੰਦਾ ਉਹਦੇ 'ਚ ਧਿਆਨ ਰੱਖੋ, ਵੇਦ ਸ਼ਾਸਤਰ ਤੋਂ ਗਾਹਾਂ ਦੀ ਗੱਲ ਹੈ। ਵੇਦ ਸ਼ਾਸਤਰ ਤੋਂ ਗਾਹਾਂ ਦੀ ਗੱਲ ਹੈ। ਗੁਰਬਾਣੀ ਵੀ ਕਿਸੇ ਹੱਦ ਤੱਕ ਅਸੀਂ ਪੜ੍ਹਨੀ ਹੈ। ਜਿਹੜੇ ਗੁਰਬਾਣੀ ਦੇ ਖੜੇ ਨੇ ਉਹਨਾਂ 'ਚ ਸੰਪਰਦਾਇਕਤਾ ਹੈ। ਜਦ ਇਹ ਤੋਂ ਉੱਤੇ ਉੱਠ ਗਏ ਫਿਰ ਉਹ ਧਾਰਮਿਕ ਆਦਮੀ ਉਹ ਬਣਦਾ। ਫਿਰ ਜੋ ਗੁਰਬਾਣੀ ਕਹਿੰਦੀ ਹੈ ਜਾਂ ਉਹਨੂੰ ਮੰਨਦੇ ਆ ਨਾ, ਫਿਰ ਗੱਲ ਕੁਛ ਹੋਰ ਹੈ। ਜਿੰਨਾ ਚਿਰ ਗੁਰਬਾਣੀ ਨੂੰ ਮੱਥਾ ਟੇਕਦੇ ਆ ਗੱਲ ਕੁਛ ਹੋਰ ਹੈ। ਜਦ ਗੁਰਬਾਣੀ ਨੂੰ ਮੰਨਦੇ ਆ ਫਿਰ ਸਾਰੇ ਇੱਕੋ ਨੇ। ਫਿਰ ਵੇਦ ਸ਼ਾਸਤਰ ਥੱਲੇ ਰਹਿ ਜਾਂਦੇ ਨੇ। ਵੇਦ ਤਾਂ ਸੰਸਕ੍ਰਿਤ ਦੇ ਵਿੱਚ ਹੈ, ਹੁਣ ਤਾਂ ਇਹ ਤਾਂ ਸੰਸਕ੍ਰਿਤ 'ਚ ਹੈ ਨਹੀਂ, ਇਹ ਤਾਂ ਹੈ ਨਹੀਂ ਸੰਸਕ੍ਰਿਤ ਤੋਂ ਗੱਲ ਹੋਈ ਹੈ। ਇਸ ਕਰਕੇ ਨਵੀਂ ਭਾਸ਼ਾ ਨੂੰ ਹੁਣ ਉਹਨੂੰ ਮੱਥਾ ਨਹੀਂ ਟੇਕਦੇ, ਇਹਨੂੰ ਟੇਕਦੇ। ਪਹਿਲਾਂ ਉਹਨੂੰ ਟੇਕਦੇ ਸੀ। ਜਿੱਥੋਂ ਕਿਸੇ ਨੂੰ ਕੋਈ ਸਮਝ ਆਉਂਦੀ ਹੈ ਉੱਥੇ ਉਹਦਾ ਸਿਰ ਝੁਕਦਾ, ਜਿੱਥੋਂ ਉਹਨੂੰ ਕੋਈ ਚੀਜ਼ ਪ੍ਰਾਪਤ ਹੁੰਦੀ। ਇਸ ਕਰਕੇ ਬਾਬਰਿਆ ਸੰਸਾਰਾ, ਉੱਥੇ ਧਿਆਨ ਰੱਖ ਜਿੱਥੇ ਵੇਦ ਸਿਮਰਤ ਸ਼ਾਸਤਰ ਹੈ ਨਹੀਂ, ਉੱਥੇ ਧਿਆਨ ਰੱਖੋ ਜਿੱਥੇ ਗੁਰਬਾਣੀ ਵੀ ਹੈ ਨਹੀਂ। ਅੱਖਾਂ ਨੂੰ ਦੇਖਣ ਵਾਲਾ ਕੁਛ ਹੈ ਉਹ ਨਹੀਂ, ਇਹ ਤਾਂ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ। ਉੱਥੇ ਰਮਾਲਿਆਂ ਧਿਆਨ ਨਾ ਕਰੋ, ਜਿਵੇਂ ਉਹ ਕਹਿੰਦੇ ਨੇ ਵੀ ਤਾਂ ਰਮਾਲਿਆਂ ਧਿਆਨ ਰਹਿ ਜੂਗਾ, ਸੁਪਨੇ ਜਿਹੀ ਦਿਖਣਗੇ।
ਉੱਥੇ ਚੰਦੋਏ ਦਾ ਧਿਆਨ ਨਹੀਂ ਹੈ, ਉੱਥੇ ਕੁਛ ਨਹੀਂ ਹੈ, ਉੱਥੇ ਚੰਦ ਸੂਰਜ ਨਹੀਂ, ਵੇਦ ਸ਼ਾਸਤਰ ਦੀ ਨਿਰੰਕਾਰ ਜਿੱਥੇ ਵੱਸਦਾ, ਧਿਆਨ ਉੱਥੇ ਰੱਖਣਾ। ਇਹ ਧਿਆਨ ਉੱਥੇ ਲੈ ਕੇ ਜਾਂਦੀ ਹੈ ਬਾਣੀ। ਇਹ ਗੁਰਬਾਣੀ ਤਾਂ ਦੱਸ ਰਹੀ ਹੈ ਵੀ ਉੱਥੇ ਧਿਆਨ ਲੈ ਜਾਓ। ਇਹ ਐ ਨਹੀਂ ਕਹਿੰਦੀ ਮੇਰੇ ਧਿਆਨ ਰੱਖੋ, ਇਹ ਕਹਿੰਦੇ ਧਿਆਨ ਉੱਥੇ ਰੱਖੋ। ਤੁਸੀਂ ਕਹਿੰਦੇ ਤੇਰੇ ਧਿਆਨ ਰੱਖੋ, ਐ ਥੋੜੀ ਕਿਹਾ ਵੀ ਮੇਰੇ ਧਿਆਨ ਰੱਖੋ। ਗੁਰਬਾਣੀ ਜੋ ਇਹਨੇ ਕਿਹਾ ਉਹ ਕਰੋ। ਕਰਦੇ ਹਾਂ ਅਸੀਂ ਆਪਣੀ ਮਰਜ਼ੀ ਸੁਣਦੇ ਹਾਂ ਗੁਰਬਾਣੀ। ਜੋ ਨੇੜੇ ਵਾਲੀ ਚੀਜ਼ ਫੜ ਲਈ, ਦੂਰ ਵਾਲੀ ਛੱਡਤੀ। ਇਹ ਸੌਖੀ ਹੈ, ਧਿਆਨ ਰੱਖਣਾ ਉਹ ਔਖਾ ਹੈ। ਕਾਖੜੀ ਕਾਰ ਛੱਡਤੀ, ਉਹ ਕਾਖੜੀ ਕਾਰ ਹੈ, ਉਹ ਵਿਰਲਿਆਂ ਦੇ ਕਰਨ ਵਾਲੀ ਕਾਰ ਹੈ। ਇਹ ਤਾਂ ਪ੍ਰਾਪਤੀ ਵੀ ਕੁਛ ਨਹੀਂ। ਫਿਰ ਇਹ ਜਿਹੜੀ ਬਿਰਲਿਆਂ ਦੀ ਕਾਰ ਹੈ ਉਹ ਜੋ ਪ੍ਰਾਪਤੀ ਹੈ, ਦੂਈ ਕਾਰ ਜੋ ਕੁਛ ਵੀ ਪ੍ਰਾਪਤੀ ਨਹੀਂ ਹੈ। ਗੁਰਬਾਣੀ ਕਹਿੰਦੀ ਨਹੀਂ ਕਰਨ ਨੂੰ ਹੈ, ਜਿਹੜੀ ਗੁਰਬਾਣੀ ਕਹਿੰਦੀ ਨਹੀਂ ਕਰਨ ਨੂੰ, ਜੋ ਪ੍ਰਾਪਤੀ ਵੀ ਕੁਛ ਨਹੀਂ ਹੈ। ਉਹ ਚ ਨੁਕਸਾਨ ਹੈ, ਨੁਕਸਾਨ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਚਾਰ ਪਾਵ ਦੂਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਚਾਰ ਪਾਵ, ਚਾਰ ਪੈਰ ਸੀ ਜਦੋਂ ਤੇਰੇ, ਦੋ ਸਿੰਘ ਸੀ, ਉਹਦੇ ਵਿੱਚ ਗੁੰਗਾ ਸੀ, ਬੋਲ ਨਹੀਂ ਸੀ ਸਕਦਾ, ਆਪਣੀ ਗੱਲ ਦੱਸ ਨਹੀਂ ਸੀ ਸਕਦਾ। ਗੁੰਗ ਮੁਖ, ਉਦੋਂ ਤਾਂ ਤੂੰ ਗੁਣ ਨਹੀਂ ਸੀ ਗਾ ਸਕਦਾ। ਬੋਲਣ ਦੀ ਜੂਨ ਦੀ ਗੱਲ ਹੈ। ਤਬ ਕੈਸੇ ਗੁਣ ਗਈ ਹੈ, ਤਬ ਤਾਂ ਤੂੰ ਗੁਣ ਨਾ ਗਾਉਂਦਾ, ਕੋਈ ਗੱਲ ਨਹੀਂ, ਮਾਫੀ ਹੈ ਉਸ ਜਨਮ ਦੇ ਵਿੱਚ। ਪਰ ਆਦਮੀ ਦੇ ਜੂਨ ਦੇ ਵਿੱਚ ਤਾਂ ਗੁੰਗਾ ਹੀ ਹੈਗਾ ਤੂੰ। ਚਾਰ ਪੈਰ, ਦੋ ਸਿੰਘ ਸੀ, ਗੁੰਗ ਮੁਖ ਸੀ, ਉਦੋਂ ਗੁਣ ਨਹੀਂ ਸੀ ਗਾ ਸਕਦਾ, ਕੋਈ ਗੱਲ ਨਹੀਂ। ਤੂੰ ਤਾਂ ਹੁਣ ਵੀ ਬੋਲਦੇ ਬਣਿਆ ਬੈਠਾ, ਗੁੰਗਾ ਨਹੀਂ ਹੈਗਾ। ਹੁਣ ਵੀ ਉਹੀ ਕੰਮ ਹੈ ਤੇਰਾ ਤਾਂ। ਹਾਂਜੀ, ਊਠਤ ਬੈਠ ਠੇਗਾ ਪਰ ਹੈ ਤਬ ਕਦ ਮੂੰਡ ਲਕਈ ਹੈ। ਉਦੋਂ ਤਾਂ ਤੇਰਾ ਜਾਂ ਠਾਲਦੇ ਤੇ ਜਾਂ ਵੀ ਠੇਡਾ ਮਾਰ ਕੇ ਠਾਲਦਾ ਸੀ ਮਾਲਕ ਤੇਰਾ। ਉੱਠਦੇ ਬੈਠਦੇ ਠੇਡਾ ਹੀ ਵੱਜਦਾ ਸੀ। ਜਿਹੜੀ ਤੇਰੇ ਨਾਲ ਕੋਈ ਬਹੁਤਾ ਚੰਗਾ ਸਲੂਕ ਨਹੀਂ ਸੀ ਹੁੰਦਾ। ਹਾਲਾਂਕਿ ਤੂੰ ਕੰਮ ਕਰਦਾ ਸੀ, ਤੂੜੀ ਤੈਨੂੰ ਮਿਲਦੀ, ਦਾਣੇ ਆਪ ਖਾਂਦੇ ਸੀ ਉਹ। ਉਦੋਂ ਤੂੰ ਵਿਚਾਰਾ ਕਿੱਥੇ ਸਿਰ ਲੁਕਾਉਂਦਾ। ਤੇਰੇ ਨਾਲ ਧੱਕਾ ਹੋ ਰਿਹਾ ਸੀ ਉਦੋਂ। ਜੇ ਗੁੜ ਨਹੀਂ ਸੀਗਾ ਉਹਦਾ, ਧੱਕਾ ਵੀ ਤਾਂ ਹੀ ਹੋ ਰਿਹਾ ਸੀ। ਕੌਣ ਕਰ ਰਿਹਾ ਸੀ? ਜਿਹੜਾ ਗੁੰਗਾ ਨਹੀਂ ਸੀ ਉਹ ਧੱਕਾ ਕਰ ਰਿਹਾ ਸੀ, ਆਦਮੀ। ਪਰ ਆਦਮੀ ਜੇ ਹੁਣ ਗੁੜ ਨਹੀਂ ਗਾਉਂਦਾ, ਇਹਦੇ ਨਾਲ ਧੱਕਾ ਇਹਦੇ ਨਾਲ ਵੀ ਹੋਊਗਾ। ਨਾ ਗੁਣ ਗਾਉਣ ਵਾਲੇ ਨਾਲ ਧੱਕਾ ਹੋਊਗਾ। ਇਹ ਕੌਣ ਕਰੂਗਾ? ਇਹਦੇ ਜਾਮ ਪਿੱਛੇ ਪਿਆ ਹੈ। ਇਸ ਬੰਦੇ ਸਿਰ ਜ਼ੁਲਮ ਹੋਤਾ ਹੈ। ਇਹਦੇ ਸਿਰ ਤੇ ਕੀ ਜ਼ੁਲਮ ਹੈ? ਉਹਦੇ ਤੇ ਤਾਂ ਇਹੀ ਜ਼ੁਲਮ ਸੀ ਨਾ। ਜਬ ਨਹੀਂ ਹਟੇ ਗੁਸਾਈ, ਇਹਦੇ ਮਗਰੋਂ ਜਬ ਨਹੀਂ ਹਟਦਾ। ਜਬ ਇਹਦੇ ਪਿੱਛੇ ਪਿਆ ਹੈ। ਉਹਦੇ ਪਿੱਛੇ ਦਾ ਉਹ ਮਾਲਕ ਜਮ ਸੀਗਾ, ਜਿਹੜਾ ਲਿਜਾ ਕੇ ਜੋੜ ਦਿੰਦਾ ਸੀ। ਤੂੜੀ ਉਹਨੂੰ ਖਾ ਦਿੰਦਾ ਸੀ, ਦਾਣੇ ਆਪ ਕੱਢ ਲੈਂਦਾ ਸੀ। ਉਹਦੇ ਵਾਸਤੇ ਤਾਂ ਉਹੀ ਜਮ ਸੀ, ਤੇਰੇ ਵਾਸਤੇ ਹੋਰ ਜਮ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਇਹ ਸਾਰੇ ਬੌਲਦ ਨੇ ਸੰਸਾਰੀ, ਜਿਹੜੇ ਆਦਮੀ ਨੇ, ਜਿਹੜੇ ਤਾਂ ਹਰ ਕੇ ਬੈਲ ਨੇ, ਉਹਨਾਂ ਦਾ ਤਾਂ ਮਾਲਕ ਹੈ ਹਰ। ਜੇ ਹਰ ਨਾਲ ਨਹੀਂ ਨਾ ਜੁੜੇ ਹੋਏ ਜਿਹੜੇ, ਉਹ ਫਿਰ ਬਿਰਾਨੇ ਨੇ। ਬਿਰਾਨੇ ਨੇ, ਬਗਾਨੇ ਨਹੀਂ, ਬਿਰਾਨੇ ਨੇ। ਕਿਸੇ ਦੇ ਵੀ ਨਹੀਂ ਜਿਹੜਾ ਹੁੰਦਾ ਉਹ ਬਿਰਾਨਾ ਹੁੰਦਾ। ਬਗਾਨਾ ਤਾਂ ਕਿਸੇ ਦਾ ਹੁੰਦਾ ਹੈ, ਮੇਰਾ ਨਹੀਂ ਬਗਾਨਾ ਕਿਸੇ ਦਾ। ਜਿਹੜਾ ਕਿਸੇ ਦਾ ਵੀ ਨਹੀਂ ਬਿਰਾਨਾ ਹੈ, ਉਹ ਜਿਹਦਾ ਮਾਲਕ ਨਹੀਂ ਕੋਈ। ਜਿਵੇਂ ਤਿਲ ਛੱਡ ਦਿੰਦੇ ਨਾ ਖੇਤ ਦੇ ਵਿੱਚ, ਸੋਨਾ ਹੈ, ਸੋਨਾ ਹੈ, ਉਹ ਬਿਰਾਨੇ ਨੇ। ਬਿਰਾਨੀ ਜ਼ਮੀਨ ਹੁੰਦੀ ਹੈ ਨਾ, ਉਹ ਬਿਰਾਨੇ ਨੇ। ਬਗਾਨੇ ਔਰ ਬਿਰਾਨੇ ਦੇ ਵਿੱਚ ਥੋੜਾ ਜਿਹਾ ਫਰਕ ਹੈ। ਹਰ ਮੈਨੂੰ ਬੈਲ ਬਿਰਾਨੇ ਹੋਈ ਹੈ। ਹਾਟੇ ਨੱਕ ਜੰਗਲੀ ਨੇ, ਜੰਗਲੀ ਜਿਵੇਂ ਹੁੰਦੇ ਨੇ ਫਿਰਦੇ, ਇਹ ਤੂੰ ਜੰਗਲੀ ਜਾਨਵਰ ਹੈ, ਜਾਨਵਰ ਹੀ ਹੈ। ਹਾਟੇ ਨੱਕਨ ਟੂਟੇ ਕੰਧਨ। ਜਿਵੇਂ ਨੱਕ ਫੜ ਜਾਂਦਾ, ਬਹੁਤ ਦਾ ਕੰਧੇ ਟੁੱਟ ਜਾਂਦੇ ਨੇ, ਉਹਨੂੰ ਫਿਰ ਜੰਗਲੀ ਬਣਾ ਕੇ ਛੱਡ ਦਿੰਦੇ ਨੇ। ਮਾਲਕ ਵੀ ਛੱਡ ਦਿੰਦਾ ਉਹਨੂੰ। ਟੁੱਟੇ ਕੰਧਨ,
कोदू को कोदू को पुस खाई है। और बस आके ते माड़ी मोटी तूड़ी मिल गई। आ जिहड़ी कहंदे ने जिहड़ी मिक्स हुंदी है ना जौ मटर कणक ਇਹਦਾ ਜਿਹੜਾ ਹੁੰਦਾ ਨਾ ਮਿੱਸਾ ਜਿਹਾ ਭੁੱਸ ਉਹਨੂੰ ਕੋਦੂ ਕਹਿੰਦੇ। ਪੇੜੜਾ ਆਪਾਂ ਕਹਿੰਦੇ ਉਹਨੂੰ। ਇੱਧਰਲੀ ਬੋਲੀ ਸਾਡੇ ਪੇੜੜਾ, ਪੇੜੜੇ ਦੀ ਤੂੜੀ ਉਹ ਖਾ ਲੈਂਦੇ ਨੇ ਵਿਚਾਰੇ। ਦਾਣਾ ਨਹੀਂ ਕੋਈ ਪਾਉਂਦਾ ਉਹਨਾਂ ਨੂੰ, ਤੱਤ ਨਹੀਂ ਤੈਨੂੰ ਮਿਲਦਾ। ਆਹ ਕਥਾ ਕਹਾਣੀਆਂ ਸੁਣ ਲੈਂਦਾ ਕੋਦੂ ਕਾ ਭੁੱਸੇ ਹੈ। ਉਹਦੀਆਂ ਕਥਾ ਕਹਾਣੀਆਂ ਨੇ ਨਾ ਇਹ ਕੋਦੂ ਕਾ ਭੁੱਸੇ ਹੈ। ਉਧਰ ਖਿਚੜੀ ਕਹਿਤੀ ਹੈ ਤੇ 2-3 ਮੇਲ ਦਾ ਹੋਇਆ ਨਾ ਰਲੇ ਹੋਏ, ਵਿੱਚ ਮਟਰਾਂ ਦਾ, ਵਿੱਚ ਹੀ ਜੌਂ ਹੋਏ, ਵਿੱਚ ਹੀ ਕਣਕ ਹੋਈ, ਜਿਹੜਾ ਰਲਿਆ ਮਿਲਿਆ ਜਾਏ, ਵਿੱਚ ਕੱਸਾ ਹੁੰਦਾ ਇੱਕ ਇਹਨਾਂ ਦਾ, ਜਿਹੜੀ ਤੂੜੀ ਬਣੀ ਹੁੰਦੀ ਹੈ ਉਹਨੂੰ ਕੋਦੂ ਦਾ ਭੁੱਸ ਕਹਿੰਦੇ ਨੇ। ਬੇੜੇ ਦਾ ਜਿਹੜਾ ਤੂੜੀ ਹੁੰਦੀ ਹੈ ਉਹ 'ਚ ਕਈ ਸਵਾਦ ਹੁੰਦੇ ਨੇ। ਇਵੇਂ ਸਾਖੀਆਂ 'ਚ ਕਈ ਸਵਾਦ ਹੁੰਦੇ ਨੇ। ਨਾਮ ਦਾ ਸਵਾਦ ਇੱਕੋ ਹੁੰਦਾ, ਨਾਮ ਦਾ ਇੱਕੋ ਹੀ ਸਵਾਦ ਹੁੰਦਾ। ਹਾਂਜੀ, सारो दिन डोलत बन मैया, सारा दिन कहने जंगल च फिरते रहते ने। वो हजूर पेट अकई है। जंगल च फिरते ने, ढिड भरदा नहीं। ये भी जंगल च फिरदा रहिंदा डेरियां ते, इधर उधर तीर्थां ते, पर इहनूं सबर नहीं आया कि तो भी ज्ञान नहीं ना मिलिया। वो ज्ञान जिन्ना चਿਰ सच दा नहीं मिलदा, सबर नहीं होंदा। तां ही नहीं बहिंदे लोग। संतां दे डेरियां ते कोई तुरे फिरदे ने, वो ते सबर संतोख वाली कोई चीज़ है नहीं। उत्थे सबर संतोख वाली कोई चीज़ नहीं, तां फिरदे ने। जे सबर संतोख वाली चीज़ होवे टेक के बह जाओ, बैठू टेक के जो संतोखी हो। भुख नहीं ना गई अंदरों ज्ञान दी। जे सारा दिन कहते जंगल फिरता रहा, रजिया फिर भी नहीं। जन भगतन को कहो ना मानो, क्यों अपनों को पई है। क्यों ਜਿਹੜੇ ਜਨ ਭਗਤ ਸੀ ਉਹਨਾਂ ਦੀ ਗੱਲ ਨਹੀਂ ਮੰਨੀ। ਆ ਲੋਕਾਂ ਦੀਆਂ ਕਥਾ ਕਹਾਣੀਆਂ ਬੁਲਦਾ ਰਿਹਾ। ਕਹੋ ਨਾ ਮਾਨੋ, क्यों अपनों पई है। ਆਪਣਾ ਕੀਤਾ ਪਾਏਗਾ। ਜੇ ਨਹੀਂ ਮੰਨਿਆ ਤਾਂ ਬੋਲਦ ਵਾਂਗੂ ਆਪਣਾ ਕੀਤਾ ਪਾਉਣਾ ਫਿਰਦਾ। ਕਿਉਂ ਆਪਣਾ ਪਈ ਹੈ। दुख सुख करत महापरम बूढ़ो, अनक जोन परमई है। ਦੁੱਖ ਸੁੱਖ, ਦੁੱਖਾਂ ਨੂੰ ਸੁੱਖਾਂ ਵਿੱਚ ਬਦਲਦਾ ਰਿਹਾ ਸਾਰੀ ਜ਼ਿੰਦਗੀ। ਦੁੱਖ ਸੁੱਖ ਕਰਤ, दुख सुख करत महापरम ਦੁੱਖਾਂ ਨੂੰ बूढ़ो, ਸੁੱਖਾਂ 'ਚ ਬਦਲਦਾ ਰਿਹਾ ਸਾਰਾ ਜੀਵਨ। ਮਹਾ परम बूढ़ो, ਬੜਾ ਭਰਮ ਰਿਹਾ ਤੈਨੂੰ ਵੀ ਮੈਂ ਦੁੱਖਾਂ ਨੂੰ ਸੁੱਖਾਂ 'ਚ ਬਦਲ ਦੂੰ। ਬਦਲੇ ਨਹੀਂ ਹੁਣ, ਪਰ अनक जोन परमई है। ਅਨੇਕਾਂ ਜੋਨਾਂ 'ਚ ਐਵੇਂ ਹੀ ਕਰਦਾ ਰਿਹਾ ਤੂੰ। ਐਨੀਆਂ ਜੋਨਾਂ 'ਚ ਕਰਦਾ ਕਰਦਾ ਯਤਨ ਤਾਂ ਸੁੱਖ ਤੇ ਕਰਦਾ ਰਿਹਾ, ਪਰ ਫਿਰ ਪੈਦਾ ਦੁੱਖ ਕਿੱਥੋਂ ਹੁੰਦੇ ਨੇ। ਯਤਨ ਬਹੁਤ ਸੁੱਖੋ ਕੀਓ ਦੁੱਖੋ ਕੀਓ, ਨਾ ਕੋਈ ਦੁੱਖ ਦਾ ਯਤਨ ਨਹੀਂ ਕੀਤਾ। ਦੁੱਖ ਜ਼ਿਆਦਾ ਨੇ, ਸੁੱਖ ਥੋੜੇ ਨੇ। ਕਿਉਂ ਨੇ ਦੁੱਖ। ਜਨ ਭਗਤਨ ਕੋ ਕਹੋ ਨਾ ਮਾਨੋ। क्यों अपनों ਇਹ ਤੇਰੇ ਪੈਦਾ ਕੀਤੇ ਹੋਏ ਦੁੱਖ ਨੇ ਆਪ। ਅਸਲ 'ਚ ਤੂੰ ਦੁੱਖ ਹੀ ਪੈਦਾ ਕਰਦਾ। ਤੇਰੀ ਬੁੱਧ ਜਿਹੜੀ ਦੁੱਖ ਪੈਦਾ ਕਰਨ ਵਾਲੀ ਹੈ। ਸਾਡੀ ਆਪਣੀ ਮਰਜ਼ੀ ਦੁੱਖ ਪੈਦਾ ਕਰਨ ਵਾਲੀ। ਜਿੰਨਾ ਚਿਰ ਆਪਣੀ ਮਰਜ਼ੀ ਉਹਨਾਂ ਚਿਰ ਦੁੱਖ ਪੈਦਾ ਹੋਣਗੇ ਹੀ। ਸੁੱਖ ਦੁੱਖ ਆਪ ਪੈਦਾ ਕਰਦੇ ਆ, ਫਿਰ ਉਹਨੂੰ ਸੁੱਖਾਂ 'ਚ ਬਦਲਦੇ ਆ। ਇੱਛਾ ਆਪ ਪੈਦਾ ਕਰਦੇ ਆ, ਫਿਰ ਉਹਨੂੰ ਪੂਰੀ ਕਰਨ ਵਾਸਤੇ ਭਜਦੇ ਆ। ਜੇ ਪੂਰੀ ਨਹੀਂ ਹੁੰਦੀ ਤਾਂ ਦੁਖੀ ਹੈ, ਜੇ ਪੂਰੀ ਹੋ ਜਾਏ ਤਾਂ ਸੁਖੀ ਹੈ। रतन जन्म खोयो प्रभ बिसरियो, ये अवसर कद पई है। रतन जन्म खो लिया था। रतन जन्म मिलिया सी। मनुखा जन्म रतन जन्म है। मनुखा जन्म रतन जन्म है। बौड़ का जन्म रतन जन्म नहीं सीगा, उदों नहीं खोया गया। और कोई जन्म नहीं खोया गया, सिर्फ आदमी का जन्म खोया जाता है। कोई नहीं कोई खोया। आदमी का या औरत का, ये दो जन्म ने जोड़े खोए जाते। औरत का जन्म एक तो थले का जन्म, वो भी खोया जाता। वो किमें खोया जाता। जे औरत हो गए, औरत की पूजा करे ना, तो खोया जाता। हर का सिमरन झाड़ के ही जे रखे नार। हर हर
ਹਰ ਪੁਲਿੰਗ ਹੈ ਨਾ, ਹਰ ਪੁਲਿੰਗ ਹੈ ਨਾ, ਹਰ ਕਾ ਸਿਮਰਨ ਚ ਪੁਲਿੰਗ ਦਾ ਸਿਮਰਨ ਛੱਡ ਕੇ ਉਹ ਹੋਈ ਜੇ ਰਾਖੇ ਨਾਲ, ਉਹੀ ਕਹਿੰਦੇ ਜਿਹੜੀ ਹੋਈ ਹੋਈ ਨਹੀਂ ਕਾਲਪਨਕ ਦੇਵੀ, ਉਹੀ ਕਹਿੰਦੇ ਕਾਲਪਨਕ ਦੇਵੀ, ਜੋ ਹੋਈ ਹੋ ਨਹੀਂ ਉਹ ਹੋਈ ਹੈ ਨਾ, ਅਨਾ ਹੋਣੀ ਹੈ, ਜਿਹੜੀ ਹੋਣ ਵਾਲੀ ਹੈ ਹੀ ਨਹੀਂ, ਗੱਲ ਇਹ ਨਹੀਂ ਹੈ, ਜੋ ਪੋਸੀਬਲ ਹੈ ਨਹੀਂ ਗੱਲ ਹੈ। ਪੋਸੀਬਲ ਕੀ ਨਹੀਂ, ਇੱਕ ਔਰਤ ਸਾਰੇ ਸੰਸਾਰ ਨੂੰ ਪੈਦਾ ਨਹੀਂ ਕਰ ਸਕਦੀ, ਉਹਨੂੰ ਜਗਮਾਤ ਕਹਿੰਦਾ ਤੁਸੀਂ, ਸਰੀਰ ਉਹਦੇ ਕੋਲ ਔਰਤ ਦਾ, ਉਹਨੂੰ ਕਹਿੰਦਾ ਜਗਮਾਤ, ਇਹ ਤਾਂ ਹੋਈ ਹੈ, ਇਹ ਹੋ ਹੀ ਨਹੀਂ ਸਕਦਾ, ਪੋਸੀਬਲ ਨਹੀਂ ਇਹ ਗੱਲ ਕਿ ਸਾਰੇ ਹੀ 84 ਲੱਖ ਜੂਨ ਪੈਦਾ ਕਰ ਦਵੇ, ਕਿਵੇਂ ਕਰ ਦੂਗਾ? ਪੰਡੋ ਹੀ ਪੰਡ ਉਪਜਾਇਆ, या तो पंडो पंड पैदा हो, औरत तो औरत पैदा हो, या फिर पंड दो जिस जमे राजान आदमी पैदा हो, दो तो बिना तीज चीज तो पैदा ही नहीं हो सकती। औरत औरत की पूजा कर लवे, देवी की पूजा वो ही जे रखे नार गध ही होके उतरा भाल साहिब विचार, खोती की बुद्धि खोती दी हो जूए, गधी का जोर नहीं हैगी, गधी जोर हो, ਉਹਦਾ ਸਰੂਪ ਗਧੀ ਵਰਗਾ, ਜਿਵੇਂ ਗਧਾ ਹੁੰਦਾ ਨਾ ਉਹਨੂੰ ਗਧੀ ਹੀ ਕਹਿਤਾ, ਉਹਦੀ ਬੁੱਧੀ ਗਧਿਆਂ ਵਾਲੀ ਹੋ ਜੂਗੀ। ਨਾਨਕ ਤੇ ਨਾਲ ਅਸਲ ਖਰ ਜੇ ਬਿਨ ਗੁਣ ਗਰਭ ਕਰਨ, ਉਹਨੂੰ ਇਹ ਭਲੇਖਾ ਹੋ ਜੋ ਮੈਂ ਭਗਤੀ ਕਰ ਰਹੀ ਹਾਂ, ਬਿਨ ਗੁਣ ਗਰਭ ਕਰਨ ਤਾਂ ਖੋਤਾ, ਉਹਨੂੰ ਖੋਤੇ ਕਿਹਾ, ਉਹਨੂੰ ਭਲੇਖਾ ਹੈ ਵੀ ਮੈਂ ਭਗਤੀ ਕਰ ਰਿਹਾ, ਭਗਤੀ ਹੈ ਨਹੀਂ ਉਹ। ਕਦੀ ਪਾਸ ਹੈ ਮਨ ਚਾਰ ਦਾ ਮਤਲਬ ਆ ਜਿਹੜਾ ਸਰੀਰ ਹੈ ਤੇ ਫਿਰ ਧਾਰਨੀ ਪਊ, ਇਹ ਸਰੀਰ ਦਾ ਭਾਰ ਉਹ ਤੇ ਸਭ ਤੋਂ ਜਾਣਾ ਨਹੀਂ, ਸਰੀਰ ਦੇਹਾਂ ਦਾ ਭਾਰ ਨਹੀਂ ਜਾਣਾ ਉਹਦੇ ਸਭ। ਰਤਨ ਜਨਮ ਖੋਇਓ ਪ੍ਰਭ ਵਿਸਰਿਓ, ਇਹ ਅਵਸਰ ਕਦ ਪਈ, ਹੋਇਓ ਪ੍ਰਭ ਵਿਸਰਿਓ, ਰਤਨ ਜਨਮ ਖੋ ਲਿਆ, ਇਹ ਅਵਸਰ ਕਦ ਪਈ ਹੈ, ਇਹ ਅਵਸਰ ਕਦ ਪਈ ਹੈ, ਇਹ ਅਵਸਰ ਕਦ ਪਈ ਹੈ। ਦੋਏ ਜਨਮ ਨੇ, ਦੋਏ ਖੋਏ ਜਾਂਦੇ ਨੇ, ਉਹਦਾ ਐ ਖੋਇਆ ਜਾਂਦਾ ਹੈ, ਇਹਦਾ ਵੀ ਭਗਤੀ ਗਲਤ ਕਰਨ ਤੇ ਵੀ ਜਨਮ ਖੋਇਆ ਜਾਂਦਾ, ਭਗਤੀ ਨਾ ਕਰਨ ਤੇ ਵੀ ਖੋਇਆ ਜਾਂਦਾ। ਇੱਕ ਹੋਰ ਵੀ ਹੈ, ਇਹਦਾ ਜਨਮ ਖੋਇਆ ਜਾਂਦਾ ਹੈ। ਕਹਿੰਦੇ ਇਸਤਰੀ ਰੂਪ ਚੇਰੀ ਕੀ ਨਹੀਂ ਸੋਭਤ ਨਹੀਂ ਮੈਨੂੰ ਭਰਤਾ, ਭਰਤਾ ਰੇ, ਭਰਤਾ ਦੇ ਬਿਨਾਂ ਨਹੀਂ ਸੋਦੀ ਦਰਗਾਹ 'ਚ, ਇਹਦੀ ਮਾਨਤਾ ਨਹੀਂ ਹੈ। ਸੁਹਾਗਣ ਹੋਵੇ ਜਾਂ ਦੁਹਾਗਣ ਹੋਵੇ, ਵਿਚਾਲ ਕੋਈ ਚੀਜ਼ ਨਹੀਂ ਹੈ, ਵਿਚਾਲੇ ਤਾਂ ਹੈ ਹੀ ਨਹੀਂ ਕੋਈ, ਸੁਹਾਗਣ ਹੈ ਦੁਹਾਗਣ, ਸੁਹਾਗਣ ਦੋ ਪੱਖੀ ਨਹੀਂ ਹੈ, ਚਾਹੇ ਇਹ ਸੁਹਾਗਣ ਤੀਜੀ ਤਾਂ ਕੋਈ ਕੈਟਾਗਰੀ ਹੋਈ ਹੈ, ਤੀਜੀ ਕੈਟਾਗਰੀ ਤਾਂ ਗੁਰਬਾਣੀ ਕਹਿੰਦੀ ਨਹੀਂ, ਤੇ ਜੇ ਜਿਹੜੇ ਵਿਆਹ ਨਹੀਂ ਕਰਾਉਣਾ ਤੀਜੀ ਕੈਟਾਗਰੀ ਹੋ ਜਾਂਦੀ ਹੈ, ਉਹ ਕੈਟਾਗਰੀ ਪ੍ਰਮਾਣ ਨਹੀਂ ਹੈ ਦਰਗਾਹ 'ਚ। ਚਾਹੇ ਦੁਹਾਗਣ ਦਾ ਵੀ ਜਨਮ ਖੋਇਆ ਗਿਆ,